ठीक है, काफी यूजफुल रहेगी अपने लिए चीज। पर ਆਪਾਂ ਹੁਣ ਅੱਜ ਦਾ ਜੋ ਟੌਪਿਕ ਹੈ ਪਹਿਲਾਂ ਉਹੀ ਕਰੀਏ। ਅੱਜ ਦੇ ਟੌਪਿਕ ਦਾ ਨਾਮ ਮੈਂ ਲਿਖ ਦਿੰਦਾ ਇੱਥੇ ਪਹਿਲਾਂ, ਫਿਰ ਆਪਾਂ ਇੱਕ ਇੱਕ ਕਰਕੇ ਉਹਦੇ ਬਾਰੇ ਗੱਲ ਕਰਾਂਗੇ। ਟੌਪਿਕ ਹੈਗਾ ਜੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ, ਜਾਂ ਇਹਨੂੰ ਜ਼ਿਆਦਾਤਰ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਵੀ ਕਹਿ ਦਿੰਦੇ ਆ। ਇਲੈਕਟ੍ਰਿਕ ਪੋਟੈਂਸ਼ੀਅਲ, ਇਲੈਕਟ੍ਰਿਕ ਦੀ ਜਗ੍ਹਾ ਇਲੈਕਟ੍ਰੋਸਟੈਟਿਕ ਵੀ ਬੋਲ ਦਿੰਦੇ ਆ। ਇਲੈਕਟ੍ਰਿਕ ਪੋਟੈਂਸ਼ੀਅਲ ਤੇ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ, ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਆ ਟੌਪਿਕ ਆ ਕੀ ਨੇ ਦੋਨੋਂ ਚੀਜ਼ਾਂ। ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਦੀ ਅਸੀਂ ਮੁੱਖ ਤੌਰ ਤੇ ਕਈ ਵਾਰ ਯੂ ਹੀ ਯੂਜ਼ ਕਰਦੇ ਹਾਂ ਇਹਦੇ ਐਕਸਪ੍ਰੈਸ਼ਨ ਲਈ, ਜਿਵੇਂ ਤੁਸੀਂ ਪਹਿਲਾਂ ਪੋਟੈਂਸ਼ੀਅਲ એનર્ਜੀ ਲਈ ਯੂ ਯੂਜ਼ ਕਰਦੇ ਰਹੇ ਹੋ ਕਿ ਗ੍ਰੈਵਿਟੇਸ਼ਨ ਚ ਵੀ। ਇਲੈਕਟ੍ਰਿਕ ਪੋਟੈਂਸ਼ੀਅਲ ਲਈ ਵੀ ਯੂਜ਼ ਕਰਦੇ ਹਾਂ ਅਸੀਂ, ਵਰਡ ਅਲਫਾਬੈਟ ਕੈਪੀਟਲ ਵੀ ਯੂਜ਼ ਕਰਦੇ ਹਾਂ। ਹੁਣ ਆ ਕੀ ਚੀਜ਼ਾਂ ਨੇ, ਕਿਵੇਂ ਹੁੰਦੀਆਂ ਨੇ, ਕਿਵੇਂ ਨਹੀਂ ਹੁੰਦੀਆਂ, ਇਹਨਾਂ ਗੱਲਾਂ ਬਾਰੇ ਆਪਾਂ ਗੱਲ ਕਰਾਂਗੇ। ਇਸ ਤੋਂ ਪਹਿਲਾਂ ਜੋ ਤੁਸੀਂ ਪੜ੍ਹ ਚੁੱਕੇ ਹੋ, ਤੁਸੀਂ ਜੋ ਮੈਂ ਉਹਦਾ ਇੱਕ ਓਵਰਵਿਊ ਦੇ ਦੇਣਾ ਤੁਹਾਨੂੰ, ਕਿ ਰਿਵਿਊ ਕਰ ਲੈਣਾ ਵੀ ਪਹਿਲਾਂ ਆਪਾਂ ਜੋ ਪੜ੍ਹਿਆ ਹੁਣ ਤੱਕ, ਠੀਕ ਹੈ, ਉਹਦਾ ਓਵਰਵਿਊ ਕਰ ਲੈਂਦੇ ਆਪਾਂ। ਉਹਦਾ ਓਵਰਵਿਊ ਕੀ ਹੈ ਕਿ ਆਪਾਂ ਹੁਣ ਤੱਕ ਦੋ ਕੁਆਂਟੀਟੀਜ਼ ਬਾਰੇ ਪੜ੍ਹਿਆ ਹੈ। ਆਪਾਂ ਇੱਕ ਤਾਂ ਪੜ੍ਹਿਆ ਹੈ ਇਲੈਕਟ੍ਰੋਸਟੈਟਿਕ ਫੋਰਸ ਦੇ ਬਾਰੇ, ਹਨਾ, ਕੂਲਮਸ ਲਾਅ ਦੇ ਨਾਲ ਕੀਤਾ। ਫਿਰ ਜਦੋਂ ਡਿਸਟ੍ਰੀਬਿਊਸ਼ਨ ਯੂਨੀਫਾਰਮ ਨਹੀਂ ਸੀ, ਕੰਟੀਨਿਊਸ ਸੀ, ਤਾਂ ਆਪਾਂ ਇੱਕ ਪਾਰਟਿਕੂਲਰ ਚੂਜ਼ ਕਰਕੇ, ਹੈ ਨਾ, ਐਲੀਮੈਂਟ, ਫਿਰ ਆਪਾਂ ਉਹਨੂੰ ਸਾਰੇ ਇੰਟੀਗ੍ਰੇਟ ਕਰਕੇ ਇਲੈਕਟ੍ਰਿਕ ਫੀਲਡ ਦੇ ਐਕਸਪ੍ਰੈਸ਼ਨਸ ਵਗੈਰਾ ਯੂਜ਼ ਕੀਤੇ ਤੇ ਉਹ ਸਭ ਸੋਲਵ ਕੀਤੇ ਆਪਾਂ, ਠੀਕ ਹੈ। ਤੇ ਆਪਾਂ ਸਿੰਪਲ ਉਹਦੇ ਤੇ ਆਨੇ ਵਾਪਸ, ਕਿ ਆਪਾਂ ਸਿੰਪਲੀ ਇਹ ਪੜ੍ਹਿਆ ਓਵਰਵਿਊ ਕਿ ਅਸੀਂ ਕਿ ਇੱਕ ਚਾਰਜ ਹੈਗਾ Q1, ਇੱਕ ਚਾਰਜ ਹੈਗਾ Q2, ਤੇ ਜੇ ਦੋਨੋਂ ਪੋਜ਼ਿਟਿਵ ਨੇ ਤਾਂ ਆਪਾਂ ਦੇਖਿਆ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਲੱਗਦਾ ਹੈ, ਫੋਰਸ ਲੱਗਦਾ ਆ, ਇਲੈਕਟ੍ਰੋਸਟੈਟਿਕ ਫੋਰਸ ਲੱਗਦਾ ਹੈ। ਤੇ ਇਹਨੂੰ ਇੱਧਰ ਨੂੰ ਲੱਗਦਾ ਆ ਫੋਰਸ, ਇਹਨੂੰ F21 ਕਹਿ ਦਿਓ, ਇਹਨੂੰ F12 ਕਹਿ ਦਿਓ, ਇਹਨੂੰ ਇੱਧਰ ਨੂੰ ਲੱਗਦਾ ਹੈ। ਤੇ ਇਸੇ ਚੀਜ਼ ਨੂੰ ਆਪਾਂ ਇਨ ਟਰਮਸ ਆਫ ਪੋਜੀਸ਼ਨ ਵੈਕਟਰਸ ਵੀ ਕਿਹਾ ਹੈ ਨਾ। ਉਹ ਸਾਰੀ ਗੱਲਾਂ ਕਰ ਚੁੱਕੇ, ਮੈਂ ਉਹਦੇ ਡਿਟੇਲ 'ਚ ਨਹੀਂ ਜਾ ਰਿਹਾ। ਮੈਂ ਕਹਿ ਰਿਹਾ ਕਿ ਬਸ ਸਿੰਪਲੀ ਆਪਾਂ ਇਸ ਨੂੰ ਪੜ੍ਹਿਆ ਤੇ ਇਹ ਇਲੈਕਟ੍ਰੋਸਟੈਟਿਕ ਫੋਰਸ ਹੁੰਦਾ ਸੀ। ਇਲੈਕਟ੍ਰੋਸਟੈਟਿਕ ਫੋਰਸ ਨੂੰ ਆਪਾਂ ਕਿਵੇਂ ਲਿਖਿਆ, ਇਹਨੂੰ F ਕਹਿ ਦਿੰਦੇ ਆਪਾਂ, ਠੀਕ ਹੈ, ਇਹਨੂੰ F21 ਕਹਿ ਦਿੰਦੇ ਆ, ਇਹਨੂੰ F12 ਕਹਿ ਦਿੰਦੇ ਆ। ਇਸ ਤੋਂ ਬਾਅਦ ਜਦੋਂ ਆਪਾਂ ਇਲੈਕਟ੍ਰੋਸਟੈਟਿਕ ਫੋਰਸ ਬਾਰੇ ਪੜ੍ਹਿਆ, ਹਨਾ, ਇਲੈਕਟ੍ਰੋਸਟੈਟਿਕ ਫੋਰਸ ਬਾਰੇ ਪੜ੍ਹ ਲਿਆ ਫੋਰਸ, ਤੇ ਆਪਾਂ ਹੁਣ ਗੱਲ ਕਰਨ ਲੱਗੇ ਇਲੈਕਟ੍ਰਿਕ ਫੀਲਡ ਦੇ ਬਾਰੇ, ਹਨਾ। ਫਿਰ ਆਪਾਂ ਇਸ ਗੱਲ ਨੂੰ ਕਰਨ ਤੋਂ ਬਾਅਦ ਇਲੈਕਟ੍ਰਿਕ ਫੀਲਡ ਇੰਟਰੋਡਿਊਸ ਕੀਤਾ। ਦੇਖੋ ਇਲੈਕਟ੍ਰਿਕ ਫੀਲਡ ਆਪਾਂ ਇੰਟਰੋਡਿਊਸ ਕੀਤਾ ਵੀ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ ਨਾ, ਇਹ ਕਿਸੇ ਵੀ ਪੁਆਇੰਟ ਚਾਰਜ ਦੇ ਕਰਕੇ ਕਿਸੇ ਵੀ ਪੁਆਇੰਟ ਤੇ ਪਤਾ ਕੀਤਾ ਜਾਂਦਾ। ਉਸ ਪੁਆਇੰਟ ਦੀ ਪ੍ਰੋਪਰਟੀ ਇਹ ਕਿ ਇਸ ਪੁਆਇੰਟ ਦੇ ਉੱਪਰ ਕਿੰਨਾ ਇਲੈਕਟ੍ਰਿਕ ਫੀਲਡ ਹੈ। ਤੇ ਆਪਾਂ ਉਸ ਨੂੰ ਕਿਵੇਂ ਡਿਫਾਈਨ ਕੀਤਾ, ਮੈਂ ਕਿਹਾ ਕਿ ਦੇਖੋ ਆਪਾਂ ਇਹ ਕਰਦੇ ਹਾਂ, ਆਪਾਂ ਇੱਥੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖਾਂਗੇ ਤੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਰੱਖ ਕੇ ਉਹਨੂੰ ਜਿੰਨਾ ਫੋਰਸ ਲੱਗੇਗਾ ਇਸ ਜਗ੍ਹਾ ਤੇ ਜਿਸ ਡਾਇਰੈਕਸ਼ਨ 'ਚ ਲੱਗੇਗਾ ਉਹੀ ਉਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿਹਾ ਜਾਏਗਾ। ਤੇ ਇਲੈਕਟ੍ਰਿਕ ਫੀਲਡ ਨੂੰ ਤੁਸੀਂ ਡਿਫਾਈਨ ਹੀ ਹੈ ਕੀਤਾ ਸੀ, ਹੈ ਨਾ, ਕਿ ਇਟ ਇਜ਼ ਦਾ ਇਲੈਕਟ੍ਰੋਸਟੈਟਿਕ ਫੋਰਸ ਐਕਸਪੀਰੀਐਂਸਡ ਬਾय द ਚਾਰਜ, ਹੈ ਨਾ, by the unit positive test charge placed at that point। ਤੇ ਮੈਂ ਕਿਹਾ ਤੁਸੀਂ ਯੂਨਿਟ ਪੋਜ਼ਿਟਿਵ ਚਾਰਜ ਇੱਥੇ ਰੱਖੋਗੇ ਤਾਂ ਉਹਨੂੰ ਫੋਰਸ ਲੱਗਦਾ, ਦੇਖ ਲਿਓ। ਫਿਰ ਆਪਾਂ ਕਿਹਾ ਵੀ ਨਹੀਂ, ਐ ਕਰੋ, ਯੂਨਿਟ ਪੋਜ਼ਿਟਿਵ ਕਿੱਥੇ ਆਪਾਂ ਲੱਭਦੇ ਫਿਰਾਂਗੇ, ਤੁਸੀਂ ਐ ਕਰੋ ਕੋਈ ਛੋਟਾ ਜਿਹਾ ਟੈਸਟ ਚਾਰਜ ਲੈ ਲਓ ਜਿਹੜਾ ਯੂਨਿਟ ਨਾ ਵੀ ਹੋਵੇ, ਛੋਟਾ ਜਿਹਾ Q0 ਹੋਵੇ ਬਸ ਪੋਜ਼ਿਟਿਵ, ਤੁਸੀਂ Q0 ਨੂੰ ਇੱਥੇ ਰੱਖ ਦਿਓ ਤੇ Q0 ਤੇ ਲੱਗਣ ਵਾਲਾ ਫੋਰਸ ਦੇਖ ਲਓ ਕਿੰਨਾ ਆ। ਤੇ ਉਹ ਜਿਹੜਾ ਫੋਰਸ Q0 ਤੇ ਲੱਗ ਰਿਹਾ, ਉਸ ਫੋਰਸ ਨੂੰ ਤੁਸੀਂ Q0 ਨਾਲ ਡਿਵਾਈਡ ਕਰ ਦਿਓ ਤਾਂ E ਆ ਜਾਏਗਾ ਨਾ, ਕਿਉਂਕਿ ਆਪਾਂ ਇਹਨੂੰ ਐ ਕੀਤਾ ਯੂਨਿਟਰੀ ਮੈਥਡ ਵੀ Q0 ਚਾਰਜ ਤੇ ਫੋਰਸ ਲੱਗ ਰਿਹਾ ਆ ਇੰਨਾ, ਤਾਂ ਯੂਨਿਟ ਪੋਜ਼ਿਟਿਵ ਚਾਰਜ ਤੇ ਫੋਰਸ ਕਿੰਨਾ ਲੱਗੇਗਾ, this divided by this। ਤੇ ਇਸ ਨੂੰ ਆਪਾਂ ਇਲੈਕਟ੍ਰਿਕ ਫੀਲਡ ਦੀ ਤਰ੍ਹਾਂ ਡਿਫਾਈਨ ਕੀਤਾ। ਇਹ ਗੱਲ ਸਮਝ ਲੱਗੀ ਹੈ ਸਾਰਿਆਂ ਨੂੰ, ਪਤਾ ਹੈ ਨਾ ਇਹ ਗੱਲ? ਯੈਸ ਸਰ। ਯੈਸ ਤੇ ਉਹ ਇਲੈਕਟ੍ਰਿਕ ਫੀਲਡ ਇਸ ਪੁਆਇੰਟ ਦੇ ਉੱਪਰ ਹੁੰਦਾ ਆ, ਇਸ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਹੁੰਦਾ ਆ। ਤੇ ਜੇ ਇਸ ਚਾਰਜ ਨੂੰ ਇੱਥੋਂ ਮੈਂ ਗਾਇਬ ਕਰ ਦਵਾਂ, ਹਟਾ ਦਵਾਂ, ਤਾਂ ਇਲੈਕਟ੍ਰਿਕ ਫੀਲਡ ਕਿੰਨਾ ਰਹਿ ਜਾਏਗਾ ਉੱਥੇ, ਦੱਸੋ, ਬੋਲੋ ਬਈ। ਫਿਰ ਉਹੀ ਗੱਲ ਕਰਦੇ ਹੋ ਤੁਸੀਂ, ਮਤਲਬ ਮੈਂ ਪੁੱਛੀ ਜਾਂਦਾ, ਸਾਰੇ ਸੋਚਦੇ ਉਹ ਬੋਲੂਗਾ ਉਹ ਬੋਲੂਗਾ। ਉਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਰੇ ਨੇ ਬੋਲੋਗੇ, ਸਾਰੇ ਆਪਣਾ ਮਾਈਕ ਔਨ ਕਰ ਲਿਆ ਕਰੋ, ਚਾਹੇ ਕੋਈ ਏਡੀ ਗੱਲ ਨਹੀਂ ਆ। ਪਰ ਰਿਸਪੌਂਸ ਨਾ ਆਇਆ ਤਾਂ ਫਿਰ ਮੈਨੂੰ ਮਤਲਬ ਵੱਟ ਚੜਦਾ ਕਿ ਮੈਂ ਮਤਲਬ ਕੰਧਾਂ ਨਾਲ ਗੱਲ ਕਰ ਰਿਹਾ ਹਾਂ। ਹੁਣ ਵੀ ਸਾਰੇ ਮਿਊਟ ਆ, ਸਮਝ ਲੱਗ ਰਹੀ ਗੱਲ ਮੇਰੀ ਕਿ ਨਹੀਂ ਲੱਗ ਰਹੀ ਕਿਸੇ ਨੂੰ? ਲੱਗ ਰਹੀ ਹੈ Yes, ਸਰ, ਲੱਗ ਰਹੀ ਹੈ।
फिर बोल मेरे सामने, मैं तुहानू दसा, मैं क्लासां थोड़ियां मैं ऑफ कर देनियां, इत्थों ही बंद कर देनियां सारियां क्लासां। मैं इन्फॉर्म कर देना वा इत्थे भी सारिਆਂ ਨੂੰ कि भी मैं क्लास नहीं लै सकदा इन्हां दी, भी ਜਦੋਂ ਕੋਈ ਤੁਸੀਂ ਐਵੇਂ ਬੈਠਣਾ ਹੀ ਆ ਮਤਲਬ ਵਿਹਲੇ ਹੋ ਕੇ, ਤਾਂ ਫਿਰ ਫਾਇਦਾ ਕੀ ਆ। मैं कोई गाने थोड़ी सुना रहा ਤੁਹਾਨੂੰ, ਤੁਹਾਡੇ ਨਾਲ ਗੱਲ ਕਰ ਰਿਹਾ। मैं कह रहा कि एक गल ਇੱਥੇ ਜੇ क्यू हटा लिया जाए तो ਇੱਥੇ कितना इलैक्ट्रिक फील्ड होएगा। ਸਾਰਿਆਂ ਨੂੰ ਬੋਲਣਾ ਚਾਹੀਦਾ कि सर ਇੱਥੇ ਇੰਨਾ ਹੋਏਗਾ ਜਾਂ ਇੰਨਾ नहीं होएगा। ਤੁਹਾਡੀ ਸਾਰਿਆਂ ਦੀ ਕੱਲੇ ਕੱਲੇ ਦੀ ਰਿਸਪੌਂਸਿਬਿਲਿਟੀ ਆ ਬੋਲਣਾ, ਇਹ ਮੇਰੀ ਕੱਲੇ ਦੀ ਨਹੀਂ ਹੈਗੀ कि 2-4 ਬੱਚੇ ਜਿਹੜੇ ਬੋਲਦੇ ਆ ਵੀ ਉਹ ਬੋਲ ਲੈਣਗੇ, ਵੀ ਚਲੋ ਮੈਂ ਚੁੱਪ ਰਹਿਣਾ ਵਾ, ਇਹਨਾਂ ਨੂੰ ਬੋਲ ਲੈਣ ਦਿਓ। ਤੇ ਮੈਂ ਨੋਟ ਕਰ ਰਿਹਾ ਵੀ ਕੌਣ ਬੋਲਦਾ ਕੌਣ ਨਹੀਂ ਬੋਲਦਾ ਇੱਥੇ। ਮੈਂ ਇਹ ਕਹਿ ਰਿਹਾ ਸੀ ਕਿ ਆ Q4 ਨੂੰ ਜੇ ਮੈਂ ਇੱਥੋਂ ਹਟਾ ਦਵਾਂ ਤਾਂ ਇੱਥੇ ਇਲੈਕਟ੍ਰਿਕ ਫੀਲਡ ਕਿੰਨਾ ਰਹਿ ਜਾਏਗਾ ਫਿਰ? 0 ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇਸ ਸੋਰਸ ਚਾਰਜ ਦੇ ਕਰਕੇ ਸੀਗਾ। ਜੇ ਸੋਰਸ ਚਾਰਜ ਨੂੰ ਹਟਾ ਲਿਆ ਜਾਵੇ ਤਾਂ ਇੱਥੇ ਇਲੈਕਟ੍ਰਿਕ ਫੀਲਡ ਦਾ ਕੋਈ ਮਤਲਬ ਨਹੀਂ ਬਣਦਾ। ਕਿਸੇ ਨਾ ਕਿਸੇ ਸੋਰਸ ਚਾਰਜ ਦੇ ਕਰਕੇ, ਸੋਰਸ ਚਾਰਜ ਪੁਆਇੰਟ ਵੀ ਹੋ ਸਕਦਾ, ਇਹਦੀ ਜਗ੍ਹਾ ਤੇ ਕੋਈ ਸ਼ੀਟ ਵੀ ਹੋ ਸਕਦੀ ਆ, ਇਹਦੀ ਜਗ੍ਹਾ ਤੇ ਕੋਈ ਲਾਈਨ ਚਾਰਜ ਵੀ ਹੋ ਸਕਦਾ ਹੈ, ਕੁਝ ਵੀ ਹੋ, ਜਿਹਦੇ ਕਰਕੇ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੋ ਸਕਦਾ ਹੈ। ਤੇ ਇਲੈਕਟ੍ਰਿਕ ਫੀਲਡ ਨੂੰ ਕੈਲਕੂਲੇਟ ਕਰਨ ਲਈ ਅਸੀਂ ਆ ਯੂਜ਼ ਕਰਦੇ ਹਾਂ। ਤੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹੜੀ ਆਈ ਸੀ ਆਪਣੀ, ਉਹ ਕਿੰਨੀ ਆਈ ਸੀ? ਉਹ ਆਈ ਸੀ K ਸੋਰਸ ਚਾਰਜ ਬਟਾ R ਦਾ ਸਕੁਅਰ। ਇਹ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਆਇਆ ਸੀ ਆਪਣਾ ਇਸ ਜਗ੍ਹਾ ਤੇ ਉੱਪਰ। ਫਿਰ ਆਪਾਂ ਇਸ ਚੀਜ਼ ਨੂੰ ਰਿਲੇਟ ਕੀਤਾ ਸੀ ਉੱਪਰਲੇ ਜਿਹੜਾ ਮੈਂ ਇਲੈਕਟ੍ਰੋਸਟੈਟਿਕ ਫੋਰਸ ਨਾਲ ਕਿਵੇਂ ਰਿਲੇਟ ਕੀਤਾ ਸੀ, ਮੈਂ ਕਰਦਾ ਵਾਂ ਹੁਣੇ। ਇਹ ਰਿਲੇਟ ਤਾਂ ਹੀ ਕਰ ਰਿਹਾ ਕਿ ਤੁਹਾਨੂੰ ਅਗਲੀ ਗੱਲ ਜਿਹੜੀ ਚੱਜ ਨਾਲ ਸਮਝ ਆਵੇ ਕਿਵੇਂ ਆਪਾਂ ਕੰਮ ਕੀਤਾ ਹੈ ਹੁਣ ਤੱਕ। ਹੁਣ ਇਸ ਗੱਲ ਨੂੰ ਧਿਆਨ ਨਾਲ ਦੇਖੋ। ਹੁਣ ਇਸੇ ਫੋਰਸ ਨੂੰ ਆਪਾਂ ਅਲੱਗ ਤਰ੍ਹਾਂ ਲਿਖਣ ਜਾ ਰਹੇ ਹਾਂ। ਸੋਚੋ, ਮੈਂ ਇਹ ਕਹਿ ਰਿਹਾ ਕਿ ਜੇ ਮੈਂ ਇਕੱਲੇ Q1 ਚਾਰਜ ਦੀ ਗੱਲ ਕਰਾਂ, ਇਹਨਾਂ ਵਿੱਚ ਡਿਸਟੈਂਸ ਹੈਗਾ ਮੰਨ ਲਓ R, ਤੇ ਤੁਸੀਂ ਇਸ ਇਹ ਜਿਹੜਾ F12 ਤੇ F21 ਹੈਗਾ, ਇਹਨਾਂ ਦੇ ਫੋਰਸ ਦਾ ਮੈਗਨੀਟਿਊਡ ਲਿਖ ਸਕਦੇ ਹੋ ਕਿ ਨਹੀਂ? Yes sir. Yes sir. K Q1 Q2 by R. ਆਈ ਆਏਗਾ ਨਾ। तो डायरेक्शन ਦੇ ਆਪਾਂ ਭੁਲੇਖੇ ਚ ਨਹੀਂ ਪੈਂਦੇ। डायरेक्शन ਬਾਰੇ ਆਪਾਂ ਚੰਗੀ ਤਰ੍ਹਾਂ ਬਹੁਤ ਕੰਮ ਕੀਤਾ ਹੈ, ਤੁਹਾਨੂੰ ਪਤਾ ਹੈ। ਮੈਂ ਇਹ ਸਮਝ ਕੇ ਚੱਲ ਰਿਹਾ, ਮੈਂ ਇਕੱਲੇ ਮੈਗਨੀਟਿਊਡ ਨੂੰ ਹਲੇ ਫਿੱਟ ਕਰਨਾ ਚਾਹੁੰਦਾ ਹਾਂ। ਆ Q1 ਚਾਰਜ ਦੇ ਕਰਕੇ ਆ ਪੁਆਇੰਟ ਤੇ ਜੇ ਮੈਂ ਕਹਾਂ ਇਹ R ਡਿਸਟੈਂਸ ਤੇ ਹੀ ਮੈਂ Q1 Q2 ਹਟਾ ਲਿਆ, ਹਲੇ ਇਸ ਚਾਰਜ ਦੇ ਕਰਕੇ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਕਿੰਨਾ ਹੋਏਗਾ? ਇਸ ਜਗ੍ਹਾ ਤੇ ਆਪਾਂ ਉਹ ਲਿਖ ਦਈਏ। ਇਲੈਕਟ੍ਰਿਕ ਫੀਲਡ ਕਿੰਨਾ ਹੋਏਗਾ? ਹੁਣ ਸਾਨੂੰ ਪਤਾ ਹੈ ਕਿ ਬੇਸਿਕਲੀ ਇਲੈਕਟ੍ਰਿਕ ਫੀਲਡ ਹੁੰਦਾ ਦਾ ਫੋਰਸ ਐਕਸਪੀਰੀਅੰਸਡ ਬਾਈ ਯੂਨਿਟ ਚਾਰਜ, ਹੈ ਨਾ, ਯੂਨਿਟ ਪੋਜ਼ਿਟਿਵ ਚਾਰਜ। ਇਹਦਾ ਮਤਲਬ ਯੂਨਿਟ ਪੋਜ਼ਿਟਿਵ ਚਾਰਜ ਨੂੰ ਜੇ ਇੱਥੇ ਰੱਖਿਆ ਜਾਵੇ, ਇੱਥੇ, ਤਾਂ ਉਹਨੂੰ ਜੋ ਫੋਰਸ ਲੱਗੇਗਾ ਉਹ ਇੰਨਾ ਹੋਏਗਾ। ਆਹੀ ਹੈ ਨਾ ਇਹਦਾ ਮਤਲਬ? Yes. ਯੂਨਿਟ ਪੋਜ਼ਿਟਿਵ ਚਾਰਜ ਨੂੰ ਇੰਨਾ ਲੱਗੇਗਾ, ਤਾਂ ਜੇ ਮੈਂ ਇਹਦੀ ਜਗ੍ਹਾ ਤੇ Q2 ਰੱਖ ਦਵਾਂਗਾ, ਲਿਆ ਹੁਣ Q2 ਰੱਖਣਾ ਇੱਥੇ ਜਾ ਕੇ, Q2 ਰੱਖਾਂਗਾ ਤਾਂ ਉਹਨੂੰ ਕਿੰਨਾ ਫੋਰਸ ਲੱਗੇਗਾ? Q2 into E। ਸੋ ਜਦੋਂ ਤੁਸੀਂ ਇੱਥੇ ਟੋਟਲ ਫੋਰਸ ਪਤਾ ਕਰਨਾ ਚਾਹੋਗੇ ਇੱਥੇ ਦੇ ਉੱਪਰ, ਜੇ ਤੁਸੀਂ Q2 ਨੂੰ ਇੱਥੇ ਰੱਖੋਗੇ ਤਾਂ ਬੇਸਿਕਲੀ ਹੋਏਗਾ Q2 into E। ਤੇ ਜਦੋਂ ਤੁਸੀਂ Q2 into E ਕਰੋਗੇ ਤਾਂ Q2 into E ਦੀ ਵੈਲਿਊ ਕਿੰਨੀ ਹੈਗੀ? K Q1 ਬਟਾ R ਸਕੁਅਰ। ਤਾਂ ਫਿਰ ਮੁੜ ਕੇ ਉਹੀ ਬਣ ਗਿਆ ਕਿ ਨਹੀਂ? ਦੇਖੋ ਉੱਪਰਲਾ। Yes sir. ਜੇ ਤੁਸੀਂ Q2 ਦੇ ਕਰਕੇ ਇੱਧਰ ਇਲੈਕਟ੍ਰਿਕ ਫੀਲਡ ਦੇਖੋਗੇ, ਇੱਥੇ ਇਲੈਕਟ੍ਰਿਕ ਫੀਲਡ ਆਏਗਾ K Q2 ਬਟਾ R ਸਕੁਅਰ, ਤੇ ਉਹਦੇ ਨਾਲ ਗੁਣਾ ਕਰਾਂਗਾ ਮੈਂ Q1 ਨੂੰ, ਤਾਂ ਵੀ ਤਾਂ ਫੋਰਸ ਉਹੀ ਬਣੇਗਾ ਨਾ। ਦੇਖੋ Q1। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੁਣ ਧਿਆਨ ਨਾਲ ਸਮਝੋ, ਇਹ ਜਿਹੜੀ ਗੱਲ ਮੈਂ ਹੁਣੀ ਤੁਹਾਨੂੰ ਸਮਝਾਈ, ਮਤਲਬ ਬੇਸਿਕਲੀ ਇਹ ਹੈ ਕਿ Q1 ਚਾਰਜ ਹੈ ਨਾ, Q1 ਚਾਰਜ ਤੇ ਫੋਰਸ ਇਸ ਕਰਕੇ ਲੱਗ ਰਿਹਾ ਆ ਕਿਉਂਕਿ Q1 ਚਾਰਜ Q2 ਚਾਰਜ ਦੇ ਫੀਲਡ ਦੇ ਵਿੱਚ ਪਿਆ ਹੋਇਆ ਵਾ। ਜੇ Q1 ਚਾਰਜ ਨੂੰ ਮੈਂ ਇੰਨੀ ਦੂਰ ਲੈ ਜਾਵਾਂ ਕਿ Q2 ਦਾ ਫੀਲਡ ਉੱਥੇ ਪਹੁੰਚੇ ਹੀ ਨਾ, ਜਾਂ ਉੱਥੇ ਉਹਦਾ ਅਸਰ ਖਤਮ ਹੀ ਹੋ ਜਾਵੇ, ਤਾਂ ਉੱਤੇ ਫੋਰਸ 0 ਹੋਏਗਾ। ਤੇ Q2 ਚਾਰਜ ਦੇ ਉੱਪਰ ਫੋਰਸ ਤਾਂ ਕਰਕੇ ਲੱਗ ਰਿਹਾ ਕਿਉਂਕਿ Q2 ਚਾਰਜ Q1 ਚਾਰਜ ਦੇ ਫੀਲਡ ਦੇ ਵਿੱਚ ਪਿਆ ਹੋਇਆ ਵਾ। ਸੋ ਜਦੋਂ ਮੈਂ Q2 ਤੇ ਫੋਰਸ ਪਤਾ ਕਰਨਾ ਹੈ ਤਾਂ ਮੈਂ Q1 ਦੇ ਕਰਕੇ ਇਸ ਪੁਆਇੰਟ ਤੇ ਫੀਲਡ ਪਤਾ ਕਰਦਾ ਹਾਂ, ਇਲੈਕਟ੍ਰਿਕ ਫੀਲਡ, ਉਹਨੂੰ Q2 ਨਾਲ ਗੁਣਾ ਕਰ ਦਿੰਦਾ ਹੈ ਤਾਂ ਫੋਰਸ ਮਿਲ ਜਾਂਦਾ ਹੈ। ਜੇ ਮੈਂ Q1 ਤੇ ਫੋਰਸ ਪਤਾ ਕਰਨਾ ਹੈ ਤਾਂ ਮੈਂ Q2 ਦੇ ਕਰਕੇ Q1 ਦੀ ਜਗ੍ਹਾ ਤੇ ਫੀਲਡ ਪਤਾ ਕਰਕੇ ਉਹਨੂੰ Q1 ਨਾਲ ਗੁਣਾ ਕਰਨਾ ਤਾਂ ਇੱਧਰਲਾ ਫੋਰਸ ਮਿਲ ਜਾਂਦਾ ਹੈ। ਆਹ ਜਿਹੜੀ ਗੱਲ ਮੇਰੀ ਹੈ, ਇਸ ਐਂਗਲ ਤੋਂ ਜੇ ਆਪਾਂ ਦੇਖੀਏ, ਸਮਝੀਏ ਕੂਲਮ ਫੋਰਸ ਨੂੰ, ਤਾਂ ਆ ਗੱਲ ਸਮਝ ਨਹੀਂ ਲੱਗੀ ਤਾਂ ਹੁਣੇ ਪੁੱਛੋ, ਮੈਂ ਦੁਬਾਰਾ ਦੱਸ ਦਿੰਦਾ ਸਾਰਿਆਂ ਨੂੰ, ਕਿਸੇ ਨੂੰ ਵੀ ਇਹ ਗੱਲ ਨਹੀਂ ਸਮਝ ਲੱਗੀ ਹੋਵੇਗੀ।
ठीक है जशनजोत? हाँ जी सर। ठीक है, ਹੁਣ ਇਹਨੂੰ ਐਂ ਹੀ ਦੇਖਣਾ ਆਪਾਂ, ਇਸ ਸਿਸਟਮ ਨੂੰ ਐਂ ਦੇਖਣਾ। ਹੁਣ ਗੱਲ ਫੋਰਸ ਦੀ ਤੇ ਇਲੈਕਟ੍ਰਿਕ ਫੀਲਡ ਦੀ ਹੋ ਗਈ ਖਤਮ, ਤੇ ਫੋਰਸ ਤੇ ਇਲੈਕਟ੍ਰਿਕ ਫੀਲਡ ਦੀ ਜਨਰਲ ਰਿਲੇਸ਼ਨ, ਇਨ ਜਨਰਲ ਜਿਹੜਾ ਆਪਾਂ ਰਿਲੇਸ਼ਨ ਲਿਖਿਆ ਸੀ ਕਿ ਜੇ ਫੋਰਸ ਹੈ ਕਿਸੇ ਵੀ ਚਾਰਜ ਤੇ ਪਤਾ ਕਰਨਾ ਆ ਤਾਂ ਉਹ Q into E ਹੁੰਦਾ ਹੈ। ਇਸ ਚੀਜ਼ ਨੂੰ ਆਪਾਂ 36 ਵਾਰੀ ਯੂਜ਼ ਕੀਤਾ ਜਦੋਂ ਆਪਾਂ ਡਾਈਪੋਲ ਦੇ ਵਿੱਚ ਟਾਰਕ ਵਗੈਰਾ ਕੈਲਕੂਲੇਟ ਕਰ ਰਹੇ ਸੀ। ਕਹਿਣ ਦਾ ਭਾਵ ਇਹ ਆ ਮੈਨੂੰ ਸੋਰਸ ਚਾਰਜ, ਇੱਥੇ ਸੋਰਸ ਚਾਰਜ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਪਤਾ ਨਹੀਂ ਹੈਗਾ ਕਿੱਥੇ ਆ, ਕਿੱਥੇ ਪਿਆ, ਕਿਵੇਂ ਦਾ ਪਿਆ। ਬਸ ਮੈਨੂੰ ਕਿਸੇ ਬੱਚੇ ਨੇ ਇਹ ਕਹਿਤਾ ਕਿ ਸਰ ਇਸ ਜਗ੍ਹਾ ਤੇ ਇਸ ਦਿਸ਼ਾ ਦੇ ਵਿੱਚ ਇਲੈਕਟ੍ਰਿਕ ਫੀਲਡ ਹੈਗਾ ਆ ਤੇ ਉਹ ਹੈਗਾ 2 ਨਿਊਟਨ ਪਰ ਕੂਲਮ। ਮੈਨੂੰ ਇਸ ਪੁਆਇੰਟ ਦੇ ਉੱਪਰ ਆਹ ਜਿਹੜਾ ਪੁਆਇੰਟ ਹੈ ਇਲੈਕਟ੍ਰਿਕ ਫੀਲਡ ਦੀ ਵੈਲਿਊ ਇੰਨੀ ਪਤਾ ਲੱਗੀ ਹੈ। ਇਹ ਇਲੈਕਟ੍ਰਿਕ ਫੀਲਡ ਕਿਸੇ ਨਾ ਕਿਸੇ ਸੋਰਸ ਜਾਂ ਬਹੁਤ ਸਾਰੇ ਪੁਆਇੰਟ ਚਾਰजेस ਕਰਕੇ ਜਾਂ ਕਿਸੇ ਹੋ ਸਕਦਾ ਇੱਥੇ ਕੋਈ ਇਸ ਤਰ੍ਹਾਂ ਦੀ ਉਹ ਹੋਵੇ, ਕਹਿੰਦੇ ਆ ਸੈਮੀ ਸਰਕੂਲਰ ਆਰਕ ਜੀ, ਹਨਾ, ਵਾਇਰ ਜੀ, ਉਹਦੇ ਕਰਕੇ ਜਾਂ ਕਿਸੇ ਵੀ ਚੀਜ਼ ਦੇ ਕਰਕੇ, ਜਾਂ ਇੱਥੇ ਲਾਈਨ ਚਾਰਜ ਹੋਵੇ ਕੋਈ, ਹਨਾ, ਉਹਦੇ ਕਰਕੇ। ਮੈਨੂੰ ਨਹੀਂ ਪਤਾ ਇਹ ਫੀਲਡ ਕਿਹਦੇ ਕਰਕੇ ਹੈ, ਨਾ ਮੈਂ ਇਸ ਗੱਲ 'ਚ ਇੰਟਰਸਟਿਡ ਹਾਂ ਕਿ ਇਹ ਕਿਹਦੇ ਕਰਕੇ ਹੈ। ਮੈਨੂੰ ਬਸ ਕਿਸੇ ਨੇ ਦੱਸਤਾ ਵੀ ਇੱਥੇ ਇੰਨਾ ਹੈ, ਮੈਂ ਕਿਹਾ ਜੀ ਠੀਕ ਆ। ਉਹ ਕਹਿ ਰਿਹਾ ਕਿ ਜੇ ਮੈਂ 4 ਕੂਲਮ ਚਾਰਜ ਨੂੰ ਲਿਆਵਾਂ ਤੇ ਲਿਆ ਕੇ ਇੱਥੇ ਰੱਖਾਂ ਇਸ ਜਗ੍ਹਾ ਤੇ ਉੱਪਰ, ਤਾਂ ਇਸ 4 ਕੂਲਮ ਚਾਰਜ ਨੂੰ ਫੋਰਸ ਮਹਿਸੂਸ ਹੋਏਗਾ। ਇਹਨੂੰ ਕਿੰਨਾ ਫੋਰਸ ਮਹਿਸੂਸ ਹੋਏਗਾ ਤੇ ਕਿਹੜੀ ਦਿਸ਼ਾ 'ਚ ਦੱਸੋ ਮੈਨੂੰ? 8 ਹੋਏਗਾ ਤੇ ਉਹ ਇਸ ਦਿਸ਼ਾ ਵਿੱਚ ਹੀ ਹੋਏਗਾ ਨਾ, 8 ਨਿਊਟਨ ਫੋਰਸ। ਤੇ ਇਹ ਕਿਵੇਂ ਆਇਆ? Q into E ਕਰਦਾ। ਇਹ ਗੱਲ ਕਲੀਅਰ ਹੋ ਗਈ? Yes sir. Yes sir. ਜੇ ਮੈਂ ਇਸ ਜਗ੍ਹਾ ਤੇ -2 ਕੂਲਮ ਚਾਰਜ ਰੱਖਾਂ ਲਿਆ ਕੇ ਇੱਥੇ, ਤਾਂ 4 Newton but उल्टी डायरेक्शन उल्टी हो जाएगी। ਡਾਇਰੈਕਸ਼ਨ 'ਚ 4 ਨਿਊਟਨ ਲੱਗੇਗਾ। ਆ ਗੱਲਾਂ ਆਮ ਜੀਆਂ ਗੱਲਾਂ ਨੇ, ਇਹ ਕੋਈ ਬਹੁਤ ਔਖੀ ਗੱਲ ਨਹੀਂ ਕਰ ਰਿਹਾ ਮੈਂ, ਜਿੰਨਾ ਤੁਹਾਨੂੰ ਪੜ੍ਹਾ ਚੁੱਕਿਆ ਇਲੈਕਟ੍ਰੋਸਟੈਟਿਕਸ। ਪਰ ਇਹ ਗੱਲਾਂ ਮੈਂ ਤੁਹਾਨੂੰ ਰਿਮਾਈਂਡ ਕਰਾ ਰਿਹਾ ਕਿ ਤੁਹਾਨੂੰ ਇਹਨਾਂ ਗੱਲਾਂ ਬਾਰੇ ਕੋਈ ਡਾਊਟ ਹੋਵੇ ਤਾਂ ਹੁਣੇ ਪੁੱਛੋ, ਤਾਂ ਮੈਂ ਅਗਲੀ ਗੱਲ ਕਰਾਂ। ਕਲੀਅਰ ਹੈ ਸਭ ਨੂੰ ਇਹ? Yes sir. Yes. ਹੁਣ ਆਪਾਂ ਅੱਗੇ ਵੱਧਦੇ ਹਾਂ, ਆਪਾਂ ਗੱਲ ਕਰਦੇ ਹਾਂ ਪੋਟੈਂਸ਼ੀਅਲ એનર્ਜੀ ਦੀ, ਤਾਂ ਕਿ ਆਪਾਂ ਗੱਲ ਕਰ ਸਕੀਏ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਦੀ ਤੇ ਪੋਟੈਂਸ਼ੀਅਲ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਦੀ ਗੱਲ ਕਰਦੇ ਹਾਂ। ਚਲੋ ਮੈਂ ਇਲੈਕਟ੍ਰਿਕ ਹੀ ਬੋਲ ਦਿਆ ਕਰੂੰਗਾ, ਤੁਸੀਂ ਸਮਝ ਜਾਇਆ ਕਰੋਗੇ ਆਪਣੇ ਆਪ ਹੀ ਇਲੈਕਟ੍ਰੋਸਟੈਟਿਕ ਜਾਂ ਇਲੈਕਟ੍ਰਿਕ ਹੋਗਾ। ਪੋਟੈਂਸ਼ੀਅਲ એનર્ਜੀ ਇਹ ਚੀਜ਼ ਕੀ ਹੁੰਦੀ ਹੈ? ਇਸ ਦੇ ਲਈ ਪਹਿਲਾ ਗੱਲ ਤਾਂ ਆਪਾਂ ਸਮਝੀਏ ਕਿ ਪੋਟੈਂਸ਼ੀਅਲ એનર્ਜੀ ਕਿਸੇ ਵੀ ਸਿਸਟਮ 'ਚ ਕਿਵੇਂ ਆਉਂਦੀ ਹੈ। ਪੋਟੈਂਸ਼ੀਅਲ એનર્ਜੀ ਜਿਹੜੀ ਹੁੰਦੀ ਹੈ ਇਨ ਐਨੀ ਸਿਸਟਮ, ਇਟ ਕਮਸ ਡਿਊ ਟੂ ਦਾ ਇੰਟਰੈਕਸ਼ਨ। ਅਗਰ ਇੰਟਰੈਕਸ਼ਨ ਹੈ ਤਾਂ ਉਹਦੇ ਕਰਕੇ ਪੋਟੈਂਸ਼ੀਅਲ એનર્ਜੀ ਹੁੰਦੀ ਹੈ, ਇੰਟਰੈਕਸ਼ਨ ਨਹੀਂ ਹੈ ਤਾਂ ਪੋਟੈਂਸ਼ੀਅਲ એનર્ਜੀ ਨਹੀਂ ਹੁੰਦੀ ਹੈ। ਇੰਟਰੈਕਸ਼ਨ ਜਿਹੜਾ ਹੁੰਦਾ ਆ ਹੁਣ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਜਿਵੇਂ ਆਪਣੇ ਕੋਲ ਇਸ ਇਲੈਕਟ੍ਰੋਸਟੈਟਿਕਸ ਵਿੱਚ ਇੰਟਰੈਕਸ਼ਨ ਜਿਹੜਾ ਅਟਰੈਕਸ਼ਨ ਦਾ ਵੀ ਹੈਗਾ ਵਾ, ਅਟਰੈਕਸ਼ਨ ਵੀ ਹੋ ਸਕਦੀ ਹੈ ਨਾ ਦੋ ਚਾਰजेस ਦੇ ਵਿੱਚ, ਤੇ ਰਿਪਲਸ਼ਨ ਵੀ ਹੋ ਸਕਦੀ, ਠੀਕ ਹੈ। तो पोटेंशियल एनर्जी किसी भी सिस्टम च आंदी है इंटरैक्शन दे करके। इंटरैक्शन अट्रैक्टिव ते रिपल्सिव दोनों तरह की हो सकती है। तो ये गल जनरल है, ये किसी इलैक्ट्रोस्टैटिक की खास गल नहीं है, ये गल किसी भी जगह पे मैं कह रहा हो सकता है। तो पोटेंशियल एनर्जी बारे गल की जा सकती है। फॉर एग्जाम्पल पोटेंशियल एनर्जी दी कुछ एग्जाम्पल्स तुहानूं मैं दे दिंदा हां जिहड़ियां तुहाडी आम हुण तक दी फिजिक्स पढ़ी है उहदे विचों आ जाणगियां। सब तो पहली एग्जाम्पल हैगी है गुलेल जिहड़ी हुंदी है, गुलेल नूं की कहंदे आ बई अंग्रेजी च? गुलेल पता ना की हुंदी है? Yes sir. ठीक है, हुण वीडियो मैं ऑन कर रहा, देखो जिहड़ी गुलेल हुंदी है इस तरह की वी शेप की लकड़ हुंदी है ना, है ना, ते इहदे इत्थे बननी हुंदी है रबड़, ते इत्थे उहदे आपां वट्टा या बंटा या कुछ भी फसा सकते हैं, जिहड़ी चीज़ नूं आपां ऐ मारना है ना खिच के। ਹੁਣ ਜਦੋਂ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਗੁਲੇਲ ਵਿੱਚ ਉਹਨੂੰ ਫਸਾ ਕੇ ਜੇ ਉਹਨੂੰ ਰਬੜ ਦੀ ओरिजिनल ਲੈਂਥ ਤੋਂ ਖਿੱਚਦੇ ਆ ਜ਼ਿਆਦਾ, ਤਾਂ ਬੇਸਿਕਲੀ ਅਸੀਂ ਉਹਦੇ ਜਿਵੇਂ ਥੋੜਾ ਜਿਹਾ ਵੀ ਖਿੱਚਦੇ ਆ ਤਾਂ ਰਬੜ ਦੇ ਵਿੱਚ ਕਿਹੜਾ ਫੋਰਸ ਪੈਦਾ ਹੁੰਦਾ ਦੱਸੋ? ਉਹਨੂੰ ਕੀ ਬੋਲਦੇ ਆ? ਇਲਾਸਟਿਕ ਪੋਟੈਂਸ਼ੀਅਲ ਕਹ ਲਓ, ਰਿਸਟੋਰਿੰਗ ਫੋਰਸ ਕਹ ਲਓ ਨਾ, ਜਿਵੇਂ ਸਪਰਿੰਗ ਵਿੱਚ ਗੱਲ ਹੋ ਗਈ। ਉਹ ਜਿਹੜਾ ਫੋਰਸ ਤੁਸੀਂ ਲਗਾਉਂਦੇ ਹੋ ਤੇ ਇਲਾਸਟਿਕ ਫੋਰਸ ਕਿੱਧਰ ਨੂੰ ਲੱਗ ਰਿਹਾ? ਉਹ ਤਾਂ ਉਧਰ ਨੂੰ ਲੱਗ ਰਿਹਾ ਨਾ, ਵਾਪਸ ਨੂੰ ਲੈ ਕੇ ਜਾਣਾ ਚਾਹੁੰਦਾ।
ਤੁਸੀਂ ਉਹਦੇ ਖਿਲਾਫ ਜ਼ੋਰ ਲਗਾ ਰਹੇ ਹੋ ਨਾ ਪਿੱਛੇ ਨੂੰ, Yes, sir. ਮਤਲਬ ਤੁਸੀਂ ਉਹਦੇ ਇਲਾਸਟਿਕ ਫੋਰਸ ਦੇ ਜਾਂ ਇਲਾਸਟਿਕ ਜਿਹੜੀ ਉਹ ਰਿਸਟੋਰਿੰਗ ਫੋਰਸ ਹੈ ਉਹਦੇ ਖਿਲਾਫ ਵਰਕ ਕਰ ਰਹੇ ਹੋ ਬੇਸਿਕਲੀ, ਹੈ ਨਾ। ਫੋਰਸ Yes, ਲਾ ਰਹੇ ਹੋ ਤੇ ਡਿਸਪਲੇਸ ਕਰ ਰਹੇ ਹੋ, ਵਰਕ ਕਰ ਰਹੇ ਹੋ ਨਾ ਫਿਜ਼ਿਕਸ ਦੇ ਅਕੋਰਡਿੰਗ। Yes, sir. ਤੁਹਾਡਾ ਕੀਤਾ ਹੋਇਆ ਵਰਕ ਉਹਦੇ ਵਿੱਚ ਐਜ਼ ਅ એનર્ਜੀ ਸਟੋਰ ਹੋ ਜਾਂਦਾ ਹੈ ਤੇ ਉਸ ਨੂੰ ਕਹਿੰਦੇ ਆ ਇਲਾਸਟਿਕ ਪੋਟੈਂਸ਼ੀਅਲ એનર્ਜੀ, ਪੋਟੈਂਸ਼ੀਅਲ એનર્ਜੀ ਕਹਿੰਦੇ ਨੇ ਕਿ ਹੋਈ ਪੋਟੈਂਸ਼ੀਅਲ એનર્ਜੀ। ਹੁਣ ਜਦੋਂ ਮੈਂ ਇਹਨੂੰ ਇੱਥੇ 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 ਇਹ ਪੋਟੈਂਸ਼ੀਅਲ એનર્ਜੀ ਹੈ, ਮੈਂ ਇਸ ਨੂੰ ਫੜ ਕੇ ਰੱਖਿਆ ਉਹਨੂੰ, ਜਿਵੇਂ ਮੈਂ ਇਹਨੂੰ ਛੱਡੂਗਾ ਕੀ ਹੋਏਗਾ, ਉਹ ਪੋਟੈਂਸ਼ੀਅਲ એનર્ਜੀ ਕਿਨੈਟਿਕ ਚ ਬਦਲੇਗੀ ਤੇ ਸਿੱਧੀ ਦੂਰ ਤੱਕ ਆਪਾਂ ਮਾਰ ਸਕਾਂਗੇ ਉਸ ਪੱਥਰ ਨੂੰ। ਸਮਝ ਲੱਗੀ ਗੱਲ ਸਾਰਿਆਂ ਨੂੰ ਕਿ ਨਹੀਂ? Yes, Yes, sir. sir. Yes, ਕਿਉਂਕਿ ਇੱਥੇ ਇਲਾਸਟਿਕ ਫੋਰਸ ਦੇ ਖਿਲਾਫ ਤੁਸੀਂ ਵਰਕ ਕੀਤਾ, ਉਸ ਪੱਥਰ ਦੇ ਵਿੱਚ ਉਸ ਇਲਾਸਟਿਕ ਫੋਰਸ ਦੀ ਵਜ੍ਹਾ ਨਾਲ ਹੀ એનર્ਜੀ ਆਈ, ਇਸ ਲਈ ਇਸ ਪੋਟੈਂਸ਼ੀਅਲ એનર્ਜੀ ਦਾ ਨਾਮ ਰੱਖ ਦਿੱਤਾ ਗਿਆ ਇਲਾਸਟਿਕ ਪੋਟੈਂਸ਼ੀਅਲ એનર્ਜੀ। ਕਲੀਅਰ ਹੈ ਗੱਲ ਇਹ? Yes, sir. Yes, sir. ਇਹ ਪੋਟੈਂਸ਼ੀਅਲ એનર્ਜੀ ਇੱਥੇ ਇੰਟਰੈਕਸ਼ਨ ਦੇ ਕਰਕੇ ਸੀਗੀ, ਇੰਟਰੈਕਸ਼ਨ ਨਾ ਹੁੰਦਾ ਤਾਂ ਕੁਝ ਨਹੀਂ ਹੋਣਾ ਸੀ। ਕਿਉਂਕਿ ਜੇ ਮੰਨ ਲਓ ਮੈਂ ਇਸ ਤਰ੍ਹਾਂ ਕਰਕੇ ਗੁਲੇਲ ਨੂੰ ਐ ਕਰਕੇ ਖਿੱਚਿਆ ਇੱਥੇ ਤੱਕ, ਜਸ਼ਨਜੋਤ ਹਾਂਜੀ ਸਰ। ਮੰਨ ਲਾ ਤੂੰ ਐ ਕੀਤਾ, ਤੂੰ ਇਸ ਤਰ੍ਹਾਂ ਐ ਕਰਕੇ ਗੁਲੇਲ ਵਿੱਚ ਨਾ ਪੱਥਰ ਨੂੰ ਐ ਇੱਥੇ ਤੱਕ ਖਿੱਚਿਆ, ਮੈਂ ਆ ਕੇ ਇਥੋਂ ਰਬੜਾ ਹੀ ਕੱਟਤੀਆਂ ਤੇ ਹੁਣ ਮੈਂ ਇਸ ਪੱਥਰ ਨੂੰ ਤੈਨੂੰ ਕਹਿ ਰਿਹਾ ਛੱਡ, ਕੀ ਹੋਏਗਾ ਹੁਣ? ਸਰ ਥੱਲੇ ਡਿੱਗ ਜੂਗਾ ਪੱਥਰ ਸਰ ਜੇ ਆਪਾਂ ਛੱਡੀ। ਮਤਲਬ ਕਿ ਉਹ ਜਿਹੜੀ એનર્ਜੀ ਦੀ ਸੀ ਗੱਲ ਕਰ ਰਹੇ ਸੀ ਉਹ ਤਾਂ ਨਹੀਂ ਰਹੀ ਨਾ ਹੁਣ। ਹਾਂਜੀ ਸਰ। ਕਲੀਅਰ ਹੈ ਗੱਲ ਸਾਰਿਆਂ ਨੂੰ? ਯੈਸ ਸਰ। Yes, sir. Yes, ਸੋ ਆ ਐਗਜ਼ਾਮਪਲ ਹੋ ਗਈ, ਇਹਨੂੰ ਆਪਾਂ ਕਹਿੰਦੇ ਇਲਾਸਟਿਕ ਪੋਟੈਂਸ਼ੀਅਲ એનર્ਜੀ। ਤੇ ਮੈਂ ਇਸੇ ਤੁਹਾਨੂੰ ਸਮਝਾਣੀ ਸੀ ਤੇ ਲਿਖਾਂਗਾ ਨਹੀਂ, ਨਾ ਇਹਦੀ ਕੋਈ ਲੋੜ ਆਪਾਂ ਨੂੰ ਗੱਲ ਸਮਝਣ ਦੀ ਲੋੜ ਆ, ਦਿਮਾਗ 'ਚ ਬਿਠਾਓ ਕੁਝ ਚੀਜ਼ਾਂ ਨੂੰ ਬਸ। ਤੇ ਆ ਆਪਣੀ ਹੋ ਗਈ ਇਲਾਸਟਿਕ ਪੋਟੈਂਸ਼ੀਅਲ એનર્ਜੀ। ਤੇ ਇਹ ਜ਼ਿਆਦਾਤਰ ਆਪਣੇ ਆਪਾਂ ਇਲਾਸਟਿਸਿਟੀ ਚੈਪਟਰ ਵਿੱਚ ਇਹਦੇ ਬਾਰੇ ਗੱਲ ਕਰਦੇ ਹਾਂ, ਜਿਵੇਂ ਇਲਾਸਟਿਸਿਟੀ ਦੀ ਗੱਲ ਕਰਦੇ ਜਦੋਂ। ਅੱਛਾ, ਦੂਜਾ ਹੈਗਾ ਆਪਣੀ ਅਰਥ ਵਾਲਾ ਸਿਸਟਮ। ਲੈ ਲਓ ਹੁਣ ਅਰਥ ਹੈ, ਆ ਧਰਤੀ ਹੈ ਆਪਣੀ। ਹੁਣ ਧਰਤੀ ਇਸ ਆਬਜੈਕਟ ਨੂੰ ਆਪਣੇ ਵੱਲ ਖਿੱਚ ਰਹੀ ਆ, ਇਹ ਤੇ ਪਿਆ ਹੋਇਆ ਆਰਾਮ ਨਾਲ। ਤੁਸੀਂ ਧਰਤੀ ਦੇ ਸਰਫੇਸ ਤੋਂ ਇਸ ਆਬਜੈਕਟ ਨੂੰ ਉੱਪਰ ਖਿੱਚਦੇ ਹੋ ਤਾਂ ਤੁਸੀਂ ਇਹਦੇ weight ਦੇ ਜਾਂ ਇਹਦੀ ਧਰਤੀ ਦੇ ਕਰਕੇ ਜਿਹੜਾ ਇਹਨੂੰ ਗ੍ਰੈਵਿਟੇਸ਼ਨਲ ਫੋਰਸ ਲੱਗ ਰਿਹਾ, ਉਹਦੇ ਖਿਲਾਫ ਫੋਰਸ ਲਗਾ ਕੇ ਖਿੱਚਦੇ ਨਾ ਉੱਪਰ ਨੂੰ, ਇਹਨੂੰ ਲੈ ਕੇ ਜਾਂਦੇ ਉੱਪਰ ਨੂੰ। ਤੁਸੀਂ ਐ ਉੱਪਰ ਲੈ ਕੇ ਜਾਂਦੇ ਹੋ, ਇੱਥੇ ਤੱਕ ਰੱਖਦੇ ਹੋ, ਇੱਥੇ ਰੱਖ ਦਿੰਦੇ ਹੋ ਤੁਸੀਂ। ਤਾਂ ਹੁਣ ਇੱਥੇ ਜਗ੍ਹਾ ਇਹਨੂੰ ਫੜ ਕੇ ਰੱਖਣਾ ਪੈਣਾ, ਇੱਥੇ ਰੁਕਣਾ ਨਹੀਂ ਹੈ। ਜਿਵੇਂ ਮੈਂ ਪੱਥਰ ਨੂੰ ਫੜ ਕੇ ਰੱਖਿਆ ਸੀ, ਹੁਣ ਜਿਵੇਂ ਮੈਂ ਇਹਨੂੰ ਛੱਡਾਂਗਾ ਫ੍ਰੀ ਟੂ ਮੂਵ, ਤਾਂ ਇਹਦੇ ਅੰਦਰ ਕਿਹੜੀ એનર્ਜੀ ਹੈ ਇੱਥੇ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਕਿਉਂਕਿ ਇਹ ਤਾਂ ਆਈ ਆ ਕਿਉਂਕਿ ਗ੍ਰੈਵਿਟੀ ਦਾ ਫੋਰਸ ਹੈਗਾ ਆ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. ਹੁਣ ਪਨਮ ਤੂੰ ਦੱਸੇਂਗੀ ਮੈਨੂੰ। ਪਨਮ ਤੇਰੀ ਆਵਾਜ਼ ਨਹੀਂ ਆ ਰਹੀ। ਪਨਮ ਬਈ ਆਪਣੇ ਮਾਈਕ ਵਗੈਰਾ ਠੀਕ ਕਰਾਓ, ਇਸ ਤਰ੍ਹਾਂ ਕਿਵੇਂ ਚੱਲੂਗਾ ਕੰਮ? ਰਿਦਮ Yes, sir. ਰਿਦਮ ਤੂੰ ਮੈਨੂੰ ਐ ਦੱਸ ਵੀ ਜੇ ਮੰਨ ਲਾ ਇਸ ਨੂੰ ਆਬਜੈਕਟ ਨੂੰ ਚੱਕ ਕੇ ਉੱਪਰ ਤੱਕ ਲੈ ਕੇ ਗਏ ਤੇ ਮੈਂ ਨੀਚੋਂ ਧਰਤੀ ਇੱਥੋਂ ਹਟਾ ਲਈ, Yes, sir. ਤੇ ਹੁਣ ਇਹ ਚ ਪੋਟੈਂਸ਼ੀਅਲ એનર્ਜੀ ਹੋਊਗੀ? No, sir. ਹਾਂ ਨਹੀਂ ਹੋਊਗੀ, ਕਿਉਂਕਿ ਇਹ ਚ ਇੰਟਰੈਕਸ਼ਨ ਹੀ ਨਹੀਂ ਖਤਮ ਹੋ ਗਿਆ, ਹਨਾ। ਤਾਂ ਦੂਸਰਾ ਐਗਜ਼ਾਮਪਲ ਜਿਹੜਾ ਹੈ, ਫਿਰ ਉਹੀ ਗੱਲ ਹੈ, ਇਹ ਆ ਗਿਆ ਆਪਣਾ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦਾ। ਕਿਉਂਕਿ ਇਹਦਾ ਰੀਜ਼ਨ ਕੌਣ ਸੀ? ਗ੍ਰੈਵਿਟੇਸ਼ਨਲ ਫੋਰਸ। ਇਹਦਾ ਰੀਜ਼ਨ ਕੌਣ ਸੀ? ਇਲਾਸਟਿਕ ਫੋਰਸ। ਤੀਸਰਾ ਆਪਣਾ ਆਉਂਦਾ ਹੈ ਹੁਣ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਜਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ। ਤੇ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਦਾ ਰੀਜ਼ਨ ਕੌਣ ਹੋਏਗਾ? ਇਲੈਕਟ੍ਰੋਸਟੈਟਿਕ ਫੋਰਸ। ਠੀਕ ਹੈ ਗੱਲ? ਤੇ ਕਿਉਂਕਿ ਇਹ ਇੰਟਰੈਕਸ਼ਨ ਦਾ ਫੋਰਸ ਹੈ, ਸੋ ਇਹ ਕਿਸੇ ਇੱਕ ਆਬਜੈਕਟ ਇੱਕ ਇਕੱਲੇ ਚਾਰਜ ਕਰਕੇ ਹੋ ਹੀ ਨਹੀਂ ਸਕਦਾ। ਜਿਵੇਂ ਕਿ ਮੰਨ ਲਓ ਆ ਖਾਲੀ ਸਪੇਸ ਹੈ, ਇਹਦੇ ਵਿੱਚ ਮੈਂ ਲਿਆ ਕੇ ਇਸ ਜਗ੍ਹਾ ਤੇ ਇੱਕ ਚਾਰਜ ਰੱਖਤਾ Q, ਤਾਂ ਇਸ ਚਾਰਜ ਦੀ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ ਜਸਜੋਤ? 0, ਕਿਉਂਕਿ ਇਹਦਾ ਕੋਈ ਇੰਟਰੈਕਸ਼ਨ ਹੀ ਨਹੀਂ ਹੈ। ਇਹ ਕਿਹਦੇ ਨਾਲ? ਨਾ ਤਾਂ ਇਹਦਾ ਕਿਸੇ ਨਾਲ ਅਟਰੈਕਸ਼ਨ ਹੈ, ਨਾ ਕੋਈ ਰਿਪਲਸ਼ਨ ਹੈ। ਇਹਨੂੰ ਜੇ ਛੱਡ ਵੀ ਦਿੱਤਾ ਜਾਵੇ ਫ੍ਰੀ ਟੂ ਮੂਵ, ਤਾਂ ਵੀ ਇਹਨੇ ਇੱਥੇ ਹੀ ਪਿਆ ਰਹਿਣਾ, ਕਿਉਂਕਿ ਆਪਾਂ ਗ੍ਰੈਵਿਟੀ ਨੂੰ ਇੱਥੇ ਇਗਨੋਰ ਕਰਕੇ ਚੱਲ ਰਹੇ ਹਾਂ। ਹੋਰ ਤੁਸੀਂ ਕਹੋ ਨਹੀਂ ਜੀ ਇਹ ਚਾਰਜ ਇਹ ਕਿਸੇ ਬਾਲ ਤੇ ਹੋਵੇ, ਉਹਨੂੰ ਆਪਾਂ ਛੱਡ ਦਾਂਗੇ ਥੱਲੇ ਨੂੰ ਗਿਰੂਗੀ, ਉਹ ਗੱਲ ਅਲੱਗ ਹੈ। ਗ੍ਰੈਵਿਟੀ ਨੂੰ ਛੱਡ ਦੋ, ਆਪਾਂ ਸਿਰਫ ਇਲੈਕਟ੍ਰੋਸਟੈਟਿਕ ਦੇ ਕਰਕੇ ਗੱਲ ਕਰ ਰਹੇ ਹਾਂ। ਕਲੀਅਰ ਹੈ ਗੱਲ ਇਹ ਜਸਜੋਤ?
यस तो कल्ले चार्ज करके कुछ नहीं हो सकती। ਹੁਣ ਮੈਂ ਕਹਿ ਰਿਹਾ ਕਿ ਜੇ ਮੈਂ ਇੱਕ ਚਾਰਜ ਦੇ ਨਾਲ ਇੱਥੇ ਨੇੜੇ ਤੇੜੇ ਕਿਤੇ ਦੂਜਾ ਚਾਰਜ ਵੀ ਰੱਖ ਦਵਾਂ Q2, ਹੁਣ ਇਸ ਸਿਸਟਮ ਦੇ ਵਿੱਚ ਜਿਹੜਾ ਆ ਤੁਹਾਨੂੰ ਪਤਾ ਹੈ ਇਸ ਸਿਸਟਮ 'ਚ ਹੁਣ ਪੋਟੈਂਸ਼ੀਅਲ એનર્ਜੀ ਆ ਗਈ ਹੋਏਗੀ, ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ। ਕਲੀਅਰ ਆ ਗੱਲ? Yes, sir. Yes, sir. ਤਾਂ ਉਹ ਪੋਟੈਂਸ਼ੀਅਲ એનર્ਜੀ ਕਿੰਨੀ ਆਈ ਉਹਨੂੰ ਆਪਾਂ ਕੈਲਕੂਲੇਟ ਕਰਨ ਦਾ ਤਰੀਕਾ ਲੱਭੀਏ ਇੱਕ ਤਾਂ, ਜਾਂ ਉਹਨੂੰ ਡਿਫਾਈਨ ਕਰੀਏ ਪਹਿਲਾਂ। ਠੀਕ ਹੈ ਵੀ ਕਿਵੇਂ ਆਈ, ਕਿੰਨੀ ਆਈ, ਇਸ ਨੂੰ ਆਪਾਂ ਦੇਖੀਏ। ਦੂਜੀ ਗੱਲ ਤੁਹਾਨੂੰ ਪਤਾ ਹੈ ਕਿ ਆਪਾਂ ਹੁਣ ਤੱਕ ਤਾਂ ਇਹ ਗੱਲ ਕਰਦੇ ਸੀ ਵੀ ਆ Q1 ਚਾਰਜ ਆ Q2 ਚਾਰਜ ਆ, ਇਹਨੂੰ ਫੋਰਸ ਲੱਗੇਗਾ ਇੱਧਰ ਨੂੰ, ਇਹਨੂੰ ਫੋਰਸ ਲੱਗੇਗਾ ਇੱਧਰ ਨੂੰ। ਆਪਾਂ ਇਲੈਕਟ੍ਰੋਸਟੈਟਿਕ ਕੰਡੀਸ਼ਨ ਦੇ ਵਿੱਚ ਗੱਲ ਕਰਦੇ ਸੀ ਵੀ ਚਾਰजेस ਆਰ ਐਟ ਰੈਸਟ। ਪਰ ਹੁਣ ਜੇ ਆ ਫੋਰਸ ਲੱਗੇਗਾ ਹੀ ਤਾਂ ਇਹ ਚਾਰਜ ਇਸ ਜਗ੍ਹਾ ਤੇ ਰੈਸਟ ਤੇ ਰਹਿਣਗੇ? ਦੱਸੋ। ਇਹ ਤਾਂ ਭੱਜਣਗੇ ਨਾ ਇੱਕ ਦੂਜੇ ਤੋਂ ਦੂਰ। ਇਹ ਉਦੋਂ ਤੱਕ ਭੱਜਣਗੇ ਜਦ ਤੱਕ ਇਹ ਫੋਰਸ ਲੱਗ ਰਿਹਾ ਹੈ। ਸਿੰਪਲ ਜੀ ਗੱਲ ਹੈ। ठीक है, फ्रिक्शनलेस सारा कुछ इमेजिन कर रहे हैं आप, यानी फोर्स लग गया तो मूव करना ही करना है, इस तरह मान के चल रहे हैं आप। सिर्फ गल इलेक्ट्रोस्टैटिक इंटरेक्शन की कर रहे हैं। हाँ जी शुभम कुमार। यस सर, ये जो हमने यहाँ पे Q2 रखा वो भी सर इसके फील्ड में ही होगा ना ऐसा? हाँ तभी तो बात बनेगी ना, नहीं तो बात ही नहीं बनेगी। बिल्कुल सही बात है। हमने यानी कि चार्जेस को इतना नजदीक तो रखे हम ये बात करने के लिए कि वो एक दूसरे पर फोर्स लगा सकते हो। मतलब हर जगह ऑब्वियस है, मतलब ये चीज। हाँ ये बात ऑब्वियस है, ये बात मुझे बतानी नहीं पड़ेगी, ये बात आपको समझ ऐसी समझ के चलनी पड़ेगी। नाउ मैं कह रहा कि मान लो अगर Q1 चार्ज है, ये दो चार्जेस तो एक काम शुरू कर सकते हैं, Q1 चार्ज ते Q2 चार्ज दे करके इलेक्ट्रिक पोटेंशियल एनर्जी कितनी आई इसको ਆਪਾਂ ਕਿਵੇਂ कैलकुलेट करांगे। ਤਾਂ ਇਹਦੇ ਲਈ ਬਹੁਤ ਸਿੰਪਲ ਜਿਹਾ ਕੰਮ ਹੈ, ਸਿੰਪਲ ਜਿਹਾ ਕੰਮ ਹੈ ਕਿਵੇਂ ਇਸ ਦੀ એનર્ਜੀ ਨੂੰ ਕੈਲਕੂਲੇਟ ਕੀਤਾ ਜਾਵੇ। ਪਹਿਲੀ ਗੱਲ ਤਾਂ ਇਹ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਤਾਂ ਹੀ ਆਏਗੀ ਜਦੋਂ ਵਰਕ ਡਨ ਕੀਤਾ ਜਾਏਗਾ, ਪਰ ਵਰਕ ਡਨ ਜਿਹੜਾ ਕੀਤਾ ਜਾਏਗਾ ਉਹ ਕਿੱਥੋਂ ਕੀਤਾ ਜਾਏਗਾ, ਉਹ ਜ਼ੀਰੋ ਪੋਟੈਂਸ਼ੀਅਲ એનર્ਜੀ ਸਟੇਟ ਤੋਂ ਕੀਤਾ ਜਾਵੇ। ਤੇ ਵਰਕ ਡਨ ਜਿਹੜਾ ਹੈ ਉਹ ਚਲੋ ਪਹਿਲਾਂ ਆਪਾਂ ਜ਼ੀਰੋ ਵਾਲੀ ਗੱਲ ਵੀ ਬਾਅਦ ਚ ਮੈਂ ਕਰਦਾ, ਜਿਹੜਾ ਵਰਕ ਡਨ ਆ ਇਲੈਕਟ੍ਰਿਕ ਫੋਰਸ ਦੇ ਅਗੇਂਸਟ ਹੋਣਾ ਚਾਹੀਦਾ ਕਿ ਨਹੀਂ। ਜਿਵੇਂ ਇੱਥੇ ਇਲਾਸਟਿਕ ਵਾਲੀ ਗੱਲ ਚ ਆਪਣੇ ਉਹਦਾ ਇਲਾਸਟਿਕ ਰਿਸਟੋਰਿੰਗ ਫੋਰਸ ਦੇ ਅਗੇਂਸਟ ਵਰਕ ਡਨ ਹੋ ਰਿਹਾ ਸੀ, ਤੇ ਵਰਕ ਦਾ ਰਿਲੇਸ਼ਨ ਇੱਧਰ ਵੀ ਹੈ, ਇੱਧਰ ਵਰਕ ਦਾ ਰਿਲੇਸ਼ਨ ਆ ਗਿਆ ਨਾ ਕਿ ਵਰਕ ਕਰ ਰਹੇ ਸੀ ਆਪਾਂ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਪੱਥਰ ਜਾਂ ਕਿਸੇ ਵੀ ਆਬਜੈਕਟ ਨੂੰ ਚੱਕਣ ਲਈ ਅਰਥ ਦੇ ਸਰਫੇਸ ਤੋਂ ਉੱਪਰ ਲੈ ਕੇ ਜਾਣ ਲਈ ਵਰਕ ਕਰ ਰਹੇ ਸੀ ਨਾ। Yes, sir. Yes, sir. ਤਾਂ ਇੱਥੇ ਵੀ ਵਰਕ ਹੀ ਕਰਾਂਗੇ, ਵਰਕ ਜਿੰਨਾ ਕਰਾਂਗੇ ਉਨੀ ਉਹਦੇ ਚ એનર્ਜੀ ਸਟੋਰ ਹੋਏਗੀ, ਸਮਝ ਲਓ। ਕਲੀਅਰ ਆ ਗੱਲ? Yes, sir. ਪਰ ਜਿਹੜਾ ਵਰਕ ਹੈ ਉਹ ਵਰਕ ਹੋਣਾ ਚਾਹੀਦਾ ਆ ਅਗੇਂਸਟ ਦਾ that conservative force, वैसे conservative force है अपना इलेक्ट्रोस्टैटिक भी ते ग्रेविटेशनल भी against the conservative force होना चाहिए, नहीं तो गल नहीं बनेगी। गल क्लियर हुई सबनू? Yes. Yes, sir. ठीक है। Yes, sir. तो ਉਹ ਅਗੇਂਸਟ ਕਿਵੇਂ ਹੁਣ ਮੈਂ ਸਮਝਾਂ। ਮੈਂ ਕਹਿ ਰਿਹਾ ਕਿ ਐ ਕਰੋ ਤੁਸੀਂ ਪਹਿਲਾਂ ਤਾਂ ਇਹ ਜਿਹੜੇ ਦੋਨੋਂ ਚਾਰजेस ਨੇ ਨਾ ਇਹਨਾਂ ਦੋਨਾਂ ਨੂੰ ਹੀ ਇੱਥੋਂ ਗਾਇਬ ਕਰ ਦਿਓ। ਤੁਹਾਨੂੰ ਯਾਦ ਆਣਾ ਇੱਥੇ Q1 Q2 ਰੱਖਿਆ, ਇਹ ਯਾਦ ਰੱਖਿਓ ਬਸ। ਮੈਂ ਇਹਨਾਂ ਦੋਨਾਂ ਨੂੰ ਗਾਇਬ ਕਰਤਾ। ਇਹਨਾਂ ਦੇ ਵਿੱਚ ਡਿਸਟੈਂਸ r ਹੈ, ਇਹ ਪੁਆਇੰਟ ਵਿੱਚ ਬਸ r ਡਿਸਟੈਂਸ ਹੈ, ਇਹੀ ਮੈਨੂੰ ਡਿਫਾਈਨਡ ਹੈ ਇੱਥੇ ਪਤਾ ਹੈ। पर मैं दोनों चार्जेस ਨੂੰ गायब करता, गायब करके कितने ले गया, इन्फिनिटी पे ले गया। शुभम अब मैं इनको इतनी दूर ले गया हूं कि इनके आपस में कोई फोर्स में आपस में इंटरेक्शन नहीं रहा। क्लियर है बात? यस सर। मैं ये कह रहा हूं कि जब इनमें इंटरेक्शन ही नहीं रहा तो इनमें कोई पोटेंशियल एनर्जी रह गई होगी? नो सर। No, sir. नो इंटरेक्शन, नो एनर्जी, यानी कि कोई पोटेंशियल एनर्जी नहीं है। उन चार्जेस को जहां पर जिस हालत में भी छोड़ेंगे हम वो वहां पे वैसे पड़े रहेंगे, बस बात खत्म। यस सर। अब मैं ये कह रहा हूं कि अब आप इन चार्जेस को क्या करो, वहां से एक एक करके अपनी अपनी रिस्पेक्टिव पोजीशंस पर लाओ। ऐसा सोचो कि हम ला रहे हैं, वैसे तो ऑब्वियसली चार्जेस तो उत्ते पे हुए नहीं, तो मैं Q1 चार्ज को सबसे पहले यहां से लेके आ रहा हूं यहां पर। ठीक है जी शुभम? यस सर। Q1 चार्ज को मैंने ले आकर यहां पर रख दिया तो ये चार्ज हो गया Q1 यस। यहां पर। जब मैं इसको ला रहा था तो क्या मुझे किसी इलेक्ट्रोस्टैटिक फोर्स का सामना करना पड़ा? नो सर। नहीं, क्योंकि यहां पर कोई और था ही नहीं। Q1 को जब मैं लाया तो मुझे मेरे खिलाफ कोई भी इलेक्ट्रोस्टैटिक फोर्स था ही नहीं, इसलिए इसको लाने में जो वर्क डन किया मैंने, उस वर्क डन का कंट्रीब्यूशन किसी भी तरह की पोटेंशियल एनर्जी में अभी भी नहीं हुआ है। क्लियर है? यस सर। यानी कि Q1 चार्ज अगर यहां पर है तो भी इसकी पोटेंशियल एनर्जी कितनी है? अभी जीरो है। अभी हम बात कर रहे थे जस्ट जो कह रहे थे इंटरेक्शन नहीं कोई। सो पहले चार्ज को हम ऐसे ही ले आते हैं मुफ्त में, ठीक है,
यस सर। अब पहला चार्ज आ चुका है, अब मैं दूसरे चार्ज को लेके आऊंगा इस Q2 को, पर जब मैं Q2 को यहां से ले आ रहा हूंगा तो मुझे रास्ते में ऑब्वियसली इस Q1 की वजह से एक इलेक्ट्रिक फोर्स मिलेगा ना बाहर की तरफ, रिपल्शन यस ऑपोजिट। के खिलाफ मैं वर्क कर रहा हूँ। तो जो वर्क मुझे Q2 को यहां से यहां तक लाने में करना पड़ेगा अगेंस्ट इलेक्ट्रोस्टैटिक फोर्स, वो वर्क इसमें एज अ एनर्जी स्टोर हो जाएगा, और वो वर्क जो होगा वो ही मेरा इस सिस्टम का पोटेंशियल एनर्जी कहलाएगा। क्लियर है बात शुभम? यस सर। और इसमें ये बात इतनी सिमेट्रिक है कि अगर आप Q1 को ना लाते, पहले आप Q2 को ले आते, तो Q2 को लाने वाला वर्क आप इग्नोर कर देते, क्योंकि वो तो कोई दिक्कत ही नहीं, कोई आगे तो कोई था नहीं, है ना? यस सर। और बाद में अगर आप Q1 को लाते तो भी आपको बाई चांस उतना ही वर्क डन करना पड़ता, बाई चांस नहीं, मतलब बाय प्रूफ है हमारे पास, मैं बताऊंगा अभी, उतना ही वर्क डन करना पड़ता, और वो वर्क इतना ही होता जितना अभी करे। यानी कि ये बात सिमेट्रिक है, इसमें कोई चॉइस नहीं है कि आप पहले मैंने इसी को लाना है, नहीं मैंने पहले उसको लाना है, जिसको मर्जी पहले ले आओ, जिसको मर्जी बाद में ले आओ। ये जो वर्क आपको करना पड़ेगा वो ही इस सिस्टम की पोटेंशियल एनर्जी बनेगा। क्लियर है? यस सर। सारे Yes, पता लग गई भाई? यस sir. सर। Yes, sir. जा रहे हैं इलेक्ट्रोस्टैटिक पोटेंशियल एनर्जी फॉर सिस्टम ऑफ टू चार्जेस। मैं सिर्फ टू चार्जेस ਦੇ ਸਿਸਟਮ ਦੀ ਗੱਲ ਕਰਨ ਜਾ ਰਿਹਾ। ਜਿਵੇਂ ਆਪਾਂ ਫੋਰਸਿਸ ਨੂੰ ਸਿੱਖਣਾ ਸ਼ੁਰੂ ਕੀਤਾ ਸੀ ਤਾਂ ਦੋ ਚਾਰजेस ਦੇ ਉੱਪਰ ਫੋਰਸ ਨੂੰ ਆਪਾਂ ਸਿੱਖਣਾ ਸ਼ੁਰੂ ਕੀਤਾ ਸੀ, ਬਾਅਦ ਵਿੱਚ ਆਪਾਂ ਸੁਪਰਪੋਜੀਸ਼ਨ ਪ੍ਰਿੰਸੀਪਲ ਲਗਾ ਕੇ ਦੋ ਤੋਂ ਜ਼ਿਆਦਾ ਫੋਰਸਿਸ ਵੀ, ਦੋ ਤੋਂ ਜ਼ਿਆਦਾ ਚਾਰजेस ਵੀ ਹੋਣ ਤਾਂ ਵੀ ਫੋਰਸ ਪਤਾ ਕਰ ਲੈਂਦੇ ਸੀ ਵੈਕਟਰ ਐਡੀਸ਼ਨ ਦੇ ਨਾਲ। ਕਲੀਅਰ ਹੈ ਗੱਲ? Yes, sir. ਤਾਂ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੈ ਕਿ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਨੂੰ ਡਿਫਾਈਨ ਕਰਨ ਦੀ, ਇਸ ਦੀ ਡੈਫੀਨੇਸ਼ਨ ਕਿਵੇਂ ਲਿਖੀ ਜਾਏ, ਇਹ ਬੜੀ ਇੰਪੋਰਟੈਂਟ ਚੀਜ਼ ਹੈ। ਸੋ ਮੈਂ ਲਿਖ ਰਿਹਾ ਹਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ एनर्जी इज डिफाइंड एज, नहीं बल्कि मैं 2 पॉइंट चार्जेस लिखा रहा था, 2 पॉइंट चार्ज डिफाइन करता ना, बाद में n चार्जेस भी डिफाइन करूंगा। इलेक्ट्रोस्टैटिक पोटेंशियल एनर्जी ऑफ a system of two charges separated by some distance r is defined as क्या आएगा? वर्क डन। a बड़ी इंपॉर्टेंट चीज is defined as the work done in taking these charges from infinity थे, कोई नंबर नहीं है, मैथ वाला इन्फिनिटी थे, इन्फिनिटी मतलब थोड़ा पता है कि है मतलब बहुत दूर, ठीक है, फ्रॉम इन्फिनिटी टू देयर रिस्पेक्टिव पोजीशंस, यानी जिथे हैगे ने ऑलरेडी पोजीशंस पर वर्क डन जो है अगेंस्ट होएगा, वर्क डन अगेंस्ट इलेक्ट्रोस्टैटिक फोर्स भी बोल देंगे, इलेक्ट्रोस्टैटिक फील्ड भी बोल देंगे, फोर्स लिख देना, चलो मैं अगेंस्ट इलेक्ट्रोस्टैटिक फोर्स विदाउट एक्सेलरेशन। सारी गल ਤੁਹਾਨੂੰ ਇੱਥੇ ਤੱਕ ਸਮਝ ਆ ਗਈ ਹੋਏਗੀ। ਆ ਵਿਦਆਊਟ ਐਕਸਲਰੇਸ਼ਨ ਵਾਲੀ ਗੱਲ ਤੁਸੀਂ ਸੋਚੋਗੇ ਆ ਕਿਉਂ ਲਿਖਿਆ ਵਿੱਚ, ਇਹਦਾ ਕੀ ਮਤਲਬ ਬਣਦਾ ਹੈ? ਮੈਨੂੰ ਇਹ ਲੱਗ ਰਿਹਾ ਕਿ ਤੁਹਾਨੂੰ ਆ ਡਾਊਟ ਹੋਏਗਾ, ਬਾਕੀ ਤਾਂ ਤੁਹਾਨੂੰ ਜੇ ਨਹੀਂ ਹੈਗਾ ਤਾਂ ਠੀਕ ਆ, ਅੱਗੇ ਚੱਲਦੇ ਆ। ਕਲੀਅਰ ਹੈ? Yes, sir. यस। ਦੱਸੋ ਫਿਰ ਕਿਉਂ ਲਿਖਿਆ ਵਿਦਆਊਟ ਐਕਸਲਰੇਸ਼ਨ? ਸਰ ਕਿਉਂਕਿ ਜੇ ਅਟਰੈਕਸ਼ਨ ਹੋਗੀ ਤੇ ਆਪਾਂ ਲੈ ਕੇ ਆਵਾਂਗੇ ਤਾਂ ਐਕਸਲਰੇਟ ਕਰਾਂਗੇ, ਆਪਾਂ ਨੂੰ ਐਕਸਲਰੇਟ ਨਹੀਂ ਕਰਵਾਉਣਾ। ਹਾਂ, ਕਿਉਂ ਨਹੀਂ ਕਰਨਾ ਐਕਸਲਰੇਟ? ਸਰ ਫਿਰ ਉਹ ਵਰਕ ਡਨ ਉਹਦੇ ਇਕੁਅਲ ਨਹੀਂ ਆਏਗਾ, ਜਿੰਨਾ ਮਤਲਬ ਪੋਟੈਂਸ਼ੀਅਲ એનર્ਜੀ ਆਪਾਂ ਨੂੰ ਚਾਹੀਦੀ ਹੈ ਉਹ ਜ਼ਿਆਦਾ ਹੋ ਜਾਏਗਾ। ਹਾਂ ਬਿਲਕੁਲ, ਇਹ ਜਿਵੇਂ ਕਿ ਜੋ ਐਕਸਲਰੇਟ ਹੋਇਆ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ, ਫੋਰ ਐਗਜ਼ਾਮਪਲ ਇਸ ਗੱਲ ਨੂੰ ਆਪਾਂ ਐਵੇਂ ਸਮਝਦੇ ਆ, ਸਾਰੇ ਬਹੁਤ ਧਿਆਨ ਨਾਲ ਸਮਝੋ ਮੇਰੀ ਗੱਲ ਨੂੰ, ਇਹ ਬਹੁਤ ਛੋਟੀ ਜੀ ਗੱਲ ਹੀ ਹੈ, ਬਹੁਤ ਛੋਟੀ ਜੀ ਗੱਲ ਹੀ ਹੈ, ਹਿਮਾਨੀ ਵੀ ਠੀਕ ਦੱਸ ਰਹੀ ਹੈ, ਮੈਂ ਬਸ ਤੁਹਾਨੂੰ छोटी जी एक्सप्लेनेशन देना वा। जिवें फॉर एग्जांपल मान लो आ किताब है, ठीक है, यस सर, ध्यान ना समझो, आ किताब है, आ टेबल है नीचे, ठीक है, जिथे मैं पैड रखा है सी, आ टेबल है, आ किताब है, आ किताब नूं मैं टेबल ते रखा है तो मैं पोटेंशियल एनर्जी 0 मान के चल सकदा हूं, है ना।
ਟੇਬਲ ਤੋਂ ਜਦੋਂ ਮੈਂ ਚੱਕਦਾ ਵਾਂ ਤਾਂ ਪੋਟੈਂਸ਼ੀਅਲ એનર્ਜੀ ਇਹ ਚ ਆਉਂਦੀ ਹੈ। ਇਸ ਕਿਤਾਬ ਚ ਪੋਟੈਂਸ਼ੀਅਲ એનર્ਜੀ ਜਿਹੜੀ ਗੇਨ ਹੁੰਦੀ ਹੈ mgh ਹੁੰਦੀ ਹੈ, ਤੁਹਾਨੂੰ ਪਤਾ ਹੈ ਗੱਲ ਸਾਰਿਆਂ ਨੂੰ, ਹਨਾ। ਤੇ ਮੈਂ ਮਤਲਬ ਜੇ ਮੈਂ ਆਪਣੇ ਵਰਕ ਡਨ ਦੇ ਨਾਲ ਇਹਦੀ ਪੋਟੈਂਸ਼ੀਅਲ એનર્ਜੀ ਮਾਪਣਾ ਚਾਹੁੰਦਾ ਹਾਂ ਤਾਂ ਮੈਂ ਇਹਦੇ weight ਦੇ ਬਿਲਕੁਲ ਅਗੇਂਸਟ ਉਨਾ ਹੀ ਫੋਰਸ ਲਗਾ ਕੇ ਆਪਣਾ ਵਰਕ ਡਨ ਮਾਪੂੰਗਾ ਮੈਂ, ਕਿਉਂਕਿ ਜਦੋਂ ਇਹ ਬਾਡੀ ਉੱਪਰ ਆਏਗੀ, ਜਦੋਂ ਮੈਂ ਇਹਨੂੰ ਛੱਡੂੰਗਾ ਤਾਂ ਜਿਹੜਾ ਵਰਕ ਡਨ ਇਹ ਬਾਡੀ ਕਰੇਗੀ, ਹੁਣ ਜਿਹੜਾ ਇਹ ਵਾਪਸ ਕਰੇਗੀ, ਯਾਨੀ ਉਹ ਆਪਣੇ weight ਦੇ ਅੰਡਰ ਨੀਚੇ ਜਾਏਗੀ ਨਾ, ਦੇਖੋ ਇਹ ਦੇਖੋ, ਹਨਾ। ਜੇ ਮੈਂ ਇਸ ਨੂੰ ਇਸ ਤਰ੍ਹਾਂ ਲੈ ਕੇ ਆ ਰਿਹਾ ਵਾਂ ਤਾਂ ਵੀ ਆਈ ਜਾਏਗੀ, ਜੇ ਮੈਂ ਇਸ ਨੂੰ ਬਹੁਤ ਤੇਜ਼ ਲੈ ਕੇ ਆ ਰਿਹਾ, ਬਹੁਤ ਤੇਜ਼ ਐਕਸਲਰੇਟ ਕਰਕੇ, ਤਾਂ ਵੀ ਜੇ ਛੱਡ ਇੱਦਾਂ ਹੀ ਜਾਏਗੀ। ਕਿਤਾਬ ਨੇ ਗਿਰਨਾ ਤਾਂ ਉਦਾਂ ਹੀ ਹੈ ਨਾ, ਚਾਹੇ ਮੈਂ ਉਹਨੂੰ ਬਹੁਤ ਜ਼ਿਆਦਾ ਫੋਰਸ ਲਗਾ ਕੇ ਬਹੁਤ ਜ਼ਿਆਦਾ ਐਕਸਲਰੇਸ਼ਨ ਨਾਲ ਲੈ ਆਇਆ ਜਾਂ ਬਹੁਤ ਸਲੋਲੀ ਲੈ ਕੇ ਆਇਆ, ਵਟਐਵਰ। ਇਸ ਲਈ ਉਹ ਕਹਿੰਦੇ ਕਿ ਐਕਸਲਰੇਟ ਨਾ ਕਰੋ, ਐਕਸਲਰੇਟ ਕਰੋਗੇ ਤਾਂ ਤੁਹਾਡਾ ਜਿਹੜਾ ਅਪਲਾਈਡ, ਜਿਹੜਾ ਤੁਹਾਡਾ ਵਰਕ ਡਨ ਹੈ, ਉਹਦੇ ਚ ਸਟੋਰਡ ਪੋਟੈਂਸ਼ੀਅਲ એનર્ਜੀ ਬਰਾਬਰ ਨਹੀਂ ਆਏਗਾ ਫਿਰ। ਇਸ ਲਈ ਤੁਸੀਂ ਐਕਸਲਰੇਟ ਨਾ ਕਰੋ। ਕਹਿਣ ਦਾ ਭਾਵ ਹੈ ਜਿੰਨਾ ਫੋਰਸ ਉਹਨੂੰ ਲੱਗ ਰਿਹਾ ਨਾ ਇਲੈਕਟ੍ਰੋਸਟੈਟਿਕ, ਉਨਾ ਹੀ ਤੁਸੀਂ ਲਗਾ ਕੇ ਆਪਣਾ ਵਰਕ ਡਨ ਕਰੋ, ਤਾਂ ਤੁਸੀਂ ਬਿਲਕੁਲ ਐਕੂਰੇਟਲੀ ਉਹ ਪੋਟੈਂਸ਼ੀਅਲ એનર્ਜੀ ਕੈਲਕੂਲੇਟ ਕਰੋਗੇ ਜੋ ਚ ਸਟੋਰ ਹੋਏਗੀ। ਦੱਸੋ ਗੱਲ ਕਲੀਅਰ ਹੋਈ? Yes, sir. ਇਸ ਲਈ ਆਪਾਂ ਇਹ ਨਹੀਂ ਕਰਦੇ। ਬਾਕੀ ਜਿਹੜੀ ਮੈਥਡੋਲੋਜੀ ਆਪਣੀ ਹੈਗੀ ਹੈ ਕੈਲਕੂਲੇਟ ਕਰਨ ਦੀ, ਉਸ ਚ ਤੁਹਾਨੂੰ ਸਮਝ ਲੱਗ ਜਾਏਗੀ ਗੱਲ। ਸੋ ਆ ਹੈਗੀ ਪੋਟੈਂਸ਼ੀਅਲ એનર્ਜੀ। ਹੁਣ ਇਹਨੂੰ ਕੈਲਕੂਲੇਟ ਵੀ ਕਰ ਲਿਆ ਜਾਵੇ। ਕੈਲਕੂਲੇਟ ਕਰਨ ਲਈ ਕੀ ਕੀਤਾ ਜਾਵੇ? ਦੇਖੋ ਬਹੁਤ ਸੌਖਾ ਆ ਕਿ ਜੇ ਮੈਂ ਪਹਿਲਾਂ ਤਾਂ Q1 ਚਾਰਜ ਨੂੰ ਇੱਥੇ ਹੀ ਰੱਖ ਲਵਾਂ ਨਾ, ਕਿਉਂਕਿ Q1 ਚਾਰਜ ਅਗਲੇ ਪੇਜ ਤੇ ਕਰ ਦੇਣਾ। ਚਲੋ ਮੈਂ ਇੱਥੇ ਹੁਣ ਹੋ ਗਈ ਡੈਫੀਨੇਸ਼ਨ ਬਹੁਤ ਆ Q1 ਚਾਰਜ ਹੈ ਤੇ ਆ Q2 ਚਾਰਜ ਹੈ ਤੇ ਇਹਨਾਂ ਚ ਡਿਸਟੈਂਸ r ਹੈ। ਹੁਣ ਮੈਂ Q2 ਨੂੰ ਜਦੋਂ ਮੈਂ ਇਨਫਿਨਿਟੀ ਤੋਂ ਲੈ ਰਿਹਾ, Q1 ਨੂੰ ਨਹੀਂ ਲੈ ਕੇ ਆ ਰਿਹਾ, ਮੈਂ ਕੈਲਕੂਲੇਟ ਵੀ ਨਹੀਂ ਕਰ ਰਿਹਾ। ਪਤਾ ਲੱਗ ਗਿਆ ਨਾ ਕਿਉਂ ਨਹੀਂ ਕਰ ਰਿਹਾ? ਮੈਂ Q1 ਨੂੰ ਲੈ ਕੇ ਆਇਆ ਹੋਇਆ, ਮੰਨ ਲਓ Q2 ਨੂੰ ਲੈ ਕੇ ਆਣਾ ਆ, ਸਿੰਪਲ ਜੀ ਗੱਲ ਹੈ। Q2 ਇੱਥੇ ਨਹੀਂ ਹੈ, Q2 ਨੂੰ ਲੈ ਕੇ ਆਣਾ, ਤਾਂ ਵਰਕ ਡਨ ਉਹੀ ਪਤਾ ਕਰਨਾ ਮੈਂ। ਜੇ ਮੈਂ Q2 ਨੂੰ ਲੈ ਕੇ ਆਣਾ ਇਨਫਿਨਿਟੀ ਤੋਂ ਮੰਨ ਲਓ ਇਸ ਤਰ੍ਹਾਂ ਲੈ ਕੇ ਆ ਰਿਹਾ, ਮੈਂ ਇਸੇ ਰਸਤੇ ਤੇ ਲੈ ਕੇ ਆ ਰਿਹਾ ਮੈਂ। ਇਹ ਪਾਥ ਦੇ ਇੰਡੀਪੈਂਡੈਂਟ ਹੁੰਦਾ ਹੈ ਬਈ, ਠੀਕ ਹੈ। ਇਸ ਗੱਲ ਨੂੰ ਫਿਲਹਾਲ ਦਿਮਾਗ 'ਚ ਰੱਖਿਓ, ਬਾਅਦ 'ਚ ਆਪਾਂ ਇੱਥੇ ਫਿਰ ਹੋਰ ਡਿਸਕਸ਼ਨ ਕਰ ਲਾਂਗੇ। ਚਾਹੇ ਫਿਲਹਾਲ ਇਸ ਰਸਤੇ ਤੇ ਮੈਂ ਲੈ ਕੇ ਆਣਾ। ਜਦੋਂ ਮੈਂ ਲੈ ਕੇ ਆ ਰਿਹਾ ਹੋਊਗਾ, ਤੁਸੀਂ ਮੈਨੂੰ ਐਂ ਦੱਸੋ ਕਿ Q2 ਨੂੰ, ਜਸਟ ਇੱਕ ਛੋਟੀ ਜਿਹੀ ਗੱਲ ਦੱਸਿਓ ਮੈਨੂੰ, Q2 ਨੂੰ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਲੈ ਕੇ ਆਉਂਦੇ ਹੋਏ, ਮੰਨ ਲਓ ਆ ਫੀਲਡ ਦੇ ਅੰਦਰ ਹੀ ਹੈ, ਤੇ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਇੰਨੀ ਹੀ ਡਿਸਟੈਂਸ ਤੇ ਲੈ ਕੇ ਆਉਂਦੇ ਹੋਏ, ਕਿ ਦੋਨੋਂ ਕੇਸਿਸ 'ਚ ਵਰਕ ਡਨ ਬਰਾਬਰ ਹੋਏਗਾ? No, No, sir. sir. ਕਿਉਂ ਨਹੀਂ ਹੋਏਗਾ ਬਰਾਬਰ? Electric field Force से constant नहीं है। force ਹਾਂ, ਇਸ ਜਗ੍ਹਾ ਤੇ ਪਹਿਲੇ ਵਾਲੀ ਪੋਜੀਸ਼ਨ ਤੇ ਇਲੈਕਟ੍ਰੋਸਟੈਟਿਕ ਫੋਰਸ ਘੱਟ ਲੱਗ ਰਿਹਾ ਹੋਏਗਾ, ਤਾਂ ਮੈਨੂੰ ਇੱਥੇ ਫੋਰਸ ਘੱਟ ਲਾਉਣਾ ਪਏਗਾ, ਤਾਂ ਵਰਕ ਡਨ ਘੱਟ ਆਏਗਾ। ਇੱਥੇ ਇਸ ਤੇ ਨੇੜੇ ਆ ਗਿਆ, ਜਿੰਨਾ ਨੇੜੇ ਜਾਈ ਜਾਊਂਗਾ ਉਨਾ ਹੀ ਉਹਨੂੰ ਯੂਨਿਟ ਡਿਸਟੈਂਸ ਅੱਗੇ ਲੈ ਕੇ ਜਾਣਾ ਔਖਾ ਹੁੰਦਾ ਜਾਏਗਾ। ਇਹ ਬਹੁਤ ਸਿੰਪਲ ਜੀ ਗੱਲ ਹੈ, ਕਲੀਅਰ ਹੈ ਨਾ? Yes. ਜਿਵੇਂ ਗੁਲੇਲ ਨੂੰ ਤੁਸੀਂ ਖਿੱਚਦੇ ਹੋ, ਗੁਲੇਲ ਨੂੰ ਪਹਿਲੇ 2 ਸੈਂਟੀਮੀਟਰ ਦਾ ਡਿਸਟੈਂਸ ਤੁਸੀਂ ਆਰਾਮ ਨਾਲ ਖਿੱਚ ਲਓਗੇ, ਅਗਲੇ 2 ਸੈਂਟੀਮੀਟਰ ਥੋੜਾ ਹੋਰ ਔਖਾ, ਅਗਲੇ 2 ਸੈਂਟੀਮੀਟਰ ਥੋੜਾ ਹੋਰ ਔਖਾ। ਕਲੀਅਰ ਹੈ ਗੱਲ? Yes, sir. Yes, sir. ਸੇਮ ਇਜ਼ ਵਿਦ ਦਾ ਸਪ੍ਰਿੰਗ, ਅਗਰ ਤੁਸੀਂ ਇਲਾਸਟਿਕ ਲਿਮਿਟਸ ਵਿੱਚ ਗੱਲ Yes, ਕਰ sir. ਰਹੇ ਹੋ। ਸੋ ਇਹਨੂੰ ਐ ਕਰ ਦੋ, ਇਹਨੂੰ ਛੱਡ ਦੋ, ਮੈਂ ਜਸਟ ਪਤਾ ਸਮਝਾ ਰਿਹਾ ਤੁਹਾਨੂੰ ਪਤਾ ਹੈ ਇਹ ਗੱਲ ਕਿ ਬਈ ਇਹਦਾ ਮਤਲਬ ਵੇਰੀਏਬਲ ਫੋਰਸ ਹੋਏਗਾ ਜਿਹੜਾ ਆਪਣਾ ਇੱਥੇ ਲੱਗੇਗਾ। ਜੇ ਫੋਰਸ ਵੇਰੀਏਬਲ ਹੋਏਗਾ ਤਾਂ ਵਰਕ ਡਨ ਕੈਲਕੂਲੇਟ ਕਰਨ ਲਈ ਤੁਹਾਨੂੰ ਇੰਟੀਗ੍ਰੇਸ਼ਨ ਦੀ ਲੋੜ ਪਏਗੀ। ਤੇ ਇਸ ਲਈ ਮੈਂ ਕੀ ਕਰਾਂਗਾ, ਮੈਂ ਰਸਤੇ ਦੇ ਵਿੱਚ ਇਸ ਜਗ੍ਹਾ ਤੇ ਕੋਈ ਜਨਰਲ ਪੁਆਇੰਟ ਲੈ ਲੈਣਾ, ਜਿਹਦਾ ਕਿ ਡਿਸਟੈਂਸ ਮੰਨ ਲਓ ਇਸ Q ਤੋਂ ਹੈਗਾ ਵਾ x, ਤੇ ਇਸ ਜਗ੍ਹਾ ਤੇ ਮੈਂ ਜਦੋਂ ਇਹਨੂੰ ਥੋੜਾ ਜਿਹਾ ਡਿਸਟੈਂਸ ਇੱਥੇ ਲੈ ਕੇ ਆਣਾ ਅੱਗੇ, ਤੇ ਉਹ ਛੋਟਾ ਹੈ, ਇਹ ਬਹੁਤ ਸਮਾਲ ਡਿਸਟੈਂਸ ਹੈ, ਇਹ ਮੰਨ ਲਓ ਹੈਗਾ dr ਕਹਿ ਲਓ ਇਹਨੂੰ, ਠੀਕ ਹੈ। ਛੋਟੀ ਜਿਹੀ ਡਿਸਪਲੇਸਮੈਂਟ ਕੀਤੀ ਮੈਂ dr, ਤੇ ਇੱਥੇ ਇਲੈਕਟ੍ਰੋਸਟੈਟਿਕ ਫੋਰਸ ਕਿੱਧਰ ਨੂੰ ਲੱਗ ਰਿਹਾ ਹੈ ਦੱਸੋ? ਇਲੈਕਟ੍ਰੋਸਟੈਟਿਕ ਫੋਰਸ ਕਿੱਧਰ ਨੂੰ ਲੱਗ ਰਿਹਾ ਹੈਗਾ? ਇੱਧਰ ਨੂੰ ਲੱਗ ਰਿਹਾ ਹੈਗਾ ਨਾ? Yes, sir. Yes, sir. ਤੇ ਚਾਰਜ ਕਿਹੜਾ ਲੈ ਕੇ ਆ ਰਿਹਾ ਮੈਂ? Q2 ਲੈ ਕੇ ਆ ਰਿਹਾ ਨਾ, ਤਾਂ ਇੱਥੇ ਇਲੈਕਟ੍ਰੋਸਟੈਟਿਕ ਫੋਰਸ ਬੇਸਿਕਲੀ Q2 into E ਲੱਗੇਗਾ ਨਾ, ਜਿੰਨਾ ਵੀ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੋਏਗਾ। Yes, sir. ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ? ਇਹਦਾ ਤੁਹਾਨੂੰ ਪਤਾ ਹੀ ਹੈ ਨਾ, KQ1/x ਦਾ ਸਕੁਅਰ ਹੋਏਗਾ। Yes, sir. Yes, sir. ਠੀਕ ਹੈ ਨਾ? ਹੁਣ ਮੈਂ ਤੁਹਾਨੂੰ ਨਾ ਇੱਕ ਛੋਟੀ ਜੀ ਗੱਲ ਮੈਂ ਬਾਅਦ ਵਿੱਚ ਸਮ ਅਪ ਕਰ ਦੂੰਗਾ, ਬਾਅਦ ਵਿੱਚ, ਪਹਿਲਾਂ ਫਿਲਹਾਲ ਮੈਂ ਉਹੀ ਕਰਦਾ ਜੋ ਮੈਂ ਕਰ ਰਿਹਾ ਸੀ। ਤਾਂ ਇੱਥੇ ਤੁਸੀਂ ਦੱਸੋ ਫਿਰ ਮੈਨੂੰ ਫੋਰਸ ਕਿੰਨਾ ਲਾਣਾ ਚਾਹੀਦਾ ਹੈ? ਉਨਾ ਹੀ ਨਾ? Yes, sir.
मैग्नीट्यूड च इतना ही ना, पर ऑब्वियसली इस येलो वाले फोर्स तो अगेंस्ट लगाना पड़ेगा ना, आ होएगा ना मेरा एक्सटर्नल फोर्स। जब वर्क डन मैं करना वो आ करना है, डिस्प्लेसमेंट आया, ठीक है गल? हाँ जी, सर थोड़ा सा ज्यादा नहीं लगाना पड़ेगा, थोड़ा सा? ऑब्वियसली थोड़ा सा ज्यादा लगाना पड़ेगा, बात आपकी बिल्कुल सही है, पर अगर मुझे पोटेंशियल एनर्जी कैलकुलेट करनी है तो मुझे थोड़ा सा भी अगर ज्यादा लगा दिया तो नेट फोर्स लग जाएगा, उसकी वजह से वो एक्सेलरेट होने लग जाएगा ना फिर। यस सर। और फिर वो जो मेरा वर्क डन कैलकुलेट होगा वो पोटेंशियल एनर्जी की से असल में थोड़ा थोड़ा सा ज्यादा होता रहेगा और वो थोड़ा ज्यादा ही आएगा फिर एंड में। पर मुझे तो बिल्कुल पोटेंशियल एनर्जी को कैलकुलेट करना है, और पोटेंशियल एनर्जी इस येलो वाले फोर्स की वजह से आएगी ना। यस। यानी जब मैं इस चार्ज को यहां पर लाके छोड़ दूंगा तो वो वापस पीछे की तरफ भागेगा, तो इस येलो फोर्स की वजह से भागेगा ना पीछे को। यस। तो मैं तो वो कैलकुलेट करना चाहता हूं कि उसमें स्टोर कितना हुआ, इसलिए मैं अपना वाला फोर्स जो मेरा वाला ये है ये उसके बराबर ले रहा हूं। पर आपकी बात बिल्कुल सही है कि अगर मुझे आगे लेके जाना है तो मुझे थोड़ा ज्यादा लगाना पड़ेगा। पर ये समझ लो कि मैंने थोड़ा सा इतना सा ज्यादा लगाया और एक ही जगह इन्फिनिटी पे लगा दिया था, समझ लो जैसे ही वो एंटर किया थोड़ा सा ज्यादा लगा दिया, समझ लो कि वो फिर चार्ज जो है वो मूव करने लग गया। ओके। ठीक है, हाँ जी। पर उसको बात को समझेंगे हम ऐसे क्योंकि हम पोटेंशियल एनर्जी कैलकुलेट कर रहे हैं कि स्टोर कितना हुआ। ये येलो वाले की वजह से थोड़ी स्टोर हो रहा है, सॉरी ब्लू वाले की वजह से थोड़ी स्टोर हो रहा है, येलो वाले की वजह से स्टोर हो रहा है ना। तो स्टोर तो उतना ही हो रहा है। अगर आपने यहाँ पे बहुत ज्यादा भी फोर्स लगाया, मान लो इतना भी लगा दिया, तभी वो जितना येलो है उतना ही स्टोर हो रहा होगा, जैसे बुक उतनी ही स्पीड से नीचे जाएगी ना बाद में। तो यस सर। क्लियर है? हाँ सर। सो जो वर्क डन कैलकुलेट करूंगा मैं, वर्क डन कैलकुलेट करने लिए की करूंगा, देखो वर्क डन होएगा मेरा फोर्स जो मैं लगाऊंगा एक्सटर्नल EXT बोल देना मैंने, तो डॉट DR ये होएगा मेरा स्मॉल वर्क डन इन दैट फॉर दैट स्मॉल डिस्प्लेसमेंट। क्लियर है गल? Yes. Yes, sir. तो इसनु मैं बाद टोटल वर्क डन कैलकुलेट करने लिए इंटीग्रेट करना पड़ेगा ना मैनू। यस सर। F एक्सटर्नल डॉट DR। ਹੁਣ ਤੁਸੀਂ ਮੈਨੂੰ ਦੱਸੋ F एक्सटर्नल ਜਿਹੜਾ ਆ ਉਹਦਾ ਮੈਗਨੀਟਿਊਡ ਕਿੰਨਾ ਆ? ਪਹਿਲਾ F एक्सटर्नल ਦਾ ਮੈਗਨੀਟਿਊਡ ਆਏਗਾ, ਫਿਰ DR ਦਾ ਮੈਗਨੀਟਿਊਡ ਆਏਗਾ। ਇਹ ਮੈਂ ਮੈਗਨੀਟਿਊਡ ਜਾਣ ਕੇ ਲਿਖ ਰਿਹਾ, ਮੈਂ ਬਾਅਦ ਚ ਦੱਸਦਾ ਕਿਉਂ ਲਿਖ ਰਿਹਾ ਮੈਂ। ਤੇ cos of angle between them work external ਤੇ displacement ਚ ਐਂਗਲ ਕਿੰਨਾ ਦੱਸੋ? 180. ਨਹੀਂ, 0. 180 ਦਾ ਉਹ yellow ਵਾਲੇ ਇਲੈਕਟ੍ਰੋਸਟੈਟਿਕ ਫੋਰਸ ਦੇ ਵਿੱਚ ਹੈ ਨਾ, ਮੈਂ ਤਾਂ ਐਕਸਟਰਨਲ ਮੈਂ ਲਗਾ ਰਿਹਾ ਨਾ ਐਕਸਟਰਨਲ ਫੋਰਸ। हाँ जी सर, हाँ जी। इसलिए मैं ये बहुत छोटी जी गल ही है वैसे, पर इधर मैं दसदा ਤੁਹਾਨੂੰ ਬਾਅਦ ਚ ਇਹਨੂੰ ਕਿਵੇਂ ਭੁਲੇਖਾ ਪੈਂਦਾ ਆਪਾਂ ਨੂੰ, ਇਹਨੂੰ ਹੋਰ ਤਰ੍ਹਾਂ ਵੀ ਸੋਲਵ ਕਰਕੇ ਦਿਖਾਉਂਗਾ। ਮੈਂ ਚਾਹਨਾ ਕਿ ਡੈਰੀਵੇਸ਼ਨ ਤੁਹਾਡੇ ਲਈ ਕੋਈ ਐ ਨਾ ਹੋਵੇ ਕਿ ਰੱਟਾ ਮਾਰਨ ਲੱਗ ਜਾਓ, ਇਸ ਲਈ ਮੈਂ ਤੁਹਾਨੂੰ ਸਮਝਾ ਰਿਹਾ, ਮੇਰੀ ਡੈਫੀਨੇਸ਼ਨ ਸਮਝੋ ਤੇ ਉਹਨੂੰ ਅਪਲਾਈ ਕਰੋ। ਮੈਂ ਵਰਕ ਨਾ ਕਰਨਾ ਨਾ, ਵਰਕ ਨਾ ਮੈਂ ਕਰ ਰਿਹਾ ਨਾ, ਇਹ है ना अनुराग? हाँ जी सर। इसीलिए मैं अपने फोर्स के बारे गल कर रहा कि मेरा फोर्स तो आ है ना, तो मेरे डिस्प्लेसमेंट आया, मैं ਉਹਨੂੰ ਫੋਰਸ ਲਗਾ ਕੇ ਡਿਸਪਲੇ ਇਧਰ ਹੀ ਕਰ ਰਿਹਾ, ਜਿੱਧਰ ਨੂੰ ਫੋਰਸ ਲਗਾ ਰਿਹਾ ਉਧਰ ਡਿਸਪਲੇਸਮੈਂਟ ਕਰ ਰਿਹਾ, cos 0 ਆਏਗਾ। ਪਰ ਜਦੋਂ ਮੈਂ ਇੱਥੇ ਪੁੱਟ ਕਰੂੰਗਾ ਨਾ, ਇੱਥੇ ਬੜੀ ਇੰਪੋਰਟੈਂਟ ਗੱਲ ਹੈ, F एक्सटर्नल ਜਿਹੜਾ ਹੈ ਉਹਦਾ ਮੈਗਨੀਟਿਊਡ ਕਿੰਨਾ ਆਏਗਾ? K Q1 डिवाइड बाय x ਦਾ ਸਕੁਅਰ ਆਏਗਾ ਉਸ ਜਗ੍ਹਾ ਤੇ, ਹੈ ਕਿ ਨਹੀਂ? ਤੇ DR ਦਾ ਜੋ ਮੈਗਨੀਟਿਊਡ ਆਏਗਾ ਨਾ, ਇਹ ਬੜੀ ਇੰਪੋਰਟੈਂਟ ਗੱਲ ਹੈ ਬੱਚੇ, ਬਹੁਤ ਧਿਆਨ ਨਾਲ ਦੇਖਿਓ। DR ਦਾ ਜੋ ਮੈਗਨੀਟਿਊਡ ਆਏਗਾ ਉਹ -dx ਆਏਗਾ, +dx ਨਹੀਂ ਆਏਗਾ। हाँ जी। क्योंकि जो x ਦੇ ਵਿੱਚ ਫਾਰਮ ਚ ਲੈ ਕੇ ਆਵਾਂਗੇ ਨਾ ਆਪਾਂ, ਕਿਉਂਕਿ ਜਦੋਂ dr ਇਧਰ ਨੂੰ ਵਧ ਰਿਹਾ ਤਾਂ x ਘਟ ਰਿਹਾ, ਬਿਕੋਜ਼ x ਇਜ਼ ਡਿਕਰੀਜ਼ਿੰਗ, ਹੈ ਨਾ? हाँ जी सर। ਤਾਂ ਫਾਈਨਲ ਵੈਲਿਊ ਮਾਈਨਸ ਨਿਸ਼ਾਨ ਉਹਨੂੰ ਮੈਂ ਪੋਜ਼ਿਟਿਵ ਬਣਾ ਲਿਆ, ਆਪਾਂ ਐ ਕਰਦੇ ਆ ਇਹਨੂੰ -dx ਲਿਖਾਂਗੇ, ਇੱਥੇ cos 0 ਦੀ ਵੈਲਿਊ 1 ਲਿਖਾਂਗੇ, ਤੇ ਇਹਦੀ ਲਿਮਿਟ ਕਿੱਥੋਂ ਆਏਗੀ? ਇਨਫਿਨਿਟੀ ਤੇ x, ਇਨਫਿਨਿਟੀ ਤੋਂ ਲੈ ਕੇ x ਦੀ ਵੈਲਿਊ ਕਿੱਥੇ ਤੱਕ? ਇੱਥੇ ਪਹੁੰਚਦੇ ਤੱਕ x ਦੀ ਵੈਲਿਊ ਕਿੰਨੀ ਰਹਿ ਜਾਏਗੀ? r। ਬਿਲਕੁਲ ਠੀਕ। ਹੁਣ ਜੇ ਮੈਂ ਇਹਨੂੰ ਕਰਾਂਗਾ ਤਾਂ ਇਹ ਆ ਜਾਊਗਾ k Q1 ਤੇ ਮਾਈਨਸ ਸਾਈਨ ਬਾਹਰ ਆ ਜਾਏਗਾ ਇੱਥੇ, ਤੇ ਅੰਦਰ ਇੰਟੀਗ੍ਰੇਸ਼ਨ ਬਣੇਗੀ x ਦੀ ਪਾਵਰ -2 ਦੀ ਇਨਟੂ dx, ਇਨਫਿਨਿਟੀ ਤੋਂ ਲੈ ਕੇ r ਤੱਕ। ਕਲੀਅਰ ਹੋ ਗਈ ਗੱਲ? Yes sir। Yes. ਤੇ -k ਇਨਟੂ Q1 ਹੋ ਗਿਆ ਇੱਥੇ, x ਦੀ ਪਾਵਰ -2 ਦਾ ਇੰਟੀਗਰਲ ਕਰੋਗੇ ਤਾਂ -2 + 1 ਆਹੀ ਬਣੇਗਾ ਨਾ? देखो ਹੁਣ ਜੇ ਇਹਨੂੰ ਮੈਂ ਦੇਖਾਂ, ਇਹ ਕਿਹਦੇ ਬਰਾਬਰ ਆਏਗਾ? -2 + 1 -1 ਆ ਜਾਏਗਾ। -1 ਜਿਹੜਾ ਬਾਹਰ ਦੇ ਮਾਈਨਸ ਨਾਲ ਕੱਟ ਜਾਏਗਾ ਨਾ,
ਤੇ ਇੱਥੇ ਬਣ ਜਾਏਗਾ x ਦੀ ਪਾਵਰ -2 + 1 ਯਾਨੀ 1/x। ਹਾਂਜੀ Yes, sir. ਇਹ ਆ ਜਾਏਗਾ k q1 ओए होए एक चीज रह गई भाई, गलती होगी। नहीं, Q2 फोर्स का मैग्नीट्यूड k q1 q2 होएगा ना, Yes, sir. ਹਾਂਜੀ ਸਰ फोर्स है ना, वो फील्ड थोड़ी है। मैं क्या q2 किधर चला गया मेरा, ते q1 q2 q1 q2 q1 q2 ਤੇ ਇੱਥੇ ਆ ਜਾਏਗਾ, ਪਹਿਲਾ ਆਏਗਾ 1/r ਮਾਈਨਸ 1/infinity। 1/infinity ਨੂੰ ਆਪਾਂ 0 ਪੁੱਟ ਕਰ ਦਿੰਦੇ ਤੇ ਬੇਸਿਕਲੀ ਕੀ ਬਣ ਗਿਆ, this is the work done। ਜਦੋਂ ਮੈਂ ਉਹਨੂੰ q2 ਨੂੰ ਲੈ ਕੇ ਆਇਆ ਉਸ r ਪੋਜੀਸ਼ਨ ਤੇ, ਇਹਨੂੰ ਮੈਂ ਕੈਲਕੂਲੇਟ ਕੀਤਾ ਯੂਜ਼ਿੰਗ ਇੰਟੀਗ੍ਰੇਸ਼ਨ ਤੁਹਾਡੇ ਸਾਹਮਣੇ, ਤੇ ਇਹੀ ਮੇਰੀ ਕੀ ਬਣੇਗੀ, potential and of this system of two charges। शुभम yes sir, समझ में आ गई बात अब। yes sir, और अगर मैं यही काम ऐसे करता कि मैं q1 को यहाँ पे रखता, q2 को यहाँ रखता, q1 को लेकर आता, तो उधर से मैं वही बात करता, सारी बातें वैसी होती। पर आप ऐसे लेफ्ट टू राइट हम ऐसे लिख के ये डेराइव कर सकते हैं। ये अगर सब किसी ने समझ ना आई हो तो पूछ लो। सर हाँ जी सर ते ਉਹ ਪਿਛਲਾ ਪੇਜ ਕੱਢਿਓ ਇੱਕ ਮਿੰਟ। हाँ जी ਸਰ ਜਿਹੜਾ ਤੁਸੀਂ ਐਕਸਟਰਨਲ ਫੋਰਸ ਸਰ ਜਿਹੜੀ ਤੁਸੀਂ ਲਈ ਹੈ हाँ जी ਸਰ q2e हाँ जी ਸਰ ਉਹ ਜਿਹੜੀ ਫੋਰਸ ਲੱਗ ਰਹੀ ਆ ਉਹਦੇ ਬਰਾਬਰ ਹੀ ਆ ਸਰ, ਤੇ ਨੈਟ ਫੋਰਸ 0 ਨਹੀਂ ਹੋ ਜੂਗੀ। हाँ तो मैं वही तो कह रहा ना, आपा वर्क डन ਜਿਹੜਾ ਕਰ ਰਹੇ ਆ, ਜਿਹੜੇ ਫੋਰਸ ਨੂੰ ਕਰਕੇ ਆਪਾਂ ਉਹਦੀ ਗੱਲ ਕਰ ਰਹੇ ਆ ਨਾ। ਹਾਂਜੀ ਸਰ ਉਹ ਤਾਂ ਲੱਗ ਤਾਂ ਰਹੀ ਆ, ਆਪਾਂ ਵੀ 19 ਲਾਈ, ਫਿਰ ਤਾਂ ਉਹ ਮੂਵ ਹੀ ਨਹੀਂ ਕਰਨਾ ਚਾਹੀਦਾ ਨਾ। ਹਾਂਜੀ ਸਰ ਤਾਂ ਹੀ ਆਪਾਂ ਕਹਿ ਰਹੇ ਹਾਂ ਕਿ ਵੈਸੇ ਐਕਸਟਰਨਲ ਫੋਰਸ ਉਹਦੇ ਨਾਲੋਂ ਥੋੜਾ ਜਿਹਾ ਜ਼ਿਆਦਾ ਹੋਣਾ ਚਾਹੀਦਾ ਆ। ਆਪਾਂ ਨੂੰ ਇਸ ਗੱਲ ਦੀ ਡੈਫੀਨੇਸ਼ਨ ਨੂੰ ਸਮਝਣ 'ਚ ਦਿੱਕਤ ਆਉਂਦੀ ਹੈ ਕਈ ਵਾਰੀ, ਪਰ ਤੂੰ ਡੈਫੀਨੇਸ਼ਨ ਸੋਚ, ਆਪਾਂ ਪਤਾ ਕੀ ਕਰ ਰਹੇ ਹਾਂ, ਪਤਾ ਤਾਂ ਆਪਾਂ ਇਹ ਕਰ ਰਹੇ ਹਾਂ ਨਾ ਕਿ ਇਸ ਦੇ ਵਿੱਚ ਕਿੰਨੀ એનર્ਜੀ ਸਟੋਰ ਹੋਊਗੀ, ਹੈ ਕਿ ਨਹੀਂ। ਹਾਂਜੀ ਸਰ ਤਾਂ ਜਦੋਂ ਇਸ ਪਾਰਟੀਕਲ ਨੂੰ q2 ਨੂੰ ਇੱਥੇ ਲਿਆ ਕੇ q1 ਨੂੰ ਫਿਕਸ ਕਰ ਲਾ, q1 q2 ਨੂੰ ਇੱਥੇ ਛੱਡੇਗਾ ਲਿਆ ਕੇ, ਜੋ ਛੱਡ ਦੇਗਾ ਤੂੰ ਵਾਪਸ, ਤਾਂ ਜਦੋਂ ਵਾਪਸ ਜਾਊਗਾ ਤਾਂ ਉਹ ਇਸ q2 into e ਯੈਲੋ ਵਾਲੇ ਫੋਰਸ ਦੇ ਕਰਕੇ ਹੀ ਵਾਪਸ ਜਾਊਗਾ ਕਿ ਇਸ ਤੋਂ ਥੋੜਾ ਜ਼ਿਆਦਾ ਕਰਕੇ ਵਾਪਸ ਜਾਊਗਾ। ਸਰ ਯੈਲੋ ਵਾਲੇ ਫੋਰਸ ਦੇ ਕਰਕੇ ਜਾਊਗਾ, ਇੰਨੇ ਕਰਕੇ ਹੀ ਜਾਊਗਾ ਨਾ। ਉਹ ਤਾਂ ਜਿਵੇਂ ਕਿਤਾਬ ਤਾਂ ਉਨੇ ਹੀ ਆਪਣੇ weight ਕਰਕੇ ਗਿਰੂਗੀ ਨਾ, ਤੂੰ weight ਤੋਂ ਵੱਧ ਫੋਰਸ ਲਾ ਦੇ ਚਾਹੇ, ਤਾਂ ਕਰਕੇ ਤੂੰ ਕੈਲਕੂਲੇਟ ਕਰਨ ਲੱਗੇ ਜ਼ਿਆਦਾ ਲਾਏਗਾ ਤਾਂ ਤੇਰੀ ਕੈਲਕੂਲੇਸ਼ਨ ਗਲਤ ਹੋ ਜੂਗੀ। ਮੈਂ ਤੁਹਾਨੂੰ ਇਹ ਗੱਲ ਸਮਝਾਣਾ ਦੁਬਾਰਾ, ਸਾਰੇ ਨੇ ਇੱਕ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ। ਜਸ਼ਨਜੋਤ ਦਾ ਸਵਾਲ, ਹੁਣ ਜਸ਼ਨਜੋਤ ਇੱਥੇ ਮੈਂ ਰਫ ਚ ਕਰ ਦਿੰਦਾ, ਦੇਖੀ ਛੋਟੀ ਜੀ ਗੱਲ। ਮੰਨ ਲੈ ਜਸ਼ਨਜੋਤ ਇੱਕ ਕਿਤਾਬ ਆ, ਠੀਕ ਹੈ, ਕਿਤਾਬ ਆ, ਤੇ ਕਿਤਾਬ ਦਾ ਜਿਹੜਾ weight ਹੈ, ਮੰਨ ਲਓ ਹੁਣ ਆਪਾਂ ਗੱਲ ਕਰ ਰਹੇ ਤੇ ਗ੍ਰੈਵਿਟੀ ਬਦਲਦੀ ਨਹੀਂ ਨਾ, ਇੱਥੇ ਤਾਂ ਆਪਣਾ ਸਿੱਧਾ ਮਾਮਲਾ ਚੱਲਦਾ ਆ, ਕਿਉਂਕਿ ਆਪਾਂ ਗ੍ਰੈਵਿਟੀ ਨੂੰ ਥੋੜੀ ਇੰਨੇ ਡਿਸਟੈਂਸ ਤੇ ਆਪਾਂ ਚੇਂਜ ਨਹੀਂ ਮੰਨਦੇ। ਵੈਸੇ ਤਾਂ ਗ੍ਰੈਵਿਟੀ ਬਦਲ ਜਾਂਦੀ ਹੈ ਬਹੁਤ ਜ਼ਿਆਦਾ ਹਾਈਟ ਤੇ ਜਾ ਕੇ, ਪਰ ਜਿੰਨੀ ਕੁ ਹਾਈਟ h ਹੈਗੀ ਉੱਤੇ ਆਪਾਂ ਨਹੀਂ ਮੰਨਦੇ। ਮੰਨ ਲਾ, ਠੀਕ ਹੈ ਗੱਲ, ਮੰਨ ਲਾ 2 ਮੀਟਰ ਦੀ ਉਚਾਈ ਤੇ ਮੈਂ ਕਿਤਾਬ ਨੂੰ ਲੈ ਕੇ ਗਿਆ ਵਾਂ, ਠੀਕ ਹੈ ਜਸ਼ਨਜੋਤ। ਹਾਂਜੀ ਤੇ ਕਿਤਾਬ ਹੈਗੀ ਮੰਨ ਲਾ 5 ਕਿਲੋ ਦੀ, 5 ਕਿਲੋ ਜ਼ਿਆਦਾ ਹੋ ਗਿਆ, 1 ਕਿਲੋ ਦੀ, ਠੀਕ ਆ। ਕਿਲੋ ਦੀ ਕਿਤਾਬ ਦਾ weight ਕਿੰਨਾ ਹੋਏਗਾ ਮੈਨੂੰ ਦੱਸ। g ਦੀ ਵੈਲਿਊ 10 ਲੈ ਲਾ। ਸਰ ਬਈ 10 ਕਿਲੋਗ੍ਰਾਮ ਹੈ 10 ਕਿਲੋਗ੍ਰਾਮ ਸਰ। ਸਰ 10 ਉੱਤੇ ਕਹਿ ਰਹੇ ਕਿਲੋਗ੍ਰਾਮ ਹੋ ਨਹੀਂ ਨਾ, 10 ਨਿਊਟਨ ਹੋਏਗਾ ਨਾ। 10 ਨਿਊਟਨ, ਹਾਂ ਸਰ। ਆ 10 ਹੋਏਗਾ। ਹੁਣ ਮੈਂ ਕਹਿ ਰਿਹਾ ਜਦੋਂ ਇਹਨੂੰ ਉੱਪਰ ਲੈ ਕੇ ਗਿਆ ਇੱਥੇ ਵੀ ਤਾਂ 10 ਹੀ ਹੋਏਗਾ ਕਿ ਨਹੀਂ ਦੱਸ। ਹਾਂਜੀ ਸਰ। ਜਦੋਂ ਰਸਤੇ 'ਚ ਕਿਤੇ ਇੱਥੇ ਹੋਏਗੀ ਕਿਤਾਬ ਉਦੋਂ ਵੀ ਤਾਂ 10 ਹੀ ਹੋਏਗਾ ਨਹੀਂ। ਹਾਂਜੀ ਸਰ। ਇੱਥੇ ਗੱਲ ਵੱਖਰੀ ਹੈ, ਇਲੈਕਟ੍ਰੋਸਟੈਟਿਕ ਫੋਰਸ ਤਾਂ ਬਦਲਦਾ ਫੋਰਸ, ਪਰ ਆਪਾਂ ਇੱਥੇ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੈਨੂੰ ਕਿਹਾ ਕਿਤਾਬ ਚੱਕ ਕੇ ਉੱਪਰ ਲੈ ਕੇ ਜਾ, ਤਾਂ ਤੂੰ ਕੀ ਕਰੇਗਾ, ਕਿਤਾਬ ਦੇ weight ਦੇ ਬਰਾਬਰ ਫੋਰਸ ਲਾਏਗਾ। ਹਾਂਜੀ ਸਰ। ਪਰ ਉਹਦੇ ਨਾਲ ਤਾਂ ਕਿਤਾਬ ਉੱਪਰ ਜਾਣੀ ਨਹੀਂ, ਹੈ ਕਿ ਨਹੀਂ। ਕਿਤਾਬ ਜਾਊਗੀ 10, ਜੇ ਤੂੰ 10 ਨਿਊਟਨ ਲਾਏਗਾ ਫਿਰ ਤਾਂ ਕਿਤਾਬ ਉਸ ਜਗ੍ਹਾ ਤੇ weightlessness ਫੀਲ ਕਰੂਗੀ, ਰਿਐਕਸ਼ਨ ਨਾਰਮਲ ਰਿਐਕਸ਼ਨ 0 ਹੋ ਜਾਊਗਾ ਬਸ ਸਰਫੇਸ ਤੇ। ਕਿਤਾਬ ਜਮਾ ਉੱਥੇ ਹੀ ਫੜ ਕੇ ਰੱਖੇਗਾ ਤੂੰ, ਫਿਰ ਤਾਂ ਉੱਪਰ ਤਾਂ ਨਹੀਂ ਲਿਜਾ ਰਿਹਾ। ਫਿਰ ਉੱਪਰ ਲਿਜਾਣ ਲਈ ਤੈਨੂੰ 10 ਤੋਂ ਜ਼ਿਆਦਾ ਫੋਰਸ ਲਗਾਉਣਾ ਚਾਹੀਦਾ ਕਿ ਨਹੀਂ। ਯੈਸ ਸਰ। ਹੁਣ ਮੰਨ ਲੈ 10 ਤੋਂ ਵੱਧ ਲਾਤਾ, ਕਿਸੇ ਨੇ 12 ਲਾਤਾ। ਜਦੋਂ ਕਿਸੇ ਨੇ 12 ਲਾਤਾ ਤੇ ਉਹਨੇ ਆਪਣੇ ਫੋਰਸ ਦੇ ਹਿਸਾਬ ਨਾਲ ਸਭ ਦੇਖਣਾ ਸ਼ੁਰੂ ਕੀਤਾ, ਤਾਂ ਇਹ ਬੁੱਕ ਉੱਪਰ ਜਾਂਦੇ ਐਕਸਲਰੇਟ ਵੀ ਹੋਊਗੀ ਪਹਿਲੀ ਗੱਲ ਤਾਂ। ਹੁਣ ਯੈਸ ਸਰ। ਹੁਣ ਉਹ 12 ਲਾ ਕੇ ਇੱਥੇ ਤੱਕ ਲੈ ਆਇਆ ਬੁੱਕ ਨੂੰ, ਤੇ ਉਹਨੇ ਵਰਕ ਡਨ ਕੈਲਕੂਲੇਟ ਕੀਤਾ 12 ਗੁਣਾ 2, 12 ਦੂਣਾ 24 ਹੋ ਗਿਆ। ਯੈਸ ਸਰ। ਹੁਣ ਉਹਦੇ 'ਚ ਇਸ ਬੰਦੇ ਨੇ ਵਰਕ ਡਨ ਕਿੰਨਾ ਕਰਤਾ, 24 ਜੌਲ ਕਰਤਾ।
ਹਾਂਜੀ ਸਰ। ਪਰ ਜਦੋਂ ਕਿਤਾਬ ਨੂੰ ਛੱਡੂਗਾ ਤੇ ਕਿਤਾਬ ਥੱਲੇ ਗਿਰੂਗੀ ਤਾਂ ਕਿਤਾਬ ਤੇ ਵਗਣਾ ਕਿੰਨਾ ਹੋਊਗਾ ਡਿਊ ਟੂ ਗ੍ਰੈਵਿਟੀ? ਦੱਸ ਮੈਨੂੰ। ਉਹ ਤਾਂ ਥੱਲੇ ਜਾਂਦੇ ਹੈ ਤਾਂ 10 ਦੇ ਹਿਸਾਬ ਨਾਲ ਜਾ ਰਹੀ ਕਿ ਨਹੀਂ? ਹਾਂਜੀ ਸਰ। ਤੇ 10 ਦੂਣਾ ਕਿੰਨਾ ਹੋਇਆ? 20 ਹੋ ਗਿਆ। ਯੈਸ ਸਰ। ਤਾਂ ਪੋਟੈਂਸ਼ੀਅਲ એનર્ਜੀ ਇਹ ਚ ਕਿੰਨੀ ਸਟੋਰਡ ਹੈ? 20 20 ਜਾਊਲ। ਤੇ ਉਹ ਬੰਦਾ ਉਹ 12 ਰੱਖ ਕੇ ਕੈਲਕੂਲੇਟ ਕਰ ਗਿਆ ਤਾਂ ਉਹਦਾ 24 ਤੇ 4 ਜਾਊਲ ਕਿੱਥੋਂ ਆਈ? ਇਹ ਉਹੀ ਆ ਜਿਹੜੀ ਐਕਸਟਰਾ ਲਾਈ ਜਾਂਦਾ ਸੀ, ਉਹ ਸਟੋਰ ਨਹੀਂ ਸੀ ਹੋ ਰਹੀ। ਸਟੋਰ ਤਾਂ ਉਹਦੇ weight ਦੇ ਹਿਸਾਬ ਨਾਲ ਹੋਈ ਹੈ, ਥੱਲੇ ਤਾਂ ਉਹਨੇ ਉਸ ਹਿਸਾਬ ਨਾਲ ਆਣਾ। ਇਸੇ ਲਈ ਮੈਂ ਉਸ ਬੰਦੇ ਨੂੰ ਕਿਹਾ ਕਿ ਭਾਈ ਤੂੰ ਐ ਕਰ, ਤੈਨੂੰ ਬਾਰ-ਬਾਰ ਪਾਊਗਾ ਭੁਲੇਖਾ, ਤੂੰ ਆਹ ਗੱਲ ਨੂੰ ਥੋੜਾ ਜਿਹਾ ਇਹ ਸਮਝ ਲੈ ਵੀ 10 ਦੇ ਹਿਸਾਬ ਨਾਲ ਤੂੰ 10 ਹੀ ਲਾਣੀ ਆ, ਤੂੰ ਨਹੀਂ ਲਾਣੀ ਇਸ ਤੋਂ ਵੱਧ, ਤੇ ਉਸ ਹਿਸਾਬ ਨਾਲ ਕੈਲਕੂਲੇਟ ਕਰ ਲਾ, ਤੂੰ ਤੇਰਾ ਮਸਲਾ ਹੱਲ ਹੋ ਜੂ। ਤਾਂ ਤੇਰੀ 20 ਆਊਗੀ ਇੱਧਰ ਵੀ ਤੇ ਇੱਧਰ ਵੀ। ਹੁਣ ਗੱਲ ਕਲੀਅਰ? यस सर। शुभम समझ में आई बात? यस सर, आ गई। इसीलिए हम एक्सटर्नल फोर्स को बिल्कुल उसके बराबर ही ले लेते हैं। यस सर। किसी को कोई डाउट होवे तो पूछो इस बारे, बड़े बढ़िया टॉपिक है। हाँ जी गुरप्रीत सर ਆਪਾਂ ਮਤਲਬ ਇਹੀ ਅਸਿਊਮ ਕਰ ਰਹੇ ਹਾਂ ਨਾ ਕਿ ਆਪਾਂ ਮਤਲਬ ਥੋੜੀ ਜੀ ਨੈਗਲੀਜੀਬਲ ਫੋਰਸ ਹੀ ਲਾ ਕੇ ਉਹਨੂੰ ਜਸਟ ਮੂਵ ਹੀ ਕਰਾ। ਹਾਂ, ਇਸ ਲਈ ਆਪਾਂ ਉਹ ਜਿਹੜਾ ਨੈਗਲੀਜੀਬਲ ਵੱਧ ਲਾ ਰਹੇ ਹਾਂ ਉਹਨੂੰ ਆਪਾਂ ਇਗਨੋਰ ਹੀ ਕਰ ਰਹੇ ਹਾਂ, ਕਿਉਂਕਿ ਉਹਦੇ ਕਰਕੇ ਕੁਝ ਸਟੋਰ ਤਾਂ ਹੋਣਾ ਨਹੀਂ, એનર્ਜੀ ਤਾਂ ਉਹਦੇ ਵਿੱਚ ਉਸੇ ਕਰਕੇ ਸਟੋਰ ਹੋਣੀ ਜਿੰਨਾ ਇਲੈਕਟ੍ਰੋਸਟੈਟਿਕ ਫੋਰਸ ਲੱਗ ਰਿਹਾ ਉੱਤੇ। ਓਕੇ ਸਰ, ਸਮਝ ਲੱਗੀ ਗੱਲ ਸਾਰਿਆਂ ਨੂੰ? यस Yes, sir. हाँ जी गुरांश। ਸਰ ਮੈਂ ਮਤਲਬ ਜ਼ਿਆਦਾ ਕੋਈ ਡਾਊਟ ਨਹੀਂ, ਵੈਸੇ ਸੋਚਦਾ ਪਿਆ ਸੀਗਾ। ਹੁਣ ਦੇਖੋ ਨਾ ਸਰ, ਜਿੱਦਾਂ ਆਪਾਂ ਫ੍ਰਿਕਸ਼ਨ ਚ ਦੇਖਦੇ ਹਾਂ ਕਿ ਫ੍ਰਿਕਸ਼ਨ ਦਾ ਫੋਰਸ ਵੀ ਆਪੋਜ਼ਿਟ ਲੱਗਦਾ ਹੈ, ਨਾਲੇ ਆਪਾਂ ਜਿਹੜਾ ਫੋਰਸ ਲਗਾਉਂਦੇ ਆ ਨੈਗੇਟਿਵ ਹੁੰਦਾ ਹੈ ਅਗਰ ਆਪੋਜ਼ਿਟ ਲਗਾਈਏ। ਹੁਣ ਇਹਦੇ ਵਿੱਚ ਵੀ ਉਹੀ ਕੇਸ ਹੈ, ਮਤਲਬ ਮੰਨ ਲਓ ਕਿ ਇਹਦਾ ਫੋਰਸ ਤਾਂ ਆਪੋਜ਼ਿਟ ਲੱਗ ਰਿਹਾ, ਨਾਲੇ ਆਪਾਂ ਆਪੋਜ਼ਿਟ ਲਗਾ ਰਹੇ ਹਾਂ। ਅਸਲ ਵਿੱਚ ਫ੍ਰਿਕਸ਼ਨ ਜਿਹੜਾ ਹੈ ਨਾ, ਫ੍ਰਿਕਸ਼ਨ ਇੱਕ ਕੰਜ਼ਰਵੇਟਿਵ ਫੋਰਸ ਨਹੀਂ ਹੈ, ਇਸ ਲਈ ਫ੍ਰਿਕਸ਼ਨ ਦੇ ਅਗੇਂਸਟ ਕੀਤਾ ਹੋਇਆ ਵਰਕ ਕਦੀ ਵੀ ਉਹਦੇ ਚ ਪੋਟੈਂਸ਼ੀਅਲ એનર્ਜੀ ਦੀ ਫਾਰਮ ਚ ਅਪੀਅਰ ਨਹੀਂ ਹੁੰਦਾ। ਉਹ ਕੀਤੇ ਹੋਏ ਵਰਕ ਡਨ ਨੂੰ ਜਿਹੜਾ ਫ੍ਰਿਕਸ਼ਨ ਦੇ ਅਗੇਂਸਟ ਕੀਤਾ ਉਹਨੂੰ ਕੰਜ਼ਰਵ ਨਹੀਂ ਕਰਦਾ, ਇਸ ਲਈ ਉਹ ਕੰਜ਼ਰਵੇਟਿਵ ਨਹੀਂ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਕੰਜ਼ਰਵੇਟਿਵ ਫੋਰਸਿਸ ਫੀਲਡਸ ਦੇ ਵਿੱਚ ਹੀ ਟਰੂ ਨੇ, ਜਿਵੇਂ ਇਲੈਕਟ੍ਰੋਸਟੈਟਿਕ, ਗ੍ਰੈਵਿਟੇਸ਼ਨਲ ਐਂਡ ਸਪ੍ਰਿੰਗ ਫੋਰਸ। ਸਰ ਹਾਂਜੀ ਸਰ x ਸਰ -2 ਕਿੱਦਾਂ ਆਇਆ ਸਰ, ਇਹ ਨਹੀਂ ਪਤਾ ਲੱਗਾ। ਉਹ ਮੈਂ ਦੱਸ ਦਿੰਦਾ ਤੈਨੂੰ, ਉਹ ਅਸਲ ਵਿੱਚ x ਘਟ ਰਿਹਾ ਨਾ। ਹਾਂਜੀ ਸਰ, x ਘਟ ਰਿਹਾ। ਹੁਣ ਜੇ ਮੰਨ ਲਾ x ਘਟ ਰਿਹਾ ਤਾਂ x ਜਿਹੜਾ dx ਹੈ ਉਹ ਬੇਸਿਕਲੀ x ਫਾਈਨਲ ਮਾਈਨਸ x ਇਨੀਸ਼ੀਅਲ ਆ। ਹੁਣ ਆਹ ਜਿਹੜਾ ਇਹ ਘਟ ਆ ਉਹ ਜ਼ਿਆਦਾ ਆ, ਪਹਿਲਾਂ ਜ਼ਿਆਦਾ x ਦੀ ਵੈਲਿਊ ਸੀਗੀ, ਹੁਣ ਘਟ ਆ। ਘਟ ਮਾਈਨਸ ਜ਼ਿਆਦਾ ਨੈਗੇਟਿਵ ਆਊਗਾ ਕਿ ਨਹੀਂ ਆਊਗਾ? ਹਾਂਜੀ ਸਰ, x ਦੀ ਪਾਵਰ -2 ਸਰ ਇਹ ਹੈ ਆਹ -2 ਪਲੱਸ ਇਹ ਤਾਂ ਆਪਾਂ ਇੰਟੀਗ੍ਰੇਸ਼ਨ ਲਾਈ ਹੈ ਨਾ। ਇੰਟੀਗ੍ਰੇਸ਼ਨ ਦਾ ਫਾਰਮੂਲਾ ਹੁੰਦਾ ਸੀ, ਆ ਦੇ ਇੰਟੀਗ੍ਰੇਸ਼ਨ ਫਾਰਮੂਲਾ ਹੁੰਦਾ ਸੀਗਾ ਇੰਟੀਗਰਲ ਆਫ x ਦੀ ਪਾਵਰ n dx ਹੋਵੇ ਤਾਂ ਫਾਰਮੂਲਾ ਹੁੰਦਾ ਸੀ x ਦੀ ਪਾਵਰ n+1 ਬਟਾ n+1 ਆਈ ਆਂਦਾ ਸੀ ਨਾ। ਹਾਂਜੀ ਸਰ, ਇਹ ਤਾਂ ਹੁੰਦਾ, ਇਹ ਆ ਲਾਇਆ ਸੀ। ਹਾਂਜੀ ਜੈਸਮੀਨ। ਯੈਸ ਸਰ। ਸਰ ਇਹ ਚ ਪੁੱਛਣਾ ਸੀ ਸਰ, ਜਿਵੇਂ ਕਿ ਇਹ ਤਾਂ ਆਪਾਂ ਮੈਥਮੈਟਿਕਲੀ ਪ੍ਰੂਵ ਕਰਤਾ ਕਿ ਮੀਨਸ ਜਿਹੜਾ ਵਰਕ ਹੋਏਗਾ Q ਇਨਟੂ ਮੀਨਸ ਸਰ ਆ ਜਾਏਗਾ। ਸਰ ਜੇ ਮਤਲਬ ਉਹਦੇ ਜੇ ਆਪਾਂ ਲੌਜੀਕਲ ਦੇਖੀਏ, ਆਪਾਂ ਨੂੰ ਪਤਾ ਥੋੜਾ ਨਾ Q1 Q2 ਮੀਨਸ ਦੋਵਾਂ ਚ ਕੌਣ ਵੱਡਾ ਆ। ਤੇ ਸਰ ਤੁਸੀਂ ਕਿਹਾ ਸੀਗਾ ਜੇ ਆਪਾਂ ਮੀਨਸ ਕਿਸੇ ਵੀ ਇੱਕ ਨੂੰ ਫਿਕਸ ਕਰ ਦਈਏ ਤੇ ਕਿਸੇ ਦੂਸਰੇ ਨੂੰ ਲੈ ਕੇ ਆਏ ਤੇ ਮੀਨਸ ਵਰਕ ਡਨ ਸੇਮ ਹੀ ਰਹੇਗਾ। ਹਾਂ ਸਰ ਜੇ ਆਪਾਂ ਇਦਾਂ ਮੰਨੀਏ ਜਿਹੜਾ Q1 ਆ ਉਹ ਵੱਡਾ ਆ, ਤੇ ਸਰ ਜੇ ਆਪਾਂ ਉਧਰੋਂ Q2 ਨੂੰ ਲੈ ਕੇ ਆਉਂਗੇ ਤੇ ਸਰ ਉਹ ਮੀਨਸ ਜ਼ਿਆਦਾ ਫੋਰਸ ਵੀ ਜਾਏਗਾ Q1 ਨੂੰ। ਹੁਣ ਤੂੰ ਐ ਸੋਚ ਕੇ ਦੇਖ ਕਿ ਜੇ ਮੰਨ ਲਾ Q1 ਜਿਹੜਾ ਆ ਉਹ ਮੰਨ ਲਾ 2 ਕੂਲਮ ਆ ਕਿਸੇ ਟਾਈਮ ਤੇ Q2 ਜਿਹੜਾ ਹੈ ਉਹ ਹਾਫ ਕੂਲਮ ਆ, ਤਾਂ ਉਹ ਹਾਫ ਕੂਲਮ ਤੇ 2 ਕੂਲਮ ਕਰਕੇ ਮੰਨ ਲਾ ਡਿਸਟੈਂਸ, ਤੈਨੂੰ ਮੈਂ ਵੈਸੇ ਸਮਝਾਉਣ ਲਈ ਕਹਿ ਦਿੰਦਾ, ਡਿਸਟੈਂਸ ਹੈਗਾ ਮੰਨ ਲਾ 1/9 × 10 ਚੱਲ ਛੱਡ ਰਹਿਣ ਦੇ ਤੂੰ, ਇੰਨਾ ਵੀ ਕਰਨ ਦੀ ਲੋੜ ਨਹੀਂ ਹੈ, K ਦੀ ਫਾਰਮ 'ਚ ਗੱਲ ਕਰ ਲਾਂਗੇ ਆਪਾਂ। ਡਿਸਟੈਂਸ ਹੈਗਾ ਮੰਨ ਲਾ 5 ਮੀਟਰ, ਠੀਕ ਆ। ਆ ਹਾਫ ਕੂਲਮ ਨੂੰ 2 ਕੂਲਮ ਦੇ ਕਰਕੇ ਫੋਰਸ ਕਿੰਨਾ ਲੱਗੇਗਾ? K Q1 Q2 by 5 ਸਕੁਅਰ, ਇਹ ਬਟਾ 25 ਆ ਗਿਆ। ਯੈਸ ਸਰ। ਤੇ ਹਾਫ ਕੂਲਮ ਕਰਕੇ 2 ਕੂਲਮ ਨੂੰ ਕਿੰਨਾ ਲੱਗੇਗਾ? ਸਰ ਨਹੀਂ, ਫਿਰ ਫੋਰਸ ਤਾਂ ਉਹਨੇ ਲੱਗ ਰਿਹਾ, ਤੇ ਫਿਰ ਡਿਸਪਲੇਸਮੈਂਟ ਵੀ ਉਨੀ ਕਰਨੀ ਹੈ, ਇਨਫਿਨਿਟੀ ਤੋਂ ਹੀ ਲੈ ਕੇ ਆਣਾ, ਉਹਨੂੰ ਵੀ ਲੈ ਕੇ ਆਣਾ, ਤਾਂ ਵਰਕ ਡਨ ਤਾਂ ਬਰਾਬਰ ਹੀ ਆਉਣ ਵਾਲਾ ਆ, ਕਿਉਂਕਿ ਇੰਟਰੈਕਸ਼ਨ ਦੋਨਾਂ ਦੇ ਕਰਕੇ ਹੈ ਸਾਰਾ ਕੁਝ। ਓਕੇ ਸਰ। ਠੀਕ ਹੈ, ਫੋਰਸ ਤਾਂ ਹੁਣ ਛੋਟੇ ਵੱਡੇ ਚਾਰਜ ਨਾਲ ਨਹੀਂ ਫਰਕ ਪੈ ਰਿਹਾ ਇਸ ਲਈ ਕੋਈ ਵੀ। ਯੈਸ ਸਰ। ਤੇ ਆਪਾਂ ਕੀ ਕਰਦੇ ਆ, ਆਪਾਂ ਪਤਾ ਕੀ ਕਰਦੇ ਆ, ਆਪਾਂ ਜਿਹੜਾ ਚਾਰਜ ਲੈ ਕੇ ਆਨੇ ਆ ਇਹ ਕੋਈ ਉਸੇ ਚਾਰਜ ਵਿੱਚ ਸਟੋਰ ਨਹੀਂ ਹੁੰਦੀ એનર્ਜੀ, ਇਹ ਪੂਰੇ ਸਿਸਟਮ 'ਚ ਸਟੋਰ ਹੁੰਦੀ ਹੈ, ਇਸ ਲਈ ਮੈਂ ਸਿਸਟਮ ਆਫ ਚਾਰजेस ਕਹਿ ਰਿਹਾ ਹਾਂ।
ਓਕੇ ਸਰ। ਇਹ ਇਕੱਲੇ ਉਹਦੇ ਚ ਥੋੜੀ ਸਟੋਰ ਹੋਈ, ਉਹ ਦੂਜੇ ਚ ਵੀ ਹੋਈ। ਮੈਂ ਤੈਨੂੰ ਇਹ ਹੁਣੀ ਬਹੁਤ ਵਧੀਆ ਤਰ੍ਹਾਂ ਸਮਝਾਣਾ ਇਸ ਗੱਲ ਨੂੰ। ਦੇਖ ਬੜੀ ਵਧੀਆ ਗੱਲ ਹੈ, ਸਾਰਿਆਂ ਨੇ ਧਿਆਨ ਨਾਲ ਸੋਚੋ ਕਿ ਜੇ ਮੈਂ એનર્ਜੀ ਸਟੋਰ ਹੁੰਦੀ ਆ, ਜਿਵੇਂ ਮੰਨ ਲਓ એનર્ਜੀ ਸਟੋਰ ਹੋਈ ਤੇ ਆਪਾਂ ਜਦੋਂ ਉਹਨੂੰ ਛੱਡਦੇ ਆ ਬੋਡੀ ਨੂੰ ਤਾਂ ਉਹ ਵਾਪਸ ਜਾਂਦੀ ਹੈ ਨਾ। ਜਿਵੇਂ ਧਰਤੀ ਆ, ਹੁਣ ਧਰਤੀ ਦੇ ਵਿੱਚ ਆ ਆਬਜੈਕਟ ਚੱਕ ਕੇ ਮੈਂ ਇੱਥੇ ਲਿਆਇਆ m ਮਾਸ ਦਾ, ਤੇ ਇੱਥੇ ਚ ਪੋਟੈਂਸ਼ੀਅਲ એનર્ਜੀ ਜੋ ਛੱਡੂਗਾ ਕੀ ਹੁੰਦਾ, ਵਾਪਸ ਜਾਂਦਾ ਨਾ। ਯੈਸ। ਠੀਕ ਹੈ। ਇਸੇ ਤਰ੍ਹਾਂ ਮੰਨ ਲਓ ਜੇ ਚਾਰਜ ਹੈ, ਆ ਚਾਰਜ q1 ਹੈ ਤੇ ਆ ਚਾਰਜ q2 ਹੈ, ਤੇ ਇੱਕ ਚਾਰਜ q1 ਮੈਂ ਕਹਿ ਰਿਹਾ ਮੈਂ ਫਿਕਸ ਕੀਤਾ, ਮੈਂ ਇਹਨੂੰ ਇਸ q2 ਚਾਰਜ ਨੂੰ ਉਧਰੋਂ ਲੈ ਕੇ ਆਇਆ, ਇਹਦੇ ਖਿਲਾਫ ਫੋਰਸ ਕਰਕੇ ਵਰਕ ਡਨ ਕਰਕੇ ਇੱਥੇ ਤੱਕ ਲੈ ਕੇ ਆਇਆ, ਤੇ ਵਰਕ ਡਨ ਹੋਇਆ, ਉਹੀ ਇਹਦੀ ਪੋਟੈਂਸ਼ੀਅਲ એનર્ਜੀ ਹੋ ਗਿਆ ਸਿਸਟਮ ਦੀ। ਕਲੀਅਰ ਹੈ ਗੱਲ? ਯੈਸ ਸਰ। ਹੁਣ ਜੇ ਮੈਂ q2 ਨੂੰ ਇੱਥੇ ਫੜ ਕੇ ਰੱਖਾਂ ਤੇ q1 ਨੂੰ ਫ੍ਰੀ ਕਰ ਦਵਾਂ ਤਾਂ ਕੀ ਹੋਏਗਾ? ਤਾਂ ਕੀ ਹੋਏਗਾ ਜੈਸਮੀਨ? ਸਰ ਜੇ ਤਾਂ ਦੋਵੇਂ ਸੇਮ ਮੀਨਸ ਪੋਜ਼ਿਟਿਵ ਹੈ ਫਿਰ ਤਾਂ ਉਹ ਰਿਪਲਸ਼ਨ ਹੋ ਜਾਏਗੀ। ਨਹੀਂ ਰਿਪਲਸ਼ਨ ਨਹੀਂ, ਮੈਂ ਕਹਿ ਰਿਹਾ ਕਿ ਜਿਵੇਂ ਜੇ ਮੈਂ q2 ਨੂੰ ਲੈ ਕੇ ਆਇਆ, q1 ਫਿਕਸ ਕੀਤਾ ਹੋਇਆ ਸੀ ਤੇ ਲੈ ਕੇ ਆਉਣ ਚ ਵਰਕ ਡਨ ਹੋਇਆ ਉਹਦੇ ਖਿਲਾਫ। ਹੁਣ ਜੇ ਮੈਂ q2 ਨੂੰ ਛੱਡਦਾ, q2 ਨੂੰ ਵਾਪਸ ਭੱਜਣਾ ਸੀ ਨਾ। ਹਾਂਜੀ। ਪਰ ਹੁਣ ਮੈਂ q2 ਨੂੰ ਫਿਕਸ ਕਰਤਾ ਤੇ q1 ਨੂੰ ਛੱਡਾਂਗਾ ਤਾਂ q1 ਭੱਜ ਜਾਊਗਾ। ਹਾਂਜੀ। ਮਤਲਬ ਪੋਟੈਂਸ਼ੀਅਲ એનર્ਜੀ ਬੰਦਾ ਕੋਲ ਗੱਲ, ਮੈਂ ਤਾਂ q2 ਨੂੰ ਲੈ ਕੇ ਆਇਆ, એનર્ਜੀ ਤਾਂ q2 ਚ ਸਟੋਰ ਹੋਈ ਹੈ। ਮੈਂ ਕਹੂੰ ਨਹੀਂ, ਸਿਸਟਮ ਚ ਸਟੋਰ ਹੋਈ ਹੈ। q2 ਨੂੰ ਫਿਕਸ ਕਰਕੇ q1 ਨੂੰ ਛੱਡ ਕੇ ਦੇਖੋ, ਪਤਾ ਲੱਗ ਜਾਏਗਾ। ਹਾਂਜੀ। q1 ਸਟੋਰ ਹੋਈ ਹੈ, q1 ਚ ਵੀ ਸਟੋਰ ਹੋਈ ਹੈ, ਯਾਨੀ ਕਿ ਇਹ ਪੂਰੇ ਸਿਸਟਮ ਦੀ ਹੈ ਇੰਟਰੈਕਸ਼ਨ। ਇੰਟਰੈਕਸ਼ਨ ਮਤਲਬ ਘੱਟੋ ਘੱਟ ਦੋ ਚਾਰਜ ਹੁੰਦੇ ਆ। ਓਕੇ ਸਰ। ਜਿਵੇਂ ਕਿ ਕਹਿੰਦਾ ਭਾਵੇਂ ਹੈ ਕਿ ਜਿਵੇਂ ਮੈਂ ਚੁੰਬਕ ਵਗੈਰਾ ਨਾਲ ਪਹਿਲਾਂ ਬਹੁਤ ਖੇਡਿਆ ਛੋਟੇ ਹੁੰਦੇ। ਹੁਣ ਉਹਦੇ 'ਚ ਕੀ ਹੁੰਦਾ ਸੀ, ਰਿਪਲਸ਼ਨ ਮੈਨੂੰ ਬੜੀ ਉਹ ਲੱਗਦੀ ਸੀ ਵਧੀਆ ਚੁੰਬਕ ਦੀ, ਵੀ ਜਦੋਂ ਰਿਪੈਲ ਕਰਦਾ ਉਹ। ਜਿਵੇਂ ਆਹ ਚੁੰਬਕ ਮੰਨ ਲਓ ਆ ਨਾਰਥ ਹੈ, ਸਾਊਥ ਹੈ, ਤੇ ਆਪਾਂ ਇੱਥੇ ਇੱਕ ਚੁੰਬਕ ਹੋਰ ਰੱਖਿਆ, ਇਹ ਮੰਨ ਲਓ ਆ ਨਾਰਥ ਹੈ, ਇਹ ਸਾਊਥ ਹੈ। ਇਸ ਚੁੰਬਕ ਨੂੰ ਧੱਕੇ ਨਾਲ ਮੈਂ ਲੈ ਕੇ ਆ ਰਿਹਾ ਤੇ ਇਹਨੂੰ ਫਿਕਸ ਕੀਤਾ ਹੈ। ਇਹਨੂੰ ਮੈਂ ਆਪਣੇ ਕਿਸੇ ਦੋਸਤ ਨੂੰ ਕਿਹਾ ਇਹਨੂੰ ਫੜ ਕੇ ਰੱਖੀ, ਇਹਨੂੰ ਜਾਣ ਨਾ ਦੇਈ। ਉਹਨੇ ਇਹਨੂੰ ਫੜ ਕੇ ਰੱਖਿਆ ਦੋਨੋਂ, ਬਸ ਮੈਂ ਉਧਰੋਂ ਲੈ ਕੇ ਆ ਰਿਹਾ ਨਾਰਥ, ਧੱਕਾ ਕਰ ਰਿਹਾ ਮੈਂ ਕਿਉਂਕਿ ਰਿਪਲਸ਼ਨ ਹੋ ਰਹੀ ਹੈ। ਮੈਂ ਸਿਮਿਲਰ ਜਿਹਾ ਕੇਸ ਬਣਾ ਲਈ ਕੀਤਾ, ਇੱਥੇ ਤੱਕ ਲੈ ਕੇ ਆ ਗਿਆ ਮੈਨੂੰ। ਤੇ ਹੁਣ ਮੈਂ ਕੀ ਕੀਤਾ, ਮੈਂ ਇਹਨੂੰ ਫੜ ਕੇ ਇੱਥੇ ਫਿਕਸ ਕਰ ਲਿਆ। ਮੈਂ ਕੋਈ ਨਹੀਂ ਇਹਨੂੰ ਫਿਕਸ ਕਰ, ਉਹਨੂੰ ਮੈਂ ਕਿਹਾ ਇਹਨੂੰ ਛੱਡ, ਜਿਵੇਂ ਛੱਡੇਗਾ ਕੀ ਹੋਏਗਾ, ਪਿੱਛੇ ਜਾਏਗਾ, ਉਹ ਭੱਜੇਗਾ ਨਾ ਫਿਰ। ਹਾਂਜੀ। ਬੰਦਾ ਕਹੇ ਲੈ ਕੇ ਤਾਂ ਮੈਨੂੰ ਆਇਆ ਸੀ, ਭੱਜਣਾ ਤਾਂ ਇਹਨੂੰ ਚਾਹੀਦਾ ਸੀ। ਨਹੀਂ ਜੀ, ਇਹ ਜ਼ਰੂਰੀ ਨਹੀਂ ਹੈਗਾ। ਉਹ ਜਿਹੜੀ ਪੂਰੇ ਸਿਸਟਮ ਬਾਰੇ ਸੋਚ ਕੇ ਦੇਖੋ, ਜਿਹੜਾ ਵਰਕ ਡਨ ਤੁਸੀਂ ਕੀਤਾ ਉਹ ਪੂਰੇ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਬਣ ਗਿਆ, ਨਾ ਕਿ ਉਸ ਚੀਜ਼ ਦੀ ਜਿਹਨੂੰ ਤੁਸੀਂ ਲੈ ਕੇ ਆਏ। ਇਸ ਲਈ ਤੁਸੀਂ ਕਿਹਨੂੰ ਰੱਖਿਆ, ਕਿਹਨੂੰ ਪਹਿਲਾਂ ਲੈ ਕੇ ਆਏ, ਕਿਹਨੂੰ ਬਾਅਦ ਚ ਲੈ ਕੇ ਆਏ, ਡਜ਼ਨਟ ਮੈਟਰ। ਸਮਝ ਲੱਗੀ ਗੱਲ? ਹਾਂਜੀ ਸਰ। ਇਸ ਗੱਲ ਨੂੰ ਸਾਰੇ ਚੰਗੀ ਤਰ੍ਹਾਂ ਕਲੀਅਰ ਕਰ ਲਓ। ਅੱਜ ਦਾ ਪੂਰਾ ਲੈਕਚਰ ਤੁਸੀਂ ਚਾਹੇ ਇਹਦੇ ਤੇ ਮੈਨੂੰ ਪੁੱਛਦੇ ਰਹੋ ਤੇ ਮੈਂ ਦੱਸਦਾ ਰਹੂੰਗਾ, ਪਰ ਇਹ ਕਲੀਅਰ ਹੋ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੋਊਗੀ ਆਪਣੇ ਲਈ ਕਿ ਆਪਾਂ ਬਹੁਤ ਵਧੀਆ ਚੀਜ਼ ਸਿੱਖ ਰਹੇ ਹਾਂ। ਫਿਰ ਸਮਝ ਲਓ। ਮਹਿਕਦੀਪ ਸਰ ਜਿਹੜਾ ਆਪਣੇ ਸਰ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਸਰ ਆਪਣੇ ਮਤਲਬ ਮੈਗਨੀਟਿਊਡ ਕੱਢਿਆ ਸਰ, ਇਹ ਨੈਗੇਟਿਵ ਮਤਲਬ ਕਦੋਂ ਹੋਊਗਾ? ਨੈਗੇਟਿਵ ਹੋ ਸਕਦਾ ਹੈਗਾ ਜੇ ਨੈਗੇਟਿਵ ਚਾਰਜ ਪਰ ਰੱਖੀ ਉੱਥੇ? ਹਾਂ ਬਹੁਤ ਵਧੀਆ ਹੈ ਕੁਐਸਚਨ, ਬਹੁਤ ਵਧੀਆ ਪੁੱਛਿਆ ਤੂੰ। ਬਿਲਕੁਲ ਨੈਗੇਟਿਵ ਹੋ ਸਕਦਾ ਹੈ। ਉਸ ਕੇਸ ਕੀ ਹੋਏਗਾ, ਦੇਖੋ ਵੀ ਸਾਰਿਆਂ ਨੇ ਆ ਮੰਨ ਲਓ ਚਾਰਜ ਇੱਥੇ ਨੈਗੇਟਿਵ ਹੈ, ਮੰਨ ਲਓ -q, ਤਾਂ ਹੁਣ ਜੇ ਮੈਂ ਇਸ ਜਗ੍ਹਾ ਤੇ r ਇੱਕ ਚਾਰਜ ਮੇਰਾ ਪੋਜ਼ਿਟਿਵ ਹੈ, ਠੀਕ ਹੈ, -q1 ਹੀ ਕਿਉਂ ਨਾ, ਪਹਿਲਾਂ ਵਾਂਗੀ ਕਰ ਲਓ। ਹੁਣ ਜਦੋਂ ਤੁਸੀਂ ਲੈ ਕੇ ਆ ਰਹੇ ਹੋਵੋਗੇ ਤਾਂ ਇਲੈਕਟ੍ਰੋਸਟੈਟਿਕ ਫੋਰਸ ਤੁਹਾਡਾ ਕਿੱਧਰ ਨੂੰ ਹੋਏਗਾ ਦੱਸੋ? ਇੱਧਰ ਨੂੰ ਹੋਏਗਾ ਨਾ, ਯੈਲੋ ਵਾਲਾ ਹੁਣ ਇੱਧਰ ਨੂੰ ਹੋਏਗਾ ਨਾ। ਤੇ ਜਿਹੜਾ ਐਕਸਟਰਨਲ ਮੈਂ ਲਾ ਰਿਹਾ ਸੀ ਬਲੂ, ਹੁਣ ਮੈਂ ਇੱਧਰ ਨੂੰ ਲਾਉਂਗਾ ਨਾ ਉਹਦੇ ਖਿਲਾਫ, ਮੈਂ ਖਿਲਾਫ ਹੀ ਲਾਣਾ ਹਮੇਸ਼ਾ ਐਕਸਟਰਨਲ। ਹੁਣ ਇੱਥੇ ਬੰਦਾ ਸੋਚਦਾ ਵੀ ਤੁਸੀਂ ਐਫ ਐਕਸਟਰਨਲ ਲਾ ਇੱਧਰ ਨੂੰ ਰਹੇ ਹੋ, ਬੋਡੀ ਲੈ ਕੇ ਉੱਧਰ ਨੂੰ ਜਾਣੀ ਹੈ। ਹਾਂਜੀ ਬਿਲਕੁਲ ਇਦਾਂ ਹੀ ਕਰਨਾ ਹੈ, ਬਿਲਕੁਲ ਇਦਾਂ ਹੀ ਕਰਨਾ ਹੈ। ਕਈ ਵਾਰ ਤੁਸੀਂ ਫੋਰਸ ਲਾ ਇੱਧਰ ਨੂੰ ਲੈ ਕੇ ਉੱਧਰ ਨੂੰ ਜਾਣੀ, ਕਿਉਂਕਿ ਤੁਸੀਂ ਇਹਦਾ ਇਫੈਕਟ ਸਟੱਡੀ ਕਰ ਰਹੇ ਹੋ। ਬਸ ਤੁਸੀਂ ਇਹਦੇ ਖਿਲਾਫ ਜਿਹੜਾ ਵਰਕ ਡਨ ਤੁਹਾਡਾ ਉਹ 'ਚ ਸਟੋਰ ਹੋ ਰਿਹਾ ਵਾ, ਤਾਂ ਉਹ ਨੈਗੇਟਿਵ ਵਰਕ ਡਨ ਆਊਗਾ ਤੁਹਾਡਾ, ਉਹ ਨੈਗੇਟਿਵ ਵਰਕ ਡਨ। ਇਸ ਲਈ ਇੱਥੇ ਉਹ ਪੋਟੈਂਸ਼ੀਅਲ એનર્ਜੀ ਵੀ ਨੈਗੇਟਿਵ ਆ ਜੂਗੀ ਆਪਣੀ। ਜੇ ਇਸ ਤੇ ਸਰ ਆਪਾਂ ਫੋਰਸ ਨਾ ਲਾਈਏ ਤਾਂ ਵੀ ਚਾਰਜ ਸਰ ਆਪੀ ਅਟਰੈਕਸ਼ਨ ਨਾਲ ਸਰ ਆਈ ਰਿਹਾ ਹੈਗਾ? ਨਹੀਂ ਫਿਰ ਤਾਂ ਉਹ ਵਿਦਆਊਟ ਐਕਸਲਰੇਸ਼ਨ ਨਹੀਂ ਨਾ ਆ ਰਿਹਾ। ਤੇ ਹੁਣ ਜੇ ਚਾਰਜ ਨੂੰ ਤੁਸੀਂ ਛੱਡੇਗਾ ਇਹਨੂੰ q2 ਨੂੰ, ਇੱਥੇ ਇਹ q2 ਨੂੰ ਛੱਡੇਗਾ ਤਾਂ q2 ਇੱਧਰ ਥੋੜੀ ਭੱਜੂਗਾ, ਉਹ ਇੱਧਰ ਭੱਜੂਗਾ। ਹੁਣ ਸਾਰਾ ਕੁਝ ਪੁੱਠਾ ਹੋ ਗਿਆ ਨਾ, ਤਾਂ ਉਹ ਨੈਗੇਟਿਵ ਹੋ ਗਿਆ ਸਭ ਕੁਝ। ਸਮਝ ਲਓ ਸਾਰੀ ਕੈਲकुलेशन सारी पुट्ठी होगी। बस इस गल समझो सर। हाँ जी, मतलब सर जब हम इस केस में जो एफ एक्सटर्नल लगा रहे हैं वो इसलिए लगा रहे हैं ताकि बॉडी बस एक्सेलरेट ना हो, जा तो हो रही है। एक मिनट। अच्छा शुभम है ना? यस सर। मैं कहा वैभव की आवाज आ रही, मैं कहा तू इधर की करता वा? अच्छा चलो हाँ हाँ बोलो, आप फिर से बोलो।
तो सर मतलब जो हम एफ एक्सटर्नल लगा रहे हैं इस केस में वो सिर्फ इसलिए लगा रहे हैं ताकि एक्सेलरेट ना हो, क्यों हाँ जा तो बिल्कुल। रही है और उसको हम कैलकुलेट कर ले रहे हैं कि हमने जितना एफ एक्सटर्नल लगाया सर। वही हमारी एनर्जी बन जा रही है। यस जैसे मान लो आपने कभी देखा होगा किसी मान लो कोई फ्रूट की रेडी भरी हुई है और ये मान लो ऐसे फ्लाईओवर पे चढ़ना है और इधर से उतरना है, तो जब फ्रूट की रेडी वाला इधर से रेडी लेके जा रहा होता है तो वो रेडी के ऊपर जो ग्रेविटेशनल फोर्स इधर को लग रहा है ना mg sin थीटा व्हाटएवर, यस तो उसको बंदे को फोर्स लगाना पड़ रहा है इधर की तरफ ताकि रेडी को लेके जाए वो, यस सर और बहुत धीरे धीरे वो ले जा रहा है ना। यस सर और जब वो रेडी इधर को आ गई इस साइड, तो इस साइड में जाके ग्रेविटेशनल फोर्स तो नीचे को लग ही रहा है ना, यस पर वो रेडी को छोड़ देगा तो क्या होगा, ज्यादा तेज चलिए जाते फ्रूट गिर जाएंगे ਉਹਦੇ, ਉਹ ਐਕਸੈਲरेट नहीं करना, वो खिंच के रखदा है पीछे ਨੂੰ। देखा कभी इस तरह करते किसी ਨੂੰ खिंच के रखदा है ਤਾਂ गिर जा भी ਹੁੰਦੀ रेडी, ਹੌਲੀ ਹੌਲੀ ਜਾ ਵੀ ਰਹੀ ਹੁੰਦੀ, ਛੱਡ ਵੀ ਰਹਿੰਦਾ, ਇਨ ਲਗਭਗ ਦੋਨੋਂ ਬਰਾਬਰ ਹੋਣਗੇ ਤਾਂ ਬਿਲਕੁਲ ਬਹੁਤ ਆਰਾਮ ਨਾਲ ਨੀਚੇ ਆਏਗਾ। ਸੋ ਇਸ ਤਰ੍ਹਾਂ ਦਾ ਮਾਰੇ ਜਸਟ ਵੈਸੇ ਗੱਲ ਕਰ ਰਿਹਾ, ਇਹਦਾ ਨਾਲ ਕੋਈ ਲੈਣ ਦੇਣਾ ਨਹੀਂ, ਤੁਹਾਨੂੰ ਮੈਂ ਸਮਝਾ ਰਿਹਾ ਬਸ। ਸਰ ਹਾਂਜੀ ਸਰ ਉਹ ਪੇਜ ਨੰਬਰ 5 ਕੱਢਿਓ ਸਰ। ਲਓ ਜੀ, ਨਹੀਂ ਸਰ ਇਹ ਤੋਂ ਉੱਤੇ ਵਾਲਾ ਲਓ ਸਰ। ਇਹਦੇ ਵਿੱਚ ਸਰ ਤੁਸੀਂ ਆ ਸਰ ਇੰਟੀਗ੍ਰੇਸ਼ਨ ਤੋਂ ਪਹਿਲਾਂ ਸਰ x⁻² ਲਿਆ ਸਰ, ਇਹ ਨਹੀਂ ਮੈਨੂੰ ਪਤਾ ਲੱਗਾ ਸੀਗਾ ਸਰ। ਇੰਟੀਗ੍ਰੇਸ਼ਨ ਤਾਂ ਪਤਾ ਲੱਗ ਗਈ ਸੀ। ਆ ਕੀ ਆ, x ਦੀ ਪਾਵਰ 2 ਨਹੀਂ ਚੜੀ ਹੈਗੀ ਆਦੇ, ਅੱਛਾ ਠੀਕ ਹੈ। ਇਹ ਡਿਨੋਮੀਨੇਟਰ ਚ ਨਹੀਂ ਗਈ, ਇਹਨੂੰ ਨਿਊਮਰੇਟਰ ਚ ਲੈ ਗਿਆ, ਬਸ ਪਾਵਰ ਨੈਗੇਟਿਵ ਹੋ ਗਈ। ਸਰ ਇੱਥੇ ਸਰ ਪਹਿਲਾਂ ਉਹਦੇ ਨਾਲ ਗੱਲ ਕਰ ਲੈਂਦਾ ਬਲਜੀਤ ਨਾਲ ਪੂਰੀ। ਹਾਂਜੀ ਬਲਜੀਤ, ਓਕੇ ਸਰ ਠੀਕ ਹੈ ਸਰ, ਮੈਂ ਇਹ ਦੇਖਿਆ ਨਹੀਂ ਸੀਗਾ। ਉਹਨੇ ਡਿਨੋਮੀਨੇਟਰ ਸੀਗਾ ਨਾ, ਉਹਨੂੰ ਚੱਕ ਕੇ ਆਪਾਂ ਨਿਊਮਰੇਟਰ ਚ ਰੱਖਿਆ ਬਸ, ਤਾਂ ਕਿ ਪਾਵਰ ਫਾਰਮੂਲਾ ਲਾ ਦਈਏ ਸਿੱਧਾ ਹੀ। ਧਿਆਨ ਠੀਕ ਹੈ ਰੱਖੋ ਪੇਪਰ ਚ ਆਊਗਾ, ਕਰਨਾ ਆ ਸਰ ਸਕੂਲ ਵਾਲੇ ਪੇਪਰਾਂ ਚ ਕਿਤੇ ਆ ਗਿਆ। ਹਾਂਜੀ ਮਹਿਕਦੀਪ ਹਾਂਜੀ ਸਰ ਜਿਵੇਂ ਆਪਾਂ ਸਰ ਇਲੈਕਟ੍ਰਿਕ ਫੀਲਡ ਦਾ ਆਪਾਂ ਇਮੇਜਿਨ ਕਰ ਸਕਦੇ ਵੀ ਇੱਕ ਪੁਆਇੰਟ ਚਾਰਜ ਆ ਸਰ, ਇਹ ਚੀਜ਼ ਆਪਾਂ ਇਮੇਜਿਨ ਕਰ ਸਕਦੇ ਵੀ ਇੱਕ ਚਾਰਜ Q1 ਤੇ ਹੈ ਵੀ ਪੁਆਇੰਟ ਚਾਰਜ ਆਪਾਂ ਇਮੇਜਿਨ ਕਰ ਲਈਏ। ਕਰਾਂਗੇ ਆਪਾਂ ਮੈਂ ਉੱਥੇ ਲੈ ਕੇ ਆ ਰਿਹਾ ਤੈਨੂੰ ਹੁਣੀ। ਮੈਂ ਆ ਪਹਿਲੇ ਗੱਲ ਸਮਝਾਈ ਕਾਦੇ ਵਾਸਤੇ ਸੀ, ਤਾਂ ਹੀ ਸਮਝਾਈ ਸੀ ਤੁਹਾਨੂੰ, ਉੱਥੇ ਤੱਕ ਲੈ ਕੇ ਆਣਾ ਮੈਂ ਅੱਜ ਦੇ ਲੈਕਚਰ ਚ। ਗੱਲ ਸਬਰ ਕਰੋ, ਆ ਜੂਗੀ ਗੱਲ। ਸਰ ਇੱਥੇ ਇੰਟਰੈਕਸ਼ਨ ਵੀ ਹੋਊ ਸਰ ਇੱਕ ਚਾਰਜ ਕਰਕੇ, ਕੀ ਹੋਊਗੀ? ਇੰਟਰੈਕਸ਼ਨਸ ਵੀ ਹੋਣਗੇ ਮੀਨਸ। ਹਾਂ ਸਾਰੀਆਂ ਗੱਲਾਂ ਕਰਾਂਗੇ ਆਪਾਂ ਹੁਣੀ। ਹਾਂਜੀ ਬਲਜੀਤ ਕੁਝ ਕਹਿ ਰਿਹਾ ਫਿਰ? ਜਸ਼ਨਜੋਤ ਸਰ ਤੁਸੀਂ ਕਹਿੰਦੇ ਸੀ ਕਿ ਮਤਲਬ ਕਿ ਜਿਹੜੀ ਪੋਟੈਂਸ਼ੀਅਲ એનર્ਜੀ ਹੋਊਗੀ ਸਰ ਪੂਰੇ ਸਿਸਟਮ 'ਚ ਹੋਊਗੀ, ਮਤਲਬ ਦੋਹੇ ਚਾਰजेस ਸਟੋਰ ਹੋਊਗੀ ਹੈ ਨਾ ਸਰ। ਫਿਰ ਸਰ ਜੇ ਆਪਾਂ ਦੋਹਾਂ ਨੂੰ ਮਤਲਬ ਕਿ ਇੱਕ r ਡਿਸਟੈਂਸ ਤੇ ਆ ਕੇ ਦੋਹਾਂ ਨੂੰ ਆਪਾਂ ਫ੍ਰੀ ਕਰ ਦਈਏ ਤਾਂ ਸਰ ਉਹ ਦੋਹਾਂ ਇਕੁਅਲ એનર્ਜੀ ਦੋਨੋਂ ਭੱਜਣਗੇ ਨਾ। ਫਿਰ ਉਹ ਡਿਪੈਂਡ ਕਰਦਾ ਨਾ ਕਿ ਜਿਵੇਂ ਦੇਖ ਫੋਰਸ ਤਾਂ ਦੋਨਾਂ ਦੇ ਬਰਾਬਰ ਲੱਗ ਰਿਹਾ ਹਰ ਮੂਵਮੈਂਟ ਤੇ, ਇਹਦਾ ਗੱਲ ਕਲੀਅਰ ਹੈ ਨਾ। F12 = F21 ਹੀ ਹੁੰਦਾ ਆ। ਹਾਂਜੀ ਸਰ ਹਨਾ, ਫਿਰ ਫੋਰਸ ਦੇ ਕਰਕੇ ਉਹ ਕੌਣ ਕਿੰਨਾ ਐਕਸਲਰੇਟ ਹੋਏਗਾ ਡਿਪੈਂਡ ਕਰਦਾ ਉਹਨਾਂ ਦੇ ਮਾਸਸ ਦੇ ਉੱਪਰ ਵੀ। ਆਪਾਂ ਉਸ ਖੇਡ 'ਚ ਨਹੀਂ ਪੈਂਦੇ ਹਰੇ, ਪਰ ਇਹ ਬਹੁਤ ਵਧੀਆ ਗੱਲ ਆ, ਤੂੰ ਸੋਚਿਆ ਬਹੁਤ ਵਧੀਆ ਕਿ ਜੇ ਦੋਨਾਂ ਨੂੰ ਛੱਡ ਦੇ ਤਾਂ ਦੋਨੋਂ ਭੱਜਣਗੇ ਨਾ ਦੂਜੇ ਪਾਸੇ। ਹਾਂਜੀ ਪਰ ਜ਼ਿਆਦਾ ਉਹ ਭੱਜੇਗਾ, ਜ਼ਿਆਦਾ ਕੌਣ ਭੱਜੇਗਾ? ਜਿਹੜਾ ਹਲਕਾ ਹੋਊਗਾ ਕਿ ਭਾਰਾ ਹੋਊਗਾ? ਭਾਰਾ ਹੋਊਗਾ ਹੈ, ਜਿਹੜਾ ਹਲਕਾ ਹੋਊਗਾ ਦੱਸੋ ਬਈ। ਲਾਈਟ ਹੈ ਜਿਹੜਾ ਆਊਗਾ, ਜਿਹੜਾ ਹਲਕਾ ਹੋਊਗਾ ਉਹ ਜ਼ਿਆਦਾ ਐਕਸਲਰੇਟ ਹੋਊਗਾ ਨਾ ਜਲਦੀ, ਕਿਉਂਕਿ ਐਕਸਲਰੇਸ਼ਨ ਜਿਹੜੀ ਫੋਰਸ ਅਪਨ ਮਾਸ ਹੁੰਦੀ ਹੈ। ਠੀਕ ਹੈ, ਹੁਣ ਜਿਵੇਂ ਧਰਤੀ ਆਪਾਂ ਧਰਤੀ ਦੀ ਕੇਸ ਗੱਲ ਕਰਦੇ ਹਾਂ ਤਾਂ ਧਰਤੀ ਦੇ ਉੱਪਰ ਵੱਟਾ ਸਿੱਟਦੇ ਹਾਂ ਤਾਂ ਵੱਟਾ ਥੱਲੇ ਆਉਂਦਾ ਨਾ, ਪਰ ਫੋਰਸ ਤਾਂ ਵੱਟੇ ਤੇ ਵੀ ਧਰਤੀ ਉਨਾ ਹੀ ਲਾ ਰਹੀ ਜਿੰਨਾ ਧਰਤੀ ਤੇ ਵੱਟਾ ਵੀ ਲਾ ਰਿਹਾ, ਤਾਂ ਧਰਤੀ ਤਾਂ ਨਹੀਂ ਉੱਪਰ ਜਾਂਦੀ, ਬਹੁਤ ਹੈਵੀ ਹੈ ਨਾ ਇਸ ਲਈ ਨਹੀਂ ਜਾਂਦੀ। ਜੇ ਧਰਤੀ ਹਲਕੀ ਹੁੰਦੀ ਤਾਂ ਧਰਤੀ ਵੀ ਨਾਲ ਹੀ ਉੱਪਰ ਚੱਲ ਜਾਣੀ ਸੀ। ਆਪਾਂ ਵੱਟਾ ਉੱਪਰ ਸਿੱਟ ਕੇ ਆਪਾਂ ਉੱਪਰ ਸੈਰਾ ਕਰਨੀਆਂ ਸੀ, ਆਪਾਂ ਧਰਤੀ ਵੀ ਨਾਲ ਹੀ ਖਿੱਚੀ ਜਾਣੀ ਸੀ ਉਹਨੇ। ਸਮਝ ਲੱਗੀ ਗੱਲ ਜਸ਼ਨਜੋਤ? ਹਾਂਜੀ ਸਰ ਹਾਂਜੀ ਸਰ ਹਾਂਜੀ ਯੋਗੇਸ਼ ਨੈਕਸਟ ਫੇਜ਼ ਕਰੇ ਸਰ, ਨੈਕਸਟ ਫੇਜ਼ ਕਰੇ ਸਰ, ਨੈਕਸਟ ਫੇਜ਼ ਕਰੇ ਸਰ। ਇਸ ਤੋਂ ਨੈਕਸਟ ਠੀਕ ਸਰ ਇੱਥੇ dr ਦਾ ਸਰ ਅਸੀਂ ਮੈਗਨੀਟਿਊਡ ਲਿਖ ਰਹੇ ਹਾਂ, ਪਰ ਫਿਰ ਇੱਥੇ ਮਾਈਨਸ ਕਿਉਂ ਲੈ ਰਹੇ ਹਾਂ? ਇਹ ਵੀ ਬਈ ਦੇਖੋ ਕਿੰਨਾ ਵਧੀਆ ਕੁਐਸਚਨ ਆ। ਵੈਸੇ ਮੈਂ ਹੁਣੀ ਸਮਝਾ ਤਾਂ ਦਿੱਤਾ ਸੀ, ਪਰ ਫਿਰ ਵੀ ਗੱਲ ਚ ਵੀ ਦੇਖੋ ਇੱਕ ਗੱਲ ਬਣਦੀ ਹੈ, ਫਿਰ ਨੈਗੇਟਿਵ ਕਿਉਂ ਲੈ ਰਹੇ ਆ? ਕਿਉਂਕਿ ਮੈਗਨੀਟਿਊਡ ਹਮੇਸ਼ਾ ਕੀ ਹੁੰਦਾ ਹੈ? ਪੋਜ਼ਿਟਿਵ। ਵਧੀਆ ਗੱਲ ਹੈ, ਦੇਖੋ ਬਿਲਕੁਲ ਸਹੀ ਗੱਲ ਪੁੱਛ ਰਿਹਾ ਉਹ ਕਹਿ ਰਿਹਾ ਮੈਗਨੀਟਿਊਡ ਤਾਂ ਹਮੇਸ਼ਾ ਹੀ ਪੋਜ਼ਿਟਿਵ ਹੁੰਦਾ ਨਾ, ਹਨਾ, ਤੇ ਇਹਨੂੰ ਨੈਗੇਟਿਵ ਕਿਉਂ ਲਿਆ? ਉਹ ਬਾਈ ਇਹਨੂੰ ਲਿਆ ਇਸ ਲਈ ਨੈਗੇਟਿਵ ਇਸ ਲਈ ਲਿਆ ਤਾਂ ਕਿ ਪੋਜ਼ਿਟਿਵ ਬਣ ਜਾਵੇ, ਕਿਉਂਕਿ dx ਦੀ ਵੈਲਿਊ ਨੈਗੇਟਿਵ ਹੈ, dx ਦੀ ਵੈਲਿਊ ਹੀ ਨੈਗੇਟਿਵ ਹੈ,
क्योंकि डिक्रीज हो ना dx की है x फाइनल माइनस x इनिशियल है ना ਹਾਂਜੀ ਸਰ ਠੀਕ ਇਹ 네ਗੇਟਿਵ ਇਹ ਆਪਣੇ ਆਪ ਚ 네ਗੇਟਿਵ ਹੈ ਮੈਂ ਇਹਦੇ ਅੱਗੇ ਇੱਕ ਹੋਰ 네ਗੇਟਿਵ ਤਾਂ ਹੀ ਲਾਇਆ ਤਾਂ ਕਿ ਕੀ ਬਣ ਜੇ ਪੋਜ਼ਿਟਿਵ ਆ ਪੋਜ਼ਿਟਿਵ ਹੈ ਠੀਕ ਹੈ ਦਿਖ ਰਿਹਾ 네ਗੇਟਿਵ ਦਿਖ ਰਿਹਾ ਪਰ 네ਗੇਟਿਵ ਹੈ ਨਹੀਂ ਉਹ ਪੋਜ਼ਿਟਿਵ ਹੈ ਉਹਨੂੰ ਪੋਜ਼ਿਟਿਵ ਕਰਨ ਲਈ ਹੀ ਤਾਂ ਲਾਇਆ ਨਹੀਂ ਤਾਂ ਗਲਤੀ ਹੋ ਜਾਣੀ ਸੀ ਓਕੇ ਠੀਕ ਹੈ ਗੱਲ ਹਾਂਜੀ ਸਰ ਦੇਖੋ ਛੋਟੀ ਤੋਂ ਛੋਟੀ ਚੀਜ਼ਾਂ ਤਾਂ ਹੀ ਕਹਿੰਦਾ ਬਰੀਕੀ ਚ ਇਹਨੂੰ ਫੜ ਕੇ ਜਿਵੇਂ ਮਰਜ਼ੀ ਸੋਚ ਲਓ ਸਿੱਖ ਲਓ ਸਮਝ ਲਓ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਏ ਸਰ ਹਾਂਜੀ 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 ਸਰ ਜੇ ਆਪਾਂ ਐਫ ਐਕਸਟਰਨਲ ਦੀ ਜਗ੍ਹਾ ਤੇ ਜਿਹੜੀ ਫੋਰਸ ਇਲੈਕਟ੍ਰੋਸਟੈਟਿਕ ਫੋਰਸ ਦੇ ਨਾਲ ਹੀ ਆਪਾਂ ਐਫ ਡਾਟ ਡੀਐਸ ਕਰੀਏ ਉਹਦੇ ਨਾਲ ਵੀ ਨਿਕਲ ਜਾਏਗਾ ਜੇ ਆਪਾਂ ਐਫ ਐਕਸਟਰਨਲ ਦੀ ਜਗ੍ਹਾ ਤੇ ਸਰ ਜੇ ਆਪਾਂ ਐਫ ਐਕਸਟਰਨਲ ਦੀ ਜਗ੍ਹਾ ਤੇ ਸਿੱਧੀ ਜਿਹੜਾ ਚਾਰਜ Q1 ਐਗਜ਼ਰਟ ਕਰ ਰਿਹਾ ਫੋਰਸ ਉਹਦੇ ਨਾਲ ਹੀ ਕਰੀਏ ਤਾਂ ਵੀ ਨਿਕਲ ਜਾਏਗਾ ਆ ਜਿਹੜੀ ਜਗ੍ਹਾ ਛੱਡੀ ਹੈ ਨਾ ਡੈਫੀਨੇਸ਼ਨ ਦੇ ਥੱਲੇ ਉਹ ਤਾਂ ਹੀ ਛੱਡੀ ਆ ਪਹਿਲਾਂ ਆ ਇੱਕ ਗੱਲ ਕਲੀਅਰ ਕਰ ਲਓ ਫਿਰ ਤੇਰੀ ਗੱਲ ਤੇ ਆ ਰਿਹਾ ਤੇ ਬਹੁਤ ਵਧੀਆ ਤੂੰ ਵੀ ਸੋਚਿਆ ਹੈ ਇਹ ਬਿਲਕੁਲ ਐਗਜ਼ੈਕਟਲੀ ਇਸੇ ਗੱਲ ਤੇ ਆ ਡੈਫੀਨੇਸ਼ਨ ਥੱਲੇ ਜਗ੍ਹਾ ਛੱਡਤੀ ਨਾ ਮੈਂ ਤਾਂ ਹੀ ਛੱਡੀ ਹੈ ਹਾਂਜੀ ਸਰ ਠੀਕ ਹੈ ਹਾਂਜੀ ਸਰ ਹੁਣ ਇਹਦੀ ਡੈਫੀਨੇਸ਼ਨ ਨੂੰ ਕੋਈ ਬੱਚਾ ਐਵੇਂ ਲਿਖ ਸਕਦਾ ਆ ਕਿ ਜਿਹੜੀ ਪੋਟੈਂਸ਼ੀਅਲ એનર્ਜੀ ਹੁੰਦੀ ਹੈ ਸਟੋਰ ਸਿਸਟਮ ਆਫ 2 ਪੁਆਇੰਟ ਚਾਰजेस ਦੇ ਵਿੱਚ ਧਿਆਨ ਨਾਲ ਸਮਝੋ ਇਸ ਗੱਲ ਨੂੰ ਉਹ ਬਰਾਬਰ ਹੁੰਦੀ ਹੈ ਵਰਕ ਡਨ ਬਾय ਇਲੈਕਟ੍ਰੋਸਟੈਟਿਕ ਫੋਰਸ ਜਾਂ ਇੱਥੇ ਆਪਾਂ ਕੰਜ਼ਰਵੇਟਿਵ ਫੋਰਸ ਵੀ ਲਿਖ ਦਿੰਦੇ ਹਾਂ ਇਲੈਕਟ੍ਰੋਸਟੈਟਿਕ ਫੋਰਸ ਵੀ ਲਿਖ ਦੇਣਾ ਚਾਹੇ ਇਲੈਕਟ੍ਰੋਸਟੈਟਿਕ ਫੋਰਸ ਇਹਦੇ ਚ ਐਕਸਟਰਨਲ ਦੀ ਕੋਈ ਗੱਲ ਨਹੀਂ ਕਰ ਰਿਹਾ ਮੈਂ ਵੀ ਇਲੈਕਟ੍ਰੋਸਟੈਟਿਕ ਫੋਰਸ ਨੇ ਜੋ ਵਰਕ ਕੀਤਾ ਤੁਸੀਂ ਉਹੀ ਕੈਲਕੂਲੇਟ ਕਰ ਲਓ ਤੇ ਉਹਦਾ ਕੀ ਕਰ ਦੋ ਬਸ ਫਿਰ ਆ ਸੇਮ ਹੀ ਸਾਰਾ ਕੰਮ ਹੋ ਜਾਏਗਾ ਹਾਂਜੀ ਹੁਣ ਜੇ ਤੂੰ ਕਰੇਗਾ ਡੈਰੀਵੇਸ਼ਨ ਹੁਣ ਤੁਸੀਂ ਸਾਰਾ ਹੋਮਵਰਕ ਹੈ ਤੁਸੀਂ ਇਹ ਡੈਰੀਵੇਸ਼ਨ ਤੁਸੀਂ ਇਸ ਡੈਫੀਨੇਸ਼ਨ ਦੇ ਨਾਲ ਇਹਨੂੰ ਡਿਰਾਈਵ ਕਰਕੇ ਦੱਸਣਾ ਆ ਮੈਂ ਕਲੂ ਦੇ ਦੇਣਾ ਕੀ ਕਰਨਾ ਆ ਐਫ ਐਕਸਟਰਨਲ ਲਿਖਣਾ ਹੀ ਨਹੀਂ ਹੈ ਇਹ ਜਗ੍ਹਾ ਕੀ ਲਿਖਣਾ ਹੈ Q2 into E ਆ ਯੈਲੋ ਵਾਲਾ ਸਮਝ ਲੱਗੀ ਗੱਲ ਹਾਂਜੀ ਠੀਕ ਹੈ ਤੁਸੀਂ ਆ ਹੀ ਲਿਖਣਾ ਹੈ ਤੇ ਇਹਦੀ ਜਗ੍ਹਾ ਜੇ ਯੈਲੋ ਵਾਲਾ ਫੋਰਸ ਲਗਾਓਗੇ ਤਾਂ ਨਾਲ ਹੀ ਇੱਥੇ ਵਰਕ ਡਨ ਦੇ ਅੱਗੇ ਨਾਲ ਕੀ ਲਗਾਓਗੇ 네ਗੇਟਿਵ ਹਾਂਜੀ ਸਰ ਤਾਂ ਇੱਥੇ ਵੀ 네ਗੇਟਿਵ ਲਾਓਗੇ ਤੇ ਮੁੜ ਕੁੜ ਕੇ ਫਿਰ ਆ ਜਿਹੜਾ ਤੁਹਾਡਾ ਹੋਏਗਾ Q2E ਤੇ ਇੱਥੇ cos ਦੀ ਵੈਲਿਊ ਕਿੰਨੀ ਆਏਗੀ 180 ਡਿਗਰੀ ਹੁਣ ਆਏਗੀ 180 ਤੇ ਉਹ cos ਦਾ 180 ਇਹ ਇੱਥੇ 네ਗੇਟਿਵ ਸਾਈਨ ਐਕਸਟਰਾ ਆਏਗਾ ਤੇ ਉਹ 네ਗੇਟਿਵ ਸਾਈਨ ਜਿਹੜਾ ਬਾਹਰ 네ਗੇਟਿਵ ਲਾਓਗੇ ਤੁਸੀਂ ਕਿਉਂਕਿ ਡੈਫੀਨੇਸ਼ਨ ਚ 네ਗੇਟਿਵ ਲਾਣਾ ਪੈਣਾ ਉਹਦੇ ਕਰਕੇ ਕੈਨਸਲ ਹੋ ਜਾਏਗਾ ਮੁੜ ਕੁੜ ਕੇ ਆਨਸਰ ਸੇਮ ਹੀ ਆਏਗਾ ਕਲੀਅਰ ਹੋਈ ਗੱਲ ਕਰ ਸਕਦੇ ਆਪਾਂ ਇਲੈਕਟ੍ਰੋਸਟੈਟਿਕ ਫੋਰਸ ਹੀ ਲੈ ਲਈ ਨਾਲ ਹੀ ਐਕਸਟਰਨਲ ਤਾਂ ਵੀ ਕੰਮ ਬਣ ਜਾਏਗਾ ਐਕਸਟਰਨਲ ਦੇ ਥਰੂ ਸਮਝਣਾ ਸੋਚਣਾ ਹੁੰਦਾ ਬਸ ਆਪਾਂ ਸੋਚ ਲਿਆ ਆਪਾਂ ਕਿ ਅੱਛਾ ਆ ਅਸੀਂ ਕੀਤਾ ਵਰਕ ਅਸੀਂ ਧੱਕੇ ਨਾਲ ਲੈ ਕੇ ਗਏ ਸੀ ਉਹ ਚ ਸਟੋਰ ਹੋ ਗਿਆ ਮੈਂ ਛੱਡਿਆ ਵਾਪਸ ਆਇਆ ਹੁਣ ਆ ਗੱਲ ਸਮਝਣੀ ਸੌਖੀ ਹੋ ਜਾਂਦੀ ਹੈ ਦੱਸੋ ਕੋਈ ਹੋਰ ਡਾਊਟ ਹੋਵੇ ਕਿਸੇ ਵੀ ਤਰ੍ਹਾਂ ਦਾ ਘੁਮਾ ਕੇ ਫਰਾ ਕੇ ਪੁੱਛ ਲਓ ਹੁਣ ਵੀ ਹਾਂਜੀ ਜਸਜੋਤ पेज नंबर 6 खोले किधर पेज पेज नंबर 6 आ लो जी हाँ ਜਿਹੜਾ ਸਾਡੇ ਕੋਲ ਲੋ ਫਾਰਮੂਲਾ ਹੈ इधर कह रहे हैं तू जस जो तेरी ना आवाज बहुत कट के आ रही है बहुत ज्यादा मतलब वो आ रही है मैंने सुनाई नहीं दे रही किसी बच्चे को सुन रही है आवाज भी जे किसी को सुन रही हो तो मैं दस दो नरेट कर दो की कह रहे हो चलो जसो तेरी गल ना सुनी नहीं मैनू या तो तू चैट विच लिख के भेज दे मैं देख लेना नहीं तो फिर मैं आगे गल करा सो कहने का मतलब यह है कि जेड़ा इत्थे पोटेंशियल एनर्जी हैगी है हुण मैं देखो रिलेट करन जा रहा तुसी एक ही मैथड फड़ लियो ओदे नाल करियो काम पोटेंशियल एनर्जी जेड़ी हैगी है ਉਹਨੂੰ ਜਾਂ ਤਾਂ ਮੈਂ ਕਹਿ ਸਕਦਾ ਕਿ ਵਰਕ ਡਨ ਬਾय ਦਾ ਐਕਸਟਰਨਲ ਫੋਰਸ ਅਗੇਂਸਟ ਇਲੈਕਟ੍ਰੋਸਟੈਟਿਕ ਫੋਰਸ ਜੋ ਫੀਲਡ ਜਿਹੜਾ ਹੈਗਾ ਆਪ ਆਪਾਂ ਕਰਦੇ ਹਾਂ ਐਂਡ ਠੀਕ ਹੈ ਜੀ ਤੇ ਜਾਂ ਫਿਰ ਆਪਾਂ ਇਹਨੂੰ ਇਹ ਲਿਖ ਸਕਦੇ ਹਾਂ ਵੀ 네ਗੇਟਿਵ ਆਫ ਵਰਕ ਡਨ ਬਾय ਇਲੈਕਟ੍ਰੋਸਟੈਟਿਕ ਫੋਰਸ ਠੀਕ ਹੈ ਤੇ ਆ ਗੱਲਾਂ ਨੂੰ ਕੈਲਕੂਲੇਟ ਕਰਦੇ ਹੋਏ ਜਿਹੜੀ dx ਦੀ ਵੈਲਿਊ 네ਗੇਟਿਵ ਲਈ ਆ dx ਦੇ ਨਾਲ 네ਗੇਟਿਵ ਲਾਇਆ ਉਹ ਕਿਉਂ ਲਾਇਆ ਤੁਹਾਨੂੰ ਦੱਸੀ ਦੱਸੋ ਗੱਲ ਕਲੀਅਰ ਹੋ ਗਈ यस सर ਕਨਫਿਊਜ਼ ਨਹੀਂ ਹੋਣਾ ਜੇ ਐਕਸਟਰਨਲ ਵਾਲੇ ਨਾਲ ਸਰਦਾ ਤਾਂ ਐਕਸਟਰਨਲ ਵਾਲੇ ਨਾਲ ਕਰ ਲਿਓ
ठीक है, जो मैं करवाया ਜਿਹੜਾ ਲਿਖਿਆ ਕੋਈ ਦਿੱਕਤ ਨਹੀਂ ਗੀ, ਬਸ ਸਮਝ ਲਿਓ ਗੱਲ ਨੂੰ ਕਿ ਕਿਹੜਾ ਲੈ ਰਹੇ ਹੋ ਤੇ ਐਂਗਲ ਫਿਰ 0 ਲੈਣਾ, ਜੇ ਉਹਨੂੰ ਲਿਆ ਤਾਂ ਐਂਗਲ 180 ਲੈਣਾ ਪੈਣਾ, ਇਹ ਗੱਲ ਹੋਊਗੀ। ਦੂਸਰੀ ਗੱਲ ਜਿਹੜੀ ਸਾਹਮਣੇ ਆਈ, ਜਦੋਂ ਇੱਕ ਚਾਰਜ ਨੈਗੇਟਿਵ ਹੋ ਜਾਏਗਾ ਤਾਂ ਫੋਰਸ ਹੋ ਜਾਏਗਾ ਅਟਰੈਕਟਿਵ, ਫਿਰ ਸਾਰੀ ਚੀਜ਼ਾਂ ਦੇ ਵਿੱਚ ਇੱਕ ਨੈਗੇਟਿਵ ਸਾਈਨ ਆਏਗਾ, ਤੁਹਾਨੂੰ ਪਤਾ ਆ। ਇਸੇ ਲਈ ਆਹ ਵਾਲੀ ਗੱਲ ਨੂੰ ਮੈਂ ਥੋੜਾ ਹੋਰ ਐਡ ਕਰ ਦਿੰਦਾ ਕਿ ਜਦੋਂ ਵੀ ਅਟਰੈਕਟਿਵ ਫੋਰਸ ਹੁੰਦੇ ਨੇ ਤਾਂ ਪੋਟੈਂਸ਼ੀਅਲ એનર્ਜੀ ਹਮੇਸ਼ਾ ਨੈਗੇਟਿਵ ਹੀ ਆਉਂਦੀ ਹੈ, ਤੇ ਜਦੋਂ ਰਿਪਲਸਿਵ ਫੋਰਸਿਸ ਹੁੰਦੇ ਨੇ ਤਾਂ ਪੋਟੈਂਸ਼ੀਅਲ એનર્ਜੀ ਹਮੇਸ਼ਾ ਪੋਜ਼ਿਟਿਵ ਹੀ ਆਉਂਦੀ ਹੈ। ਜਿਵੇਂ ਕਿ ਇਸ ਕੇਸ 'ਚ ਰਿਪਲਸ਼ਨ ਸੀਗੀ ਤਾਂ ਪੋਜ਼ਿਟਿਵ ਆਇਆ, ਤੇ ਗ੍ਰੈਵਿਟੇਸ਼ਨ ਦੇ ਵਿੱਚ ਕਿਹੜਾ ਫੋਰਸ ਹੁੰਦਾ ਹੈ, ਅਟਰੈਕਟਿਵ ਕਿ ਰਿਪਲਸਿਵ? ਇਹ ਉੱਤੇ ਪੋਟੈਂਸ਼ੀਅਲ એનર્ਜੀ -Gmm/r ਆਈ ਸੀ ਕਿ ਨਹੀਂ, ਹਨਾ? ਉੱਥੇ ਵੀ ਆਪਾਂ ਇਨਫਿਨਿਟੀ ਨੂੰ ਹੀ ਮੰਨਿਆ ਸੀ ਨਾ, ਉਹ ਆਪਣਾ ਰੈਫਰੈਂਸ, ਇਸ ਲਈ। ਜਸਜੋਤ, ਜੋ ਤੂੰ ਲਿਖ ਰਿਹਾ ਵਾ ਵੀ U = force into distance between charges, ਇਸ ਤਰ੍ਹਾਂ ਨਾ ਲਿਖ, ਇਸ ਤਰ੍ਹਾਂ ਗੱਲ ਬਣੂਗੀ ਨਹੀਂ। ਇਸ ਜਗ੍ਹਾ ਤੇ ਜਾ ਕੇ ਜ਼ਰੂਰ ਤੂੰ ਇਹਨੂੰ ਐ ਸੋਚ ਸਕਦਾ, ਪਰ ਤੂੰ ਇਹਨੂੰ ਕਿਵੇਂ ਸੋਚੇਗਾ ਜੇ 3 ਚਾਰਜ ਹੋਏ, 4 ਚਾਰਜ ਹੋਏ, 5 ਚਾਰਜ ਹੋਏ, ਫਿਰ ਇਸ ਲਈ ਆ ਗੱਲ ਵੈਲਿਡ ਨਹੀਂ ਹੈ। ਉਹ ਤੈਨੂੰ ਦੇਖਣ 'ਚ ਜ਼ਰੂਰ ਲੱਗ ਰਿਹਾ ਉਸ ਤਰ੍ਹਾਂ ਦਾ, ਪਰ ਇਸ ਤਰ੍ਹਾਂ ਨਹੀਂ, ਆਪਾਂ ਇਹਨਾਂ ਨੂੰ ਰਿਲੇਟ ਨਹੀਂ ਕਰਾਂਗੇ ਇਸ ਤਰ੍ਹਾਂ। ਅਸੀਂ ਪੋਟੈਂਸ਼ੀਅਲ એનર્ਜੀ ਨੂੰ ਫੋਰਸ ਨਾਲ ਸਿੱਧੇ ਤੌਰ ਤੇ ਉਦਾਂ ਰਿਲੇਟ ਨਹੀਂ ਕਰਾਂਗੇ, ਇਹੀ ਰਿਲੇਟ ਕਰਾਂਗੇ ਜਿਹੜਾ ਐਕਸਪ੍ਰੈਸ਼ਨ ਮੈਂ ਲਿਖਿਆ ਹੁਣੀ। ਅੱਗੇ ਦੇਖੋ, ਹੁਣ ਆਪਾਂ ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸਮਝਦੇ ਹਾਂ ਇਸ ਚੀਜ਼ ਨੂੰ, ਕਿ ਜੇ ਅਸੀਂ ਕਿ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਆਫ 2 ਪੁਆਇੰਟ ਚਾਰजेस ਨਾ, ਜੇ ਚਾਰजेस 3 ਹੋ ਜਾਣ ਤਾਂ ਆਪਾਂ ਕਿਵੇਂ ਕਰਾਂਗੇ? ਜਾਂ ਮੈਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀ ਗੱਲ ਕਰਨਾ, ਚਲੋ ਤੇ ਪਹਿਲਾਂ ਫਿਰ ਮੈਂ 3 ਚਾਰਜ ਤੇ ਆ ਜਾਊਂਗਾ। ਇਲੈਕਟ੍ਰਿਕ ਪੋਟੈਂਸ਼ੀਅਲ ਐਟ ਅ ਪੁਆਇੰਟ, ਪਹਿਲੀ ਗੱਲ ਤਾਂ ਇਹਨੂੰ ਡਿਫਾਈਨ ਕੀਤਾ ਜਾਵੇ, ਇਹ ਕੀ ਹੁੰਦਾ, ਡਿਫਾਈਨ ਕਿਵੇਂ ਕਰਾਂਗੇ ਆਪਾਂ? ਪਹਿਲੀ ਗੱਲ ਤਾਂ ਇਹ ਹੈ, ਦੇਖੋ ਜਿਵੇਂ ਜਿਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੁੰਦਾ ਆ, ਹਨਾ, ਜਿਵੇਂ ਡਿਫਾਈਨ ਹੁੰਦਾ ਹੈ ਕਿਸੇ ਪੁਆਇੰਟ ਦੇ ਉੱਪਰ ਇੰਨਾ ਆ, ਉਸ ਤਰ੍ਹਾਂ ਉਸ ਪੁਆਇੰਟ ਤੇ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਾਈਨ ਹੁੰਦਾ ਹੈ। ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਨਹੀਂ ਕਹਿ ਰਿਹਾ ਮੈਂ, ਇਲੈਕਟ੍ਰਿਕ ਪੋਟੈਂਸ਼ੀਅਲ ਕਹਿ ਰਿਹਾ V। ਇਹ ਕਿਵੇਂ ਡਿਫਾਈਨ ਹੁੰਦਾ ਹੈ ਕਿ ਮੰਨ ਲਓ ਜੇ Q1 ਚਾਰਜ ਹੈ ਇੱਥੇ, ਇਹਦੇ ਕਰਕੇ ਕਿਸੇ ਪੁਆਇੰਟ ਤੇ ਇੱਥੇ, ਜਾਂ Q1 ਚਾਰਜ ਨਹੀਂ, Q ਚਾਰਜ ਲੈ ਲਓ, ਹੁਣ ਮੈਂ ਸਿਰਫ ਚਾਰਜ ਦੀ ਗੱਲ ਕਰ ਰਿਹਾ, Q ਚਾਰਜ ਹੈ, ਇਹਦੇ ਕਰਕੇ ਇਸ ਪੁਆਇੰਟ ਤੇ ਜਿਹਦਾ ਕਿ ਡਿਸਟੈਂਸ ਇੱਥੋਂ ਕਿੰਨਾ ਆ, R ਹੈ, ਤੇ Q ਚਾਰਜ ਦੇ ਕਰਕੇ ਇਸ ਪੁਆਇੰਟ ਤੇ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਾਈਨ ਕਰਨਾ ਹੈ, ਉਹਨੂੰ ਕਹਿੰਦੇ ਆ V। ਇਹ ਇੱਕ ਸਕੇਲਰ ਕੁਆਂਟੀਟੀ ਹੁੰਦੀ ਹੈ, ਯਾਦ ਰੱਖੇ। ਹੁਣ ਆਪਾਂ ਸਕੇਲਰ ਕੁਆਂਟੀਟੀ 'ਚ ਕੰਮ ਕਰ ਰਹੇ ਹਾਂ, ਇਸੇ ਲਈ ਆਪਾਂ ਥੋੜਾ ਸੌਖੇ ਵਾਲੇ ਪਾਸੇ ਵੱਧ ਰਹੇ ਹਾਂ। ਆਪਾਂ ਔਖਾ ਕੰਮ ਕੀਤਾ, ਫੋਰਸ, ਇਲੈਕਟ੍ਰਿਕ ਫੀਲਡ, ਉਸ ਨਾਲ ਡਾਇਰੈਕਸ਼ਨ ਮੈਂਸ਼ਨ ਕਰਨੀ ਪੈਂਦੀ ਹੈ। ਇੱਥੇ ਆਪਾਂ ਕਰਿਆ Q ਚਾਰਜ ਹੈ, ਇਹਦੇ ਕਰਕੇ ਆਹ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੋਏਗਾ ਉਹਨੂੰ ਡਿਫਾਈਨ ਕਿਵੇਂ ਕਰਾਂਗੇ। ਸੋ ਇਟ ਇਜ਼ ਡਿਫਾਈਨਡ ਐਜ਼ ਇਲੈਕਟ੍ਰਿਕ ਪੋਟੈਂਸ਼ੀਅਲ। ਦੇਖੋ ਡਿਫਾਈਨ ਕਿਵੇਂ ਕਰ ਰਿਹਾ ਮੈਂ, electric potential at a point due to a point charge, a point source charge, इतने में लिख रहे हैं Q कह देने, is defined as work done to take याद रखना, यूनिटरी मेथड नाल भी अपन रिलेट करेंगे। यूनिट पॉजिटिव टेस्ट चार्ज फ्रॉम infinity to that point। ਹੁਣ ਤੁਸੀਂ ਦੇਖੋ ਕਿ ਫੋਰਸ ਨੂੰ ਮੈਂ ਰਿਲੇਟ ਕੀਤਾ ਸੀ ਨਾ ਆਪਾਂ, ਯੂਨਿਟ ਪੋਜ਼ਿਟਿਵ ਤੇ ਇੰਨਾ ਲੱਗ ਰਿਹਾ ਤੇ ਉਹਦੇ ਇੰਨਾ ਲੱਗ ਰਿਹਾ। ਇਲੈਕਟ੍ਰਿਕ ਫੀਲਡ ਨੂੰ ਡਿਫਾਈਨ ਕਿਵੇਂ ਕੀਤਾ ਸੀ, ਫੋਰਸ ਔਨ ਅ ਯੂਨਿਟ ਪੋਜ਼ਿਟਿਵ ਟੈਸਟ ਚਾਰਜ। ਬਿਲਕੁਲ ਉਸ ਤਰ੍ਹਾਂ ਹੀ ਇੱਥੇ ਮੈਂ ਕਹਿਣਾ ਇਨਫਿਨਿਟੀ ਤੋਂ ਤੁਸੀਂ ਲੈ ਕੇ ਆਉਣਾ ਹੈ, ਮੰਨ ਲਓ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਇਨਫਿਨਿਟੀ ਤੋਂ ਲੈ ਕੇ ਆਉਣਾ ਹੈ ਇੱਥੇ। ਉਹਦੇ ਲਈ ਜੋ ਤੁਹਾਨੂੰ ਵਰਕ ਡਨ ਕਰਨਾ ਪਏਗਾ ਉਹ ਇਸ ਪੁਆਇੰਟ ਦਾ ਕੀ ਕਿਹਾ ਜਾਏਗਾ, ਪੋਟੈਂਸ਼ੀਅਲ। ਡੈਫੀਨੇਸ਼ਨ ਤੁਸੀਂ ਸਮਝੋ, ਪਿਛਲੇ ਨਾਲ ਰਿਲੇਟ ਕਰ ਦੇਵਾਂਗੇ ਇਹਨੂੰ ਬਾਅਦ ਚ, ਪਰ ਦੇਖੋ ਨਾ ਗੱਲ ਡੈਫੀਨੇਸ਼ਨ ਹੋਈ ਹੈ। ਪਰ ਇੱਥੇ ਕੀ ਹੈ, ਇੱਥੇ ਚਾਰਜ ਕਿਹੜਾ ਲੈ ਕੇ ਆਣਾ, ਕਿਉਂਕਿ ਚਾਰਜ ਕੋਈ ਹੈ ਹੀ ਨਹੀਂ। ਯੂਨਿਟ ਪੋਜ਼ਿਟਿਵ ਨੂੰ ਲੈ ਕੇ ਆਣਾ ਤੇ ਦੇਖ ਲੈਣਾ ਵਰਕ ਡਨ ਕਿੰਨਾ ਕਰਨਾ ਪਏਗਾ। ਜੇ ਵਰਕ ਡਨ ਤੁਹਾਨੂੰ ਜ਼ਿਆਦਾ ਕਰਨਾ ਪਏਗਾ, ਜ਼ਿਆਦਾ ਪੋਟੈਂਸ਼ੀਅਲ ਹੈ, ਘੱਟ ਕਰਨਾ ਪਏਗਾ,
ਘੱਟ ਪੋਟੈਂਸ਼ੀਅਲ ਹੈ, ਲਿਆਣਾ ਕਿੱਥੋਂ ਹੈ, ਇਨਫਿਨਿਟੀ ਤੋਂ ਲੈ ਕੇ ਆਉਣਾ। ਫੇਰ ਗੱਲ ਹੋਈ ਆਏਗੀ ਇਹਦੀ ਡੈਰੀਵੇਸ਼ਨ ਲਈ ਕਿ ਬਈ ਆਪਾਂ ਯੂਨਿਟ ਪੋਜ਼ਿਟਿਵ ਚਾਰਜ ਕਿੱਥੋਂ ਲਿਆਣਾ, +1 ਕਈ ਵਾਰ ਕਈ ਕਿਤਾਬਾਂ 'ਚ ਕੀਤਾ ਵੀ ਹੋਇਆ ਉਸ ਤਰ੍ਹਾਂ। ਆਪਾਂ ਕਹਿੰਦੇ ਵੀ +1 ਨਹੀਂ, ਆਪਾਂ Q0 ਲੈ ਕੇ ਆਨੇ, ਬਹੁਤ ਛੋਟਾ ਜਿਹਾ ਚਾਰਜ Q0, ਇਨਫਿਨਿਟੀ ਤੋਂ ਬਹੁਤ ਸਮਾਲ ਪੋਜ਼ਿਟਿਵ ਚਾਰਜ ਲੈਣੇ ਆ, ਉਹਨੂੰ ਲੈ ਕੇ ਆਨੇ ਆ ਇਨਫਿਨਿਟੀ ਟੂ दैट ਪੁਆਇੰਟ। ਆ ਪੁਆਇੰਟ ਦਾ ਨਾਮ ਰੱਖ ਦਿੰਦੇ ਆ ਆਪਾਂ A, ਠੀਕ ਹੈ, V ਤਾਂ ਪੋਟੈਂਸ਼ੀਅਲ ਨੂੰ ਕਹਿ ਰਹੇ ਆਪਾਂ। ਤੇ ਮੈਂ ਜੇ ਕਹਿ ਦਵਾਂ ਕਿ ਵਰਕ ਡਨ ਕੈਲਕੂਲੇਟ ਕਰ ਲਵਾਂ ਮੈਂ ਇਨਫਿਨਿਟੀ ਤੋਂ ਲੈ ਕੇ A ਤੱਕ ਲਿਆਂਦੇ ਹੋਏ ਜੋ ਕਰਨਾ ਪਏਗਾ ਇਸ Q0 ਚਾਰਜ ਨੂੰ, ਤੇ Q0 ਨੂੰ ਲੈ ਕੇ ਆਂਦੇ ਹੋਏ ਵਰਕ ਡਨ ਕਿੰਨਾ ਕਰਨਾ ਪਿਆ, ਇੰਨਾ, ਤੇ ਯੂਨਿਟ ਪੋਜ਼ਿਟਿਵ ਚਾਰਜ ਨੂੰ ਲਿਆਂਦੇ ਕਿੰਨਾ ਵਰਕ ਡਨ ਕਰਨਾ ਪਏਗਾ, this by Q0, ਤੇ ਉਹੀ ਆਪਣਾ ਬਣ ਜਾਏਗਾ ਉਸ ਜਗ੍ਹਾ ਤਾਂ ਤੇ ਪੋਟੈਂਸ਼ੀਅਲ। ਡੈਰੀਵੇਸ਼ਨ ਬੜੀ ਸੌਖੀ ਹੈ। ਡੈਰੀਵੇਸ਼ਨ ਕਿਵੇਂ ਕਰਾਂਗੇ, ਦੇਖੋ ਹੁਣ ਤੁਸੀਂ ਸਾਰੇ ਦੇਖੋਗੇ ਕਿ ਇੱਕੋ ਹੀ ਡੈਰੀਵੇਸ਼ਨ ਸੀਗੀ, ਇਹ ਸਾਰਾ ਕੁਝ ਹੋ ਚੁੱਕਿਆ, ਬਾਰ-ਬਾਰ ਮੈਂ ਉਸੇ ਡੈਰੀਵੇਸ਼ਨ ਨੂੰ ਘੁਮਾ ਫਿਰਾ ਕੇ ਉੱਥੇ ਲੈ ਕੇ ਆਉਂਗਾ। ਸੋ ਡੈਰੀਵੇਸ਼ਨ ਆਪਾਂ ਐਕਸਪ੍ਰੈਸ਼ਨ ਫॉर ਪੋਟੈਂਸ਼ੀਅਲ ਦੇਖਦੇ ਹਾਂ, ਐਕਸਪ੍ਰੈਸ਼ਨ ਫॉर ਇਲੈਕਟ੍ਰਿਕ ਪੋਟੈਂਸ਼ੀਅਲ at a point due to a point charge। ਹੁਣ ਇਹ ਵੀ ਪੇਪਰ 'ਚ ਆਇਆ ਦਾ ਵੀ ਸਕੂਲ ਐਗਜ਼ਾਮ 'ਚ ਕਈ ਵਾਰੀ ਵੀ ਐਕਸਪ੍ਰੈਸ਼ਨ ਦੱਸੋ ਕੀ ਹੋਏਗਾ। ਆਪਾਂ ਕਹਿੰਦੇ ਐਕਸਪ੍ਰੈਸ਼ਨ ਇੱਕ ਪੁਆਇੰਟ ਚਾਰਜ ਕਰਕੇ ਕਰਨਾ ਨਾ, ਪਹਿਲਾਂ ਤਾਂ ਜਿਹੜਾ ਪੁਆਇੰਟ ਚਾਰਜ ਕਰਕੇ ਕਰਨਾ ਉਹਨੂੰ Q ਮੰਨ ਲਓ, ਠੀਕ ਹੈ, ਉਹੀ ਸਮਾਲ Q ਲੈ ਸਕਦਾ ਸੀ, ਚਲੋ ਮੈਂ Q ਲੈ ਲਿਆ ਹੁਣ, ਠੀਕ ਹੈ। ਆਹ ਪੁਆਇੰਟ ਤੇ ਮੰਨ ਲਓ ਪੋਟੈਂਸ਼ੀਅਲ ਪਤਾ ਕਰਨਾ ਆ, ਇਹ ਪੁਆਇੰਟ A ਮੰਨ ਲਓ, ਇਹਦਾ ਜਿਹੜਾ ਡਿਸਟੈਂਸ ਹੈਗਾ ਉਹ ਕੁਝ ਤਾਂ ਗਿਵਨ ਹੀ ਹੋਏਗਾ ਵੀ ਕਿਸ ਪੁਆਇੰਟ ਤੇ ਪਤਾ ਕਰਨਾ, ਕਿੰਨੀ ਦੂਰੀ ਤੇ, R ਮੰਨ ਲਓ ਜਿਵੇਂ ਪਹਿਲਾਂ ਮੰਨਦੇ ਆਪਾਂ। ਫਿਰ ਆਪਾਂ ਕੀ ਕਰਨਾ, ਆਪਾਂ ਇੱਕ ਕੰਸੀਡਰ ਕਰਦੇ ਹਾਂ, ਆਪਾਂ ਇੱਕ ਛੋਟਾ ਜਿਹਾ ਚਾਰਜ Q0 ਜਿਹੜਾ ਇਨਫਿਨਿਟੀ ਤੇ ਲੈਣੇ ਆ, ਤੇ ਉਹਨੂੰ ਇਨਫਿਨਿਟੀ ਤੋਂ ਲੈ ਕੇ ਇੱਥੇ ਤੱਕ ਲੈ ਕੇ ਆਣਾ ਆ, ਲੈ ਕੇ ਆਉਂਦੇ ਹੋਏ ਰਸਤੇ ਵਿੱਚ ਕਿਸੇ ਜਗ੍ਹਾ ਤੇ ਛੋਟੀ ਜਿਹੀ ਡਿਸਪਲੇਸਮੈਂਟ dx ਲੈ ਲਓ। ਹੁਣ ਉਸ ਜਗ੍ਹਾ ਤੇ ਇਲੈਕਟ੍ਰੋਸਟੈਟਿਕ ਫੋਰਸ ਜਿਹੜਾ ਲੱਗ ਰਿਹਾ ਹੋਏਗਾ ਉਹਨੂੰ ਕਿਸ ਦਿਸ਼ਾ 'ਚ ਲੱਗ ਰਿਹਾ ਹੋਏਗਾ, ਇੱਧਰ ਨੂੰ ਲੱਗ ਰਿਹਾ ਹੋਏਗਾ ਇਸ ਜਗ੍ਹਾ ਤੇ, ਉਹ ਕਿੰਨਾ ਲੱਗ ਰਿਹਾ ਹੋਏਗਾ, Q0 into E ਲੱਗ ਰਿਹਾ ਹੋਏਗਾ। ਤੁਸੀਂ F ਐਕਸਟਰਨਲ ਲਗਾਉਣਾ ਚਾਹੁੰਦੇ ਹੋ, ਜਿਵੇਂ ਪਹਿਲਾਂ ਹੁਣੀ ਮੈਂ ਕਰ ਰਿਹਾ ਸੀ, ਤਾਂ ਉਹ ਤੁਸੀਂ ਇੱਧਰ ਨੂੰ ਲਗਾਓਗੇ, ਉਹ F ਐਕਸਟਰਨਲ ਜਿਹੜਾ ਹੋਏਗਾ ਕਿੰਨਾ ਹੋਏਗਾ, ਉਹ ਨਹੀਂ ਹੋਏਗਾ ਜਿੰਨਾ ਯੈਲੋ ਵਾਲਾ ਹੈ। ਹੁਣ ਤੁਸੀਂ ਇਹ ਗੱਲ ਕਰ ਚੁੱਕੇ ਹੋ ਕਿ ਕਿਉਂ ਆਏਗਾ, ਤੇ ਆਹ ਵਰਕ ਡਨ ਤੁਸੀਂ ਪਤਾ ਕਰਨਾ ਹੈ ਕਿ ਵਰਕ ਡਨ ਟੂ ਟੇਕ ਦਾ ਚਾਰਜ ਫਰੋਮ ਇਨਫਿਨਿਟੀ ਟੂ दैट ਪੁਆਇੰਟ ਕਿੰਨਾ ਹੋਏਗਾ। ਆਪਾਂ ਕਹਿੰਦੇ ਆ ਪਹਿਲੇ ਕਦਮ ਲਿਖਦਾ ਵੀ ਟੇਕ ਚਾਰਜ Q0 from infinity to A, ठीक है। तो वो वर्क डन कितने बराबर होएगा, देखो पहला स्मॉल वर्क डन पता करांगे, स्मॉल वर्क डन फिर वही होएगा F एक्सटर्नल डॉट dr कह दो इनू छोटे इनू dr को dx ना को dr बाद ओदी वैल्यू पुट करांगे इन टर्म्स ऑफ x। अच्छा आ भी तो लेना सी डिस्टेंस कितना x ले लो, x दी लिमिट पुट करांगे ना इनफिनिटी तो लेके x r हो जाएगा, फिर ते कितना आएगा ये दसो, फिर F एक्सटर्नल का मैग्नीट्यूड कितना आएगा Q0 into E, जो कि बेसिकली बनेगा Q0 into Q by x स्क्वायर। dr का मैग्नीट्यूड कितना आएगा माइनस dx, क्योंकि x कट रहा है इसलिए इन्हें माइनस लाके उन्हें पॉजिटिव बनाया गया। कॉज ऑफ एंगल कितना आएगा 0 डिग्री, x की लिमिट कितनी आएगी इनफिनिटी तो लेके r। ये सारा काम वही है, बस थोड़ा ध्यान में समझ लो, Q0 into Q तो ये आएगा -12 आ जाएगा, फिर 1/x स्क्वायर का इंटीग्रल करोगे -1/x आ जाएगा। याद आएगा हुणी कितनी आप -2 बाय +1 बाय -2 वो सब कर लियो, मैं सीधे ही करन जा रहे हैं, ये सब कटा जाएगा। बेसिकली ये आ जाएगा Q0 के आना जनाब के Q0 Q बाय R आ जाएगा, बाकी सारा करके ये जिवें पिछले तो ध्यान नाल कर लियो। ਹੁਣ ਜਿਹੜਾ ਵਰਕ ਡਨ ਆਇਆ ਟੋਟਲ, ਅੱਛਾ ਦੇਖੋ ਨਾ ਇਹਨੂੰ ਇੰਟੀਗਰਲ ਕਰ ਹੀ ਦੋ, ਇੱਥੇ ਫਿਰ ਇੰਟੀਗਰਲ ਟੋਟਲ ਹੀ ਕਰ ਲੈ ਵਰਕ ਡਨ ਫਰਮ ਇਨਫਿਨਿਟੀ ਟੂ A ਲਿਆਂ। ਤਾਂ ਹੁਣ ਆਪਾਂ ਜਿਹੜਾ ਪੋਟੈਂਸ਼ੀਅਲ ਆਏਗਾ ਉਸ ਪੁਆਇੰਟ ਤੇ ਐਟ A, ਉਹ ਕੀ ਆਏਗਾ ਵਰਕ ਡਨ ਟੂ ਟੇਕ ਦਾ ਚਾਰਜ ਪਲੱਸ Q ਫਰਮ ਇਨਫਿਨਿਟੀ ਟੂ दैट A ਪੁਆਇੰਟ ਡਿਵਾਈਡ ਬਾਈ Q0। ਤਾਂ Q0 ਡਿਵਾਈਡ ਕਰੋ ਕੀ ਬਣੇਗਾ KQ ਬਾਈ R। ਦਿਸ ਇਜ਼ ਦਾ ਐਕਸਪ੍ਰੈਸ਼ਨ। ਇਹ ਡੈਰੀਵੇਸ਼ਨ ਨੂੰ ਥੋੜਾ ਜਿਹਾ ਇਹਨੂੰ ਧਿਆਨ ਨਾਲ, ਜਿਵੇਂ ਪਿਛਲੀ ਡੈਰੀਵੇਸ਼ਨ ਕੀਤੀ ਨਾ, ਚੱਜ ਨਾਲ ਲਿਖਿਓ, ਕੱਲੀ ਕੱਲੀ ਵੈਲਿਊ ਇਹਨਾਂ ਦੀ ਵੈਲਿਊ ਪੁੱਟ ਕਰਕੇ ਫਿਰ ਲਿਮਿਟਸ ਪੁੱਟ ਕਰਕੇ ਫਿਰ x -2 ਉਸ ਤਰ੍ਹਾਂ ਦਿਖਾ ਦਿਓ, ਫਿਰ ਕਰ ਲਿਓ ਇਹਨੂੰ 1/r -1/∞, ਫਿਰ 1/r ਸਰਵਾਈਵ ਕਰ ਜਾਏਗਾ, ਇਹ ਆ ਜਾਏਗਾ। ਇਹ ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ ਕਿ ਨਹੀਂ? ਯੈਸ
ਸੋ ਪੋਟੈਂਸ਼ੀਅਲ ਦਾ ਫਾਰਮੂਲਾ ਆ ਗਿਆ ਹੁਣ ਜੇ ਮੈਂ ਇਹਨੂੰ ਗੱਲ ਨੂੰ ਸਮਝਣਾ ਚਾਹਾਂ ਇਸ ਫਾਰਮ 'ਚ ਕਿ ਜਿਹੜਾ ਚਾਰਜ Q1 ਹੈ ਤੇ ਜਿਹੜਾ ਚਾਰਜ Q2 ਹੈ ਜਿਨ੍ਹਾਂ 'ਚ ਡਿਸਟੈਂਸ R ਹੈ ਇਸ ਪੂਰੇ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਦੱਸੋ ਕਿਹਦੇ ਬਰਾਬਰ ਆਈ ਸੀ ਆਈ ਨਾ Yes, sir. ਜੇ ਮੈਂ ਇਹ ਸਮਝ ਲਵਾਂ ਕਿ Q1 ਚਾਰਜ ਇੱਥੇ ਪਹਿਲਾਂ ਹੀ ਹੈ ਤੇ R ਡਿਸਟੈਂਸ ਦੇ ਉੱਪਰ ਇਸ ਜਗ੍ਹਾ ਤੇ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਹੈ K Q1/R ਤੇ ਪੋਟੈਂਸ਼ੀਅਲ એનર્ਜੀ ਜਿਹੜੀ ਇਸ ਜਗ੍ਹਾ ਤੇ ਲਿਖੀ ਜਾਏਗੀ Q2 ਚਾਰਜ ਨੂੰ ਜਦੋਂ ਇੱਥੇ ਲਿਆ ਕੇ ਰੱਖਿਆ ਜਾਏਗਾ ਤਾਂ ਉਹ ਹੋਏਗੀ Q2 into the potential due to the Q1 over there ਸਮਝ ਲੱਗੀ ਗੱਲ Yes. Yes. ਇੱਥੇ Q2 ਚਾਰਜ ਨੂੰ ਇੱਥੇ ਹੀ ਰਹਿਣ ਦਵਾਂ Q1 ਚਾਰਜ ਦੀ ਜਗ੍ਹਾ ਤੇ ਇੱਥੇ R ਡਿਸਟੈਂਸ ਤੇ ਇਹਦੇ ਕਰਕੇ ਪੋਟੈਂਸ਼ੀਅਲ ਜਿਹੜਾ ਪਤਾ ਕਰਾਂਗਾ ਤਾਂ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਆਏਗੀ K Q2/R ਆਏਗੀ ਤੇ ਜਦੋਂ ਮੈਂ ਇਸ ਜਗ੍ਹਾ ਤੇ ਲਿਆ ਕੇ ਰੱਖੂੰਗਾ Q1 ਨੂੰ ਤਾਂ Q1 ਚ ਪੋਟੈਂਸ਼ੀਅਲ એનર્ਜੀ ਕਿੰਨੀ ਆਏਗੀ Q1 ਤੇ ਜਦੋਂ ਵੈਲਿਊ ਪੁੱਟ ਕਰੋਗੇ V ਦੀ ਤੇ ਫਿਰ ਮੁੜ ਕੇ ਉਹੀ ਉੱਪਰ ਵਾਲਾ ਹੀ ਬਣ ਜਾਏਗਾ ਐਕਸਪ੍ਰੈਸ਼ਨ ਆਹੀ ਵਾਲਾ ਕਿ ਨਹੀਂ ਦੱਸੋ Yes, sir. ਬੇਸਿਕਲੀ ਅਸੀਂ ਆਹੀ ਸਿੱਖ ਰਹੇ ਸੀ ਕਿ ਕਿਸੇ ਵੀ ਪੁਆਇੰਟ ਦੇ ਉੱਪਰ ਜੇ ਪੋਟੈਂਸ਼ੀਅਲ V ਹੈ ਤਾਂ ਉਸ ਜਗ੍ਹਾ ਤੇ ਕੋਈ ਚਾਰਜ Q ਰੱਖੋਗੇ ਤਾਂ ਉਹਦੇ ਚ એનર્ਜੀ ਕਿੰਨੀ ਆਏਗੀ ਚਾਰਜ ਜਿੰਨਾ ਰੱਖਿਆ ਗੁਣਾ ਉੱਥੇ ਦਾ ਪੋਟੈਂਸ਼ੀਅਲ ਕਿਉਂਕਿ ਉਹ ਡਿਫਾਈਨ ਹੈ ਕੀਤਾ ਗਿਆ ਪੋਟੈਂਸ਼ੀਅਲ ਨੂੰ ਜਿਵੇਂ ਆਪਾਂ ਕੈਲਕੂਲੇਟ ਕੀਤਾ ਤੇ ਡਿਫਾਈਨ ਕੀਤਾ ਆ ਡੈਫੀਨੇਸ਼ਨ ਦੇਖੋ ਕਿਉਂਕਿ ਯੂਨਿਟ ਪੋਜ਼ਿਟਿਵ ਨੂੰ ਲਿਆਉਣ ਲਈ ਇੰਨਾ ਵਰਕ ਡਨ ਕਰਨਾ ਪਿਆ ਤਾਂ Q ਨੂੰ ਉੱਥੇ ਲਿਆਉਣ ਲਈ ਕਿੰਨਾ ਵਰਕ ਡਨ ਕਰਨਾ ਪਿਆ Q into V ਸਿੰਪਲ ਜੀ ਗੱਲ ਹੈ ਤੇ ਫਾਰਮੂਲੇ ਤੁਹਾਡੇ ਸਾਹਮਣੇ ਨੇ ਤੇ ਫਾਰਮੂਲੇ ਤੁਹਾਨੂੰ ਯਾਦ ਵੀ ਰਹਿਣਗੇ ਕਿਉਂਕਿ ਬਹੁਤ ਹੀ ਵੱਡੀ ਗੱਲ ਹੈ ਨਹੀਂ ਦੇਖੋ ਕਿੰਨਾ ਸੌਖਾ ਆ ਕਿ ਜੇ ਕੋਈ ਦੋ ਚਾਰਜ ਲੈਣੇ ਆ ਮੈਂ ਰਿਲੇਟ ਕਰ ਦੂੰ ਫਿਰ ਤੇ ਤੁਸੀਂ ਇਹਨਾਂ ਵਿੱਚ ਫੋਰਸ ਦਾ ਫਾਰਮੂਲਾ ਦੱਸਣਾ ਆ ਤਾਂ ਫੋਰਸ ਫਾਰਮੂਲਾ ਕੀ ਹੁੰਦਾ Q1 Q2/R²। ਪਰ ਜੇ ਤੁਸੀਂ ਇਸ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਦੱਸਣੀ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ એનર્ਜੀ ਤਾਂ ਕੀ ਹੁੰਦੀ ਆ Q/R ਹੁੰਦੀ ਯਾਦ ਰੱਖਣਾ ਐਂਡ ਅਗਰ ਤੁਸੀਂ ਕਿਸੇ ਸਿੰਗਲ ਚਾਰਜ ਦੇ ਕਰਕੇ ਕਿਸੇ R ਡਿਸਟੈਂਸ ਦੇ ਉੱਪਰ इलेक्ट्रिक फील्ड दसना है जो कि वेक्टर क्वांटिटी है ये वेक्टर क्वांटिटी है याद रखना ठीक है डायरेक्शन मैं शो नहीं कर रहा कल मैग्नीट्यूड दस रहा पर वेक्टर है ते डायरेक्शन आ रही तो इलेक्ट्रिक फील्ड कितना आएगा Q/R²। यस पर जे मैं पोटेंशियल पता करना इसे पॉइंट ते कितना आएगा Q/R। आह स्केलर क्वांटिटीज ने आ दोनों वैक्टर क्वांटिटीज ने डायरेक्शन का ध्यान रखना पैंदा है ये दोनों चीज़ां किवें रिलेटेड ने कि किसी भी चार्ज के उपर फोर्स कितना लगता है किसी पॉइंट ते भी ਉਹ ਵਾਲਾ चार्ज जिहदे उपर फोर्स लग रहा गुणा उस जगह ते कितना इलैक्ट्रिक फील्ड है क्लीयर है किसी चार्ज ਦੇ ਵਿੱਚ ਕਿਸੇ ਪੁਆਇੰਟ ਤੇ ਉਹਨੂੰ ਰੱਖਿਆ ਜਾਵੇ ਤਾਂ ਉਹ ਚ ਕਿੰਨੀ એનર્ਜੀ ਆਏਗੀ ਵੀ ਚਾਰਜ ਉਸ ਪੁਆਇੰਟ ਤੇ ਜਿੰਨਾ ਪੋਟੈਂਸ਼ੀਅਲ ਹੈ ਗੁਣਾ ਕਰ ਦੋ ਤਾਂ ਉਹਦੇ ਚ ਆਉਣ ਵਾਲੀ ਪੋਟੈਂਸ਼ੀਅਲ એનર્ਜੀ ਪਤਾ ਲੱਗ ਜਾਂਦੀ ਹੈ ਇਹ ਗੱਲ ਦੋਨੋਂ ਚਾਰ ਕੁਆਂਟੀਟੀਜ਼ ਨੂੰ ਆਪਾਂ ਰਿਲੇਟ ਕਰ ਲਿਆ ਦੱਸੋ ਸਮਝ ਲੱਗੀ ਗੱਲ Yes, sir. ਇੱਕ ਸੈਕਿੰਡ
ਸੋ ਦੇਖੋ ਹੁਣ ਆ ਆਪਣੇ ਕੋਲ ਕੁਆਂਟੀਟੀਜ਼ ਜਿਹੜੀਆਂ ਚਾਰ ਡਿਫਾਈਨ ਕਰਤੀਆਂ ਤੇ ਚਾਰੋਂ ਰਿਲੇਟ ਕਰਤੀਆਂ ਆਪਾਂ। ਕਲੀਅਰ ਹੋ ਗਈ ਸਾਰਿਆਂ ਨੂੰ ਗੱਲ? Yes. ਯੈਸ ਸਰ। ਹੁਣ ਕਈ ਵਾਰ ਕੀ ਹੁੰਦਾ ਵਾ, ਕਈ ਵਾਰ ਕੀ ਹੁੰਦਾ, ਹੁਣ ਤੁਸੀਂ ਆਪ ਸੋਚ ਕੇ ਦੇਖ ਸਕਦੇ ਹੋ ਇਹਦੇ ਵਿੱਚ, ਜਦੋਂ ਆਪਾਂ ਫੋਰਸ ਨੂੰ ਜਾਂ ਇਲੈਕਟ੍ਰੋਸਟੈਟਿਕ ਫੀਲਡ ਨੂੰ ਇਨ ਟਰਮਸ ਆਫ ਵੈਕਟਰਸ ਲਿਖਦੇ ਆ ਤਾਂ ਆਪਾਂ ਨੂੰ Q ਨੂੰ ਜੇ ਪੋਜ਼ਿਟਿਵ ਹੈ ਤਾਂ ਪੋਜ਼ਿਟਿਵ ਲਿਖਣਾ ਪੈਣਾ, ਨੈਗੇਟਿਵ ਹੈ ਤਾਂ ਨੈਗੇਟਿਵ ਲਿਖਣਾ ਪੈਣਾ, ਆਪਾਂ ਨੂੰ ਪਤਾ ਹੀ ਹੈ ਇਹ ਗੱਲ। ਤਾਂ ਇਹ ਉਹੀ ਸੇਮ ਇੱਧਰ ਵੀ ਹੈ, ਇੱਧਰ ਵੀ ਆਪਾਂ ਪੋਜ਼ਿਟਿਵ ਹੈ ਤਾਂ ਪੋਜ਼ਿਟਿਵ ਲਿਖਣਾ ਪੈਣਾ, ਨੈਗੇਟਿਵ ਹੈ ਤਾਂ ਨੈਗੇਟਿਵ ਹੀ ਲਿਖਣਾ ਪੈਣਾ। ਜਿਵੇਂ ਕਿ ਜੇ ਮੈਂ ਪੁਆਇੰਟ ਚਾਰजेस ਬਾਰੇ ਗੱਲ ਕੀਤੀ ਦੋ, ਤੇ ਮੰਨ ਲਓ ਜੇ U ਜਿਹੜਾ ਆ ਆਪਣਾ ਉਹ KQ1 Q2/r² ਆਇਆ, ਤਾਂ ਤੁਸੀਂ ਸੋਚ ਕੇ ਦੇਖੋ ਕਿ ਜੇ ਪਹਿਲਾ ਚਾਰਜ ਪੋਜ਼ਿਟਿਵ ਹੋਇਆ ਤਾਂ ਦੂਜਾ ਵੀ ਪੋਜ਼ਿਟਿਵ ਹੋਇਆ ਤਾਂ ਤੁਹਾਡੀ U ਪੋਜ਼ਿਟਿਵ ਆਏਗੀ ਕਿ ਨਹੀਂ? यस सर। ਤੇ ਇੱਥੇ ਹੋ ਕੀ ਰਿਹਾ ਵੈਸੇ? ਰਿਪਲਸ਼ਨ ਕਿ ਅਟਰੈਕਸ਼ਨ? ਰਿਪਲਸ਼ਨ। ਤੇ ਜੇ ਇੱਕ ਨੈਗੇਟਿਵ ਹੋਇਆ ਤੇ ਦੂਜਾ ਵੀ ਨੈਗੇਟਿਵ ਹੀ ਹੋਇਆ ਤਾਂ ਕੀ ਹੋਏਗਾ ਦੋਨਾਂ ਚ? ਰਿਪਲਸ਼ਨ। ਤੇ ਫਿਰ ਜਦੋਂ ਇੱਥੇ ਨੈਗੇਟਿਵ ਪੁੱਟ ਕਰੋਗੇ, ਇਹਨੂੰ ਨੈਗੇਟਿਵ ਪੁੱਟ ਕਰੋਗੇ ਤਾਂ ਆਨਸਰ ਆਪਣੇ ਆਪ ਪੋਜ਼ਿਟਿਵ ਆਏਗਾ ਕਿ ਨਹੀਂ ਆਏਗਾ? ਯੈਸ यस Yes. सर। ਇਸ ਲਈ ਮੁੱਖ ਗੱਲ ਤਾਂ ਇਹ ਹੈ ਕਿ ਜਦੋਂ ਰਿਪਲਸ਼ਨ ਹੋਣੀ ਹੈ ਤਾਂ ਪੋਟੈਂਸ਼ੀਅਲ એનર્ਜੀ ਪੋਜ਼ਿਟਿਵ ਹੀ ਆਉਂਦੀ ਹੈ। ਇਹ ਆਪਣੇ ਫਾਰਮੂਲੇ ਵਿੱਚ ਵੀ ਹੈ, ਇਹ ਆਪਣੇ ਜਨਰਲ ਮੈਂ ਤੁਹਾਨੂੰ ਸ਼ੁਰੂ ਚ ਵੀ ਦੱਸੀ ਹੈ। ਤੇ ਜੇ ਦੋਨਾਂ ਚੋਂ ਇੱਕ ਪੋਜ਼ਿਟਿਵ ਹੋ ਗਿਆ ਇੱਕ ਨੈਗੇਟਿਵ ਹੋ ਗਿਆ ਤਾਂ ਪੋਟੈਂਸ਼ੀਅਲ એનર્ਜੀ नेगेटिव। Negative. ਹਾਂ, ਤੇ ਉੱਥੇ ਹੋਏਗਾ ਕੀ? ਅਟਰੈਕਸ਼ਨ। Attraction. ਜਦੋਂ ਵੀ ਅਟਰੈਕਸ਼ਨ ਹੋਏਗਾ ਤਾਂ ਉਦੋਂ ਆਪਣੇ ਆਪ ਪੋਟੈਂਸ਼ੀਅਲ એનર્ਜੀ ਨੈਗੇਟਿਵ ਆਏਗੀ। ਇਹ ਯਾਦ ਰੱਖਿਓ, ਇਹ ਹਮੇਸ਼ਾ ਲਈ ਹੈ ਪੂਰੀ ਫਿਜ਼ਿਕਸ ਦੇ ਵਿੱਚ ਜਿੱਥੇ ਮਰਜੀ। ਕਲੀਅਰ ਹੈ ਗੱਲ? ਯੈਸ ਸਰ। ਤੁਸੀਂ ਜਦੋਂ ਕੈਮਿਸਟਰੀ ਵਿੱਚ ਕੀਤਾ ਹੈ, ਜਦੋਂ ਬੌਂਡ ਫਾਰਮੇਸ਼ਨ ਹੁੰਦੀ ਹੈ ਤੇ ਆਰ ਡਿਸਟੈਂਸ ਬਿਟਵੀਨ ਟੂ ਨਿਊਕਲੀਅਸ ਨਿਊਕਲੀਅਸ ਦੋ ਐਟਮਸ ਦੀ ਗੱਲ ਕਰਦੇ ਹੋ, ਤਾਂ ਤੁਸੀਂ ਇਹ ਕੀਤਾ ਹੈ ਇਸ ਤਰ੍ਹਾਂ ਦਾ ਗ੍ਰਾਫ ਕਿ ਨਹੀਂ? ਯੈਸ ਸਰ। ਤਾਂ ਤੁਸੀਂ ਪੋਟੈਂਸ਼ੀਅਲ એનર્ਜੀ ਜਿਹੜੀ ਆ ਉਹ ਨੈਗੇਟਿਵ ਹੀ ਬਣਾ ਰਹੇ ਹੋ ਕਿ ਨਹੀਂ? ਦੇਖੋ ਇੱਥੇ, ਯੈਸ ਸਰ। Yes. ਕਿਉਂਕਿ ਉਹਨਾਂ ਵਿੱਚ ਅਟਰੈਕਸ਼ਨ ਰਿਪਲਸ਼ਨ ਹੁੰਦੀ ਹੈ ਨਾ ਨਿਊਕਲੀਅਸ ਚ, ਠੀਕ ਹੈ? ਦੋਨੋਂ ਨਿਊਕਲੀਅਸ ਦੀ ਗੱਲ ਕਰਦੇ ਨਾ ਆਪਾਂ। ਯੈਸ ਸਰ। ਪਹਿਲਾਂ ਇਦਾਂ ਦਾ ਕੁਝ ਹੈਗਾ ਸੀ, ਤੁਸੀਂ ਉਹ ਦੇਖ ਲਿਓ ਕੈਮਿਸਟਰੀ ਵਿੱਚ। ਤੇ ਆਪਾਂ ਫਿਲਹਾਲ ਚਲੋ ਆਪਾਂ ਇੱਥੇ ਕਨਸੈਂਟਰੇਟ ਕਰੀ ਵਾਪਸ। ਸੋ ਹੁਣ ਇਸੇ ਚੀਜ਼ ਨੂੰ ਕਈ ਵਾਰ ਨਾ ਘੁਮਾ ਫਿਰਾ ਕੇ ਇਧਰੋਂ ਉਧਰੋਂ ਹੋਰ ਤਰ੍ਹਾਂ ਪੁੱਛਿਆ ਜਾਂਦਾ। ਕਈ ਵਾਰ ਐਵੇਂ ਪੁੱਛ ਲੈਂਦੇ ਆ, ਅੱਛਾ ਪਹਿਲਾਂ ਮੈਂ ਤੁਹਾਨੂੰ ਦੋ ਜਾਂ ਦੋ ਤੋਂ ਜ਼ਿਆਦਾ ਚਾਰਜ ਹੋ ਜਾਣ ਤਾਂ ਕਿਵੇਂ ਕਰਾਂਗੇ, ਆ ਦੱਸ ਦਿੰਦਾ ਆ। ਦੇਖੋ ਪਹਿਲੀ ਗੱਲ ਤਾਂ ਇਹ ਆ, ਕਿਸੇ ਵੀ ਚਾਰਜ ਦੇ ਕਰਕੇ ਕਿਸੇ ਵੀ ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੈ ਉਹ ਇੱਕ ਸਕੇਲਰ ਕੁਆਂਟੀਟੀ ਹੈ। ਸਕੇਲਰ ਕੁਆਂਟੀਟੀਜ਼ ਨੂੰ ਐਡ ਸਬਟਰੈਕਟ ਕਰਦੇ ਹੋਏ ਤੁਹਾਨੂੰ ਕੋਈ ਟ੍ਰਾਇੰਗਲ ਲਾਅ, ਪੈਰਲਲੋਗ੍ਰਾਮ ਲਾਅ, ਐਂਗਲ ਕਿੰਨਾ ਹੋਏਗਾ, ਇਹ ਗੱਲਾਂ ਦਾ ਕੋਈ ਸੈਂਸ ਨਹੀਂ ਬਣਦੀ। ਪੋਟੈਂਸ਼ੀਅਲ એનર્ਜੀ ਜਾਊਲ ਚ ਆਏਗੀ, એનર્ਜੀ ਇੱਕ ਸਕੇਲਰ ਕੁਆਂਟੀਟੀ ਹੈ। એનર્ਜੀ ਕੈਲਕੂਲੇਟ ਕਰਦੇ ਹੋਏ ਤੁਹਾਨੂੰ ਕੋਈ ਇੱਧਰ ਉੱਧਰ ਦੀ ਕੋਈ ਉਹ ਨਹੀਂ ਦੇਖਣੀ ਤੁਸੀਂ ਕਿ ਡਾਇਰੈਕਸ਼ਨ ਕਿੱਦਾਂ ਨੂੰ ਹੈ, ਐਂਗਲ ਕਿੰਨਾ ਆ, ਇਹ ਸਾਰੀਆਂ ਗੱਲਾਂ ਤੋਂ ਬਾਹਰ ਆਪਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੋਟੈਂਸ਼ੀਅਲ એનર્ਜੀ ਦੀ ਜਾਂ ਪੋਟੈਂਸ਼ੀਅਲ ਦੀ। ਸੋ ਜੇ ਮੰਨ ਲਓ ਮੈਂ ਕਹਾਂ ਕਿ ਮੇਰੇ ਕੋਲ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ, ਹੁਣ ਮੈਂ ਗੱਲ ਕਰ ਸਕਦਾ ਤੁਹਾਡੇ ਨਾਲ, ਡਿਊ ਟੂ 3 point charges, ਜੇ 3 point charges ਦੇ ਕਰਕੇ ਹੋਵੇ, ਮੰਨ ਲਓ ਫਿਰ ਇੱਥੇ Q1 ਹੈ, ਆ ਮੰਨ ਲਓ Q2 ਹੈ, ਆ ਮੰਨ ਲਓ Q3 ਹੈ, ਠੀਕ ਹੈ? ਜੇ ਆ ਜਿਹੜਾ ਡਿਸਟੈਂਸ ਵੀ ਅਲੱਗ-ਅਲੱਗ ਨੇ ਹੁਣ ਸਾਰੇ, ਆ ਡਿਸਟੈਂਸ ਹੈਗਾ R12 ਵਿੱਚ, ਮੰਨ ਲਓ R12 ਹੀ ਕਹਿ ਦੋ। ਇਹ ਚ ਮੈਂ ਕੋਈ ਡਾਇਰੈਕਸ਼ਨ ਨਹੀਂ ਦੱਸ ਰਿਹਾ 1 ਤੋਂ 2 ਜਾਂ 2 ਤੋਂ 1, ਕਿਉਂਕਿ ਇਹ ਤਾਂ ਮੈਂ ਡਿਸਟੈਂਸ ਦੱਸ ਰਿਹਾ। ਇਹਨੂੰ 2-3 ਕਹਿ ਦੋ, R23, ਇਹਨੂੰ ਤੁਸੀਂ R13 ਕਹਿ ਦੋ, ਡਿਸਟੈਂਸ ਦਾ ਨਾਮ ਰੱਖ ਦਿਓ R13, ਠੀਕ ਹੈ? ਸੋ ਜੇ ਮੈਨੂੰ ਕੋਈ ਕਹੇ ਕਿ ਪੋਟੈਂਸ਼ੀਅਲ એનર્ਜੀ ਹੁਣ ਦੱਸੋ ਕਿੰਨੀ ਹੈ, ਤਾਂ ਹੁਣ ਮੈਂ ਇਹਨੂੰ ਸੋਚ ਉਦਾਂ ਹੀ ਲਊਂਗਾ, ਤਾਂ ਇਹਨੂੰ ਮੈਂ ਡਿਫਾਈਨ ਵੀ ਉਵੇਂ ਕਰੂੰਗਾ। ਮੈਂ ਡਿਫਾਈਨ ਪਤਾ ਕਿਵੇਂ ਕਰੂੰਗਾ, ਜਾਂ ਬਲਕਿ 3 point ਚਾਰजेस ਜਾਂ ਤੁਸੀਂ n point ਚਾਰजेस ਦੀ ਗੱਲ ਕਰ ਲਓ, ਬਹੁਤ ਸਾਰੇ ਚਾਰजेस ਵੀ ਹੋਣ, ਤੇ ਇਹਨੂੰ ਡਿਫਾਈਨ ਪਤਾ ਕਿਵੇਂ ਕਰੂੰਗਾ? ਮੈਂ ਕਹੂੰਗਾ ਦੇਖੋ ਸਿਰਫ ਮੈਂ ਬੋਲ ਰਿਹਾ, ਤੁਸੀਂ ਲਿਖ ਲਓ ਸਾਰੇ ਜਣੇ। इलेक्ट्रिक पोटेंशियल एनर्जी ड्यू टू n पॉइंट चार्जेस लिखो, 3 ना लिखो, n पॉइंट चार्जेस लिखो, इसकी डेफिनेशन लिखो सारे ने। इलेक्ट्रिक पोटेंशियल एनर्जी ड्यू टू n पॉइंट चार्जेस, इलेक्ट्रिक पोटेंशियल एनर्जी ड्यू टू n पॉइंट चार्जेस is defined as the work done to take these charges, क्योंकि सारे ने लेके आना, to take these charges from infinity
work done to take these charges from infinity to their respective positions, from infinity to their respective positions against electrostatic force, against electrostatic force without acceleration, without acceleration. सो सारी वही गल जी आप 2 पॉइंट चार्जिस बारे सोच रहे सी वही ना बारे सोच लेने हुण जिवें मैं कहां कि मैं जे ये 3 चार्जिस फॉर 3 चार्जिस मैं लिख के दिखाना तुहानूं रिजल्ट किवें लिखना बस फॉर 3 चार्जिस हाँ जी शुभम यस सर 3 चार्जेस के लिए हम क्या करते हैं पहले Q1 को भी ले जाते हैं ना इन्फिनिटी पे Q2 को भी और Q3 सभी को पहले ले जाओ दूर दूर ले जाओ ताकि इंटरेक्शन खत्म और पोटेंशियल एनर्जी स्टेट 0 ठीक है यस अब मैं एक एक करके लाता हूं सबसे पहले चलो Q1 को लेकर आता हूं जब मैं Q1 को लेकर आऊंगा फ्रॉम इन्फिनिटी टू इट्स रिस्पेक्टिव पोजीशन A यस सर ठीक है यस सर तो कितना वर्क डन करना पड़ेगा हमें 0 ही मानेंगे सर 0 ही मानेंगे हम क्योंकि इसका कोई मतलब नहीं है क्योंकि कोई इलेक्ट्रोस्टैटिक फोर्स के अगेंस्ट थोड़ी किया हमने है ना और जब मैं Q2 को लेकर आऊंगा एट इट्स पोजीशन ठीक है इन द फील्ड ऑफ 1 इसको W21 कहता हूं इसका मतलब कि वर्क डन इसको मैं ऐसे नोटेट एक ही बार करूंगा बस बाकी ऐसे करूंगा वर्क डन टू टेक Q2 from infinity to its position B against electrostatic force E को पूरे लिख लो या मैं तुसी फिर कंफ्यूज हो जाना अगेंस्ट या इलेक्ट्रिक फील्ड कह दो इलेक्ट्रिक फील्ड ऑफ Q1 ना क्योंकि जब 2 को लेके आ रहे हो तो अभी वहां 3 तो पहुंचा नहीं है अभी सिर्फ Q1 ही वहां पे था ना पहले से समझ में आ रही बात तो ये क्या आएगा ये आएगा K यस सर Q1 Q2 डिवाइडेड बाय उसके बीच में जो डिस्टेंस है R12 क्लियर है भाई सारे नु यस सर एंड जब Q1 और Q2 अपनी जगह पे आ गए ये यहाँ पे पड़े हुए हैं अब आप Q3 को लेकर आओगे तो वर्क डन आपका दोनों के फील्ड के अगेंस्ट आएगा देन आपको 2 वर्क डन और पता करने पड़ेंगे एक तो पता करना पड़ेगा वर्क डन टू टेक द चार्ज Q3 फ्रॉम इन्फिनिटी टू इट्स पोजीशन अगेंस्ट द फील्ड ऑफ Q1 and work done to take the charge Q3 from infinity to its position against electric field of 2 and these two are can be calculated separately so basically बनेगा कि देखो बनेगा ये ਜਿਹੜੀ पोटेंशियल एनर्जी ऑफ दिस सिस्टम विल बी पहला का वर्क 0 ਨੂੰ ਛੱਡ दो फिर आएगा K Q1 Q2 by R12 and then आएगा K Q1 Q3 by R13 K Q2 Q3 by R23 ਇਹਦੇ ਵਿੱਚ ਕੀ ਹੈ ਦੇਖੋ पहला वाला बटन 0 सीगा आएगा वर्क डन टू टेक द चार्ज Q2 इन द फील्ड ऑफ 1 ये आएगा वर्क डन टू टेक द चार्ज Q3 इन द फील्ड ऑफ 1 आएगा वर्क डन टू टेक द चार्ज 3 इन द फील्ड ऑफ 2 ते ऊपर में लिख के बस सीधा ही ऐड कर दोगे बिना किसी टेंशन दे पॉजिटिव है कि नेगेटिव है डोंट वरी अबाउट इट जस्ट पुट इट जे इना चो एक चार्ज नेगेटिव होया था जे मान लो Q3 नेगेटिव होया तो आ 2 टर्म्स नेगेटिव आ जाएंगी अपने आप है कि नहीं है ना सर फिर नेगेटिव पुट कर दे बस कैलकुलेट कर दे जे अपना Q1 नेगेटिव होया तो आ दोनों टर्म्स नेगेटिव आ जाएंगी जेड़ा नेगेटिव होया नेगेटिव पुट कर दे जेड़ा पॉजिटिव है पॉजिटिव पुट कर दो अपने आप पॉजिटिव नेगेटिव अंदर रहेगा ये आपको पता है समझ लगी गल यस सर ਹੁਣ ਜੇ ਮੰਨ ਲਓ 4 ਚਾਰਜ ਹੁੰਦੇ ਜੇ ਇਸੇ ਫਾਰਮ 'ਚ ਲਿਖਣਾ ਹੋਵੇ ਜੇ ਮੰਨ ਲਓ 4 ਚਾਰਜ ਹੁੰਦੇ ਇੱਕ ਹੁੰਦਾ ਕਿਸੇ ਜਗ੍ਹਾ ਤੇ Q1 ਇੱਕ ਜਗ੍ਹਾ Q2 ਜਾਂ Q3 Q4 4 ਚਾਰਜ ਹੁੰਦੇ ਤਾਂ ਤੁਹਾਡੇ ਕੋਲ ਟਰਮਸ ਕਿੰਨੀ ਆਣੀਆਂ ਸੀ ਪਹਿਲੇ ਵਾਲੇ ਚਾਰਜ ਲਈ ਤਾਂ ਕੋਈ ਟਰਮ ਨਹੀਂ ਆਣੀ ਸੀ ਨਾ नो सर
ਦੂਜੇ ਚਾਰਜ ਲਈ ਇੱਕ ਟਰਮ ਆਣੀ ਸੀ 5 ਟਰਮਸ ਨੇ ਸਰ ਤੀਜੇ ਚਾਰਜ ਲਈ ਦੋ ਟਰਮਾਂ ਆਣੀਆਂ ਸੀ ਜਿਵੇਂ ਆ ਦੋ ਆਈਆਂ ਤੇ ਚੌਥੇ ਚਾਰਜ ਲਈ 3 ਟਰਮਸ ਤਿੰਨ ਟਰਮਸ ਆਣੀਆਂ ਟੋਟਲ 6 ਟਰਮਸ ਬਣ ਜਾਣੀਆਂ ਸੀ ਹਨਾ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਜਿਵੇਂ ਮਰਜ਼ੀ ਕਰ ਕੋਈ ਡਾਊਟ ਤਾਂ ਨਹੀਂ ਕਿਸੇ ਨੂੰ No, sir. तो इस तरह ਆਪਾਂ ਜਿਵੇਂ ਆਪਾਂ ਨਾਰਮਲੀ ਫੋਰਸਿਸ ਜਾਂ ਇਲੈਕਟ੍ਰਿਕ ਫੀਲਡ ਫਾਈਂਡ ਕਰਦੇ ਸੀ ਉੱਥੇ ਵੈਕਟਰ ਐਡੀਸ਼ਨ ਹੁੰਦਾ ਸੀ ਤਾਂ ਕਾਫੀ ਗੱਲਾਂ ਦਾ ਖਿਆਲ ਇਦਾਂ ਰੱਖਣਾ ਪੈਂਦਾ ਸੀ ਪਰ ਇੱਥੇ ਆਪਾਂ ਨੂੰ ਉਸ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਹੈ ਹੀ ਨਹੀਂ ਇੱਥੇ ਵੈਕਟਰ ਐਡੀਸ਼ਨ ਸਕੇਲਰ ਐਡੀਸ਼ਨ ਤੇ ਐਡ ਕਰੋ ਗੱਲ ਖਤਮ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਇਲੈਕਟ੍ਰਿਕ ਪੋਟੈਂਸ਼ੀਅਲ due to अच्छा इलेक्ट्रिक पोटेंशियल नहीं पहला आप ये गल पहला इनू कंप्लीट कर इलेक्ट्रिक पोटेंशियल डिफरेंस वीक टर्म हुंदी है आप बोलदे जेडी ते ए हुंदी है बिटवीन एनी टू पॉइंट्स कोई दो पॉइंट्स दे विच हुंदा है पोटेंशियल डिफरेंस एंड डिफाइन किवें करांगे आपां सिंपल जी गल है मान लो आ पॉइंट चार्ज है एक इस हिसाब नाल समझ लो इत्थे एक पॉइंट ए है इतने एक पॉइंट बी है बस हुण तुहानूं पता बी पॉइंट ते कोई पोटेंशियल होएगा है ना बी पॉइंट दा जिहड़ा डिस्टेंस है क्यू तो वो मान लो हैगा आर बी ए पॉइंट दा डिस्टेंस जिहड़ा हैगा मान लो वो कितना हैगा आर ए ते ए पॉइंट ते पोटेंशियल कितना आया के क्यू बाय आर ए है कि नहीं बी पॉइंट ते पोटेंशियल कितना आया के क्यू बाय आर बी सो पोटेंशियल एट ए अगर इन्ना आ इतने लिख देना है तो पोटेंशियल एट बी इन्ना आ तो आप पोटेंशियल डिफरेंस देख सकते हैं वी बी माइनस वी ए तो क्या होगा के क्यू बस आ जाएगा जो वी ए माइनस वी बी करना है तो के क्यू वी ए वाला इधर आ जाएगा आर बी वाला उधर आ जाएगा सिंपल जी गल है इनू पोटेंशियल डिफरेंस बोलते हैं दसो गल क्लियर हुई तो डिफाइन किवें करांगे पता डिफाइन करेंगे द पोटेंशियल डिफरेंस बिटवीन टू पॉइंट्स इज डिफाइंड एज द वर्क डन टू टेक द यूनिट पॉजिटिव टेस्ट चार्ज फ्रॉम वन पॉइंट टू अनदर आई तो डिफरेंस होया ना क्योंकि ए दे ऊपर पोटेंशियल का मतलब है इनफिनिटी तो ए तक लैके आने का वर्क डन बी ते पोटेंशियल का मतलब है इनफिनिटी तो बी तक लैके आने का वर्क डन तो डिफरेंस वही है ना बी तो लैके ए तक जाने का वर्क डन है कि नहीं Yes, sir. तो पोटेंशियल डिफरेंस डिफाइन कर सकते हैं इनू बिल्कुल ओवें प्रूफ भी कर सकते हैं एदा आ फार्मूला जेड़ा एक ही है कुछ भी नहीं होएगा वही डेरिवेशन जेडी तुसी कीती है वही डेरिवेशन जेडी आ कीती है ਇਹਦੇ ਚ ਬਸ ਤੁਸੀਂ r ਜਿਵੇਂ b ਤੋਂ ਲੈ ਕੇ r a पुट कर दोगे इतने 1 ओवर आर बी माइनस 1 ओवर आर ए पुट करोगे इनफिनिटी नहीं आएगा फिर ऑटोमेटिकली 1 ओवर आर बी माइनस 1 ओवर आर ए आ जाएगा सो दैट इज कॉल्ड पोटेंशियल डिफरेंस बहुत सिंपल जी गल ते हुण आपा एक बड़ी इंपॉर्टेंट गल इहदे भुल ही गल करनी भी यूनिट्स की होणगे इलैक्ट्रिक पोटेंशियल एनर्जी दे यूनिट्स की होणगे वो तां जूल्स ही होणगे पर इलैक्ट्रिक पोटेंशियल दे यूनिट्स की होणगे एनओ ਅਸੀਂ वोल्ट ਵਿੱਚ ਮੇਜਰ ਕਰਦੇ ਹਾਂ याद रखियो वोल्ट वैसे भी इलेक्ट्रिक पोटेंशियल की डेफिनेशन की सी वर्क डन टू टेक द चार्ज फ्रॉम एन इनफिनिटी टू दैट पॉइंट डिवाइडेड बाय Q नॉट सो वर्क डन की यूनिट की है अपनी जाउल ते नीचे कूलम बेसिकली पोटेंशियल की यूनिट की है जाउल पर कूलम है ते पोटेंशियल की एनर्जी दी कला जाउल इसलिए जो चार्ज नूं इहदे नाल गुणा करते हो चार्ज दा कूलम इहदे नाल कट्टे ना एनर्जी आ जाती है इसलिए तो एनर्जी जिहड़ी हुंदी है वो Q * V हुंदी है आ इहदा कूलम ते इहदा जाउल पर कूलम विचों कूलम पर कूलम कट्टे जांदे है कला जाउल रह जांदा सो जाउल पर कूलम नूं ही असी वोल्ट बोलते हैं ठीक है जी गल सो 1 वोल्ट नूं भी डिफाइन कर सकते हैं आपां इहदा डिफाइन 1 वोल्ट ਹੁਣ ਇਹਨੂੰ 1 ਵੋਲਟ ਤੁਸੀਂ ਕਈ ਤਾਂ ਡਿਫਾਈਨ ਕਰ ਸਕਦੇ ਪੋਟੈਂਸ਼ੀਅਲ ਡਿਫਰੈਂਸ ਵੀ ਅੱਛਾ ਪੋਟੈਂਸ਼ੀਅਲ ਡਿਫਰੈਂਸ ਨੂੰ ਕਿਵੇਂ ਮੇਜਰ ਕਰੋਗੇ ਉਹ ਵੀ ਵੋਲਟ ਵਿੱਚ ਹੀ ਹੋਏਗਾ ਨਾ ਵੀ ਇੰਨੇ ਵੋਲਟ ਉੱਥੇ ਇੰਨੇ ਵੋਲਟ ਉੱਥੇ ਹੈ ਤੇ ਪੋਟੈਂਸ਼ੀਅਲ ਡਿਫਰੈਂਸ ਇੰਨੇ ਵੋਲਟ ਜਿਵੇਂ ਲਾਈਕ ਪੁਆਇੰਟ ਤੇ पोटेंशियल डिफरेंस पोटेंशियल है 20 वोल्ट, एक पॉइंट है 30 वोल्ट, तो पोटेंशियल डिफरेंस कितना आएगा 10 वोल्ट।
है ना। सो डिफाइन 1 वोल्ट क्या आप कहेंगे पोटेंशियल, इलेक्ट्रिक पोटेंशियल एट अ पॉइंट in electric field is said to be 1 volt if 1 joule of work is done to take 1 coulomb charge from infinity to that point। फिर सारी वही गल अगेंस्ट इलेक्ट्रोस्टैटिक फील्ड विदाउट एक्सेलरेशन, आ सारी गल अपने आप लिख लो। समझ लग रही गल भी? तो इस तरह आप पता करते हैं एनर्जी नू, इत्थों ही एक एनर्जी दी यूनिट भी निकल के आती है, बड़ी इंपॉर्टेंट यूनिट है वो। उस यूनिट ऑफ एनर्जी एक न्यू यूनिट ऑफ एनर्जी आप देखते हैं, इस यूनिट ऑफ एनर्जी नू आप एटॉमिक डायमेंशन से यूज करते हैं। यूनिट ऑफ एनर्जी नवी यूनिट ऑफ एनर्जी डिफाइन करेंगे आप। तो हानू यूनिट ऑफ एनर्जी जाउल तो पता ही है ना सारे नू? यस सर। ठीक है, ते अर्ग भी पता है ना, सीजीएस। हुण आपां एक नवी यूनिट डिफाइन करने जा रहे हैं इत्थों ही। देखो इलेक्ट्रोस्टैटिक पोटेंशियल एनर्जी जिहड़ी हुंदी है किसी पॉइंट ते किसी चार्ज दी हुंदी है Q * V, है ना। सो जे किसी जगह ते मान लो पोटेंशियल हैगा 1 वोल्ट ते तुसी एक इलेक्ट्रॉन लेने हो, इलेक्ट्रॉन ते इलेक्ट्रॉन नू लिया के इत्थे रख दियो इस जगह पे, तो उस इलेक्ट्रॉन दे विच पोटेंशियल एनर्जी आ जाएगी ना। कितनी आएगी? जिन्ना चार्ज है इनटू जिन्ना पोटेंशियल है। तो पोटेंशियल कितना है थे? 1 वोल्ट। ठीक है, इसमें ही बोलते हैं 1 इलेक्ट्रॉन वोल्ट। ये इलेक्ट्रॉन वोल्ट यूनिट बन गई, पर इत्थे थोड़ा भुलेखा पै जांदा बच्चों नूं। ईवी की मतलब बनिया बई? ई दा मतलब कूलम च भी पुट कर सकते हो तुसीं। ई नूं कूलम च पुट कर दो, कूलम च कितना आया 1.6 × 10⁻⁻19 कूलम। ठीक है जी गल। 1 वोल्ट ता कितना बन गया 1.6 × 10⁻⁻19 कूलम वोल्ट। ते कूलम इनटू वोल्ट की बनेगा दसो? कूलम इनटू वोल्ट की बनेगा? जूल बनेगा। तो ये बन गया 1.6 × 10⁻⁻19 जूल एंड ये हुंदा है 1 इलेक्ट्रॉन वोल्ट। सो 1 इलेक्ट्रॉन वोल्ट इज अ न्यू यूनिट ऑफ एनर्जी। इट इज यूज्ड एटॉमिक डायमेंशन से आप यूज करते हैं, यूनिट ऑफ एनर्जी हो गया एक। तो ये कितने जूल होंगे? इन्ने जूल होंगे। ना तो सीजीएस है ना ये कोई पाउच नहीं लैके जा रहा। 1 इलेक्ट्रॉन वोल्ट बस, क्योंकि इलेक्ट्रॉन्स वगैरह ਨੂੰ ਜਦੋਂ ਆਪਾਂ ਦੇਖਦੇ ਹਾਂ, ਇਲੈਕਟ੍ਰॉन्स ਨੂੰ ਆਪਾਂ ਜਦੋਂ ਥੋੜੇ ਪੋਟੈਂਸ਼ੀਅਲ ਚ ਰੱਖਦੇ ਹਾਂ, ਇਲੈਕਟ੍ਰॉन ਭੱਜਦੇ ਆ ਫਿਰ ਡਿਪੈਂਡਿੰਗ ਅਪਨ ਵੀ ਕਿੱਧਰ ਨੂੰ ਉਹਨੇ ਭੱਜਣਾ ਹੈ, ਉਹ ਡਾਇਰੈਕਸ਼ਨ ਉਹਦਾ ਆਪਾਂ ਚਲੋ ਹੁਣ ਉੱਤੇ ਗੱਲ ਕਰਾਂਗੇ। ਤਾਂ ਉਹਨਾਂ ਚ એનર્ਜੀ ਜਿਹੜੀ ਆਉਂਦੀ ਹੈ ਇਲੈਕਟ੍ਰॉन ਵੋਲਟ ਚ ਆਉਂਦੀ ਹੈ। ਤਾਂ ਇਲੈਕਟ੍ਰॉन ਵੋਲਟ ਨੂੰ ਆਪਾਂ ਇਸ ਤਰ੍ਹਾਂ ਲਿਖਿਆ ਸੀ। ਕਲੀਅਰ ਹੈ ਗੱਲ? ਯਸ ਸਰ। ਠੀਕ ਹੈ, ਆ ਨਵੀਂ ਯੂਨਿਟ ਇਹਨੂੰ ਯਾਦ ਰੱਖਣਾ ਬੜਾ ਸੌਖਾ ਹੈ, ਕਿਉਂਕਿ ਇਲੈਕਟ੍ਰॉन ਦੇ ਉੱਪਰ ਜਿੰਨਾ ਚਾਰਜ ਹੁੰਦਾ ਉਹਨਾਂ ਅੱਗੇ ਲਿਖ ਦੋ ਤੇ ਅੱਗੇ ਜੂਲ ਲਾ ਦੋ, ਬਸ ਇਹਨੇ ਜੂਲ ਪਤਾ ਦੇਖ ਹੀ ਲਿਆ ਆਪਾਂ ਕਿਵੇਂ ਆਇਆ। सो बंदा कई बार पूछ लेंदा है कि 1 इलेक्ट्रॉन वोल्ट ਨੂੰ ਕਿਵੇਂ ਡਿਫਾਈਨ ਕਰੋਗੇ। 1 ਐ ਲਿਖਿਆ ਹੁੰਦਾ ਇਹਨੂੰ ਕਿਤਾਬ 'ਚ, ਇਲੈਕਟ੍ਰॉन ਪੂਰਾ ਪਾ ਕੇ ਨਾ ਇਸ ਤਰ੍ਹਾਂ, ਫਿਰ ਵੋਲਟ ਲਿਖਿਆ ਹੁੰਦਾ ਹੈ। ਤੇ ਛੋਟੇ ਫਾਰਮ 'ਚ ਐ ਲਿਖਿਆ ਹੁੰਦਾ 1 eV। ਠੀਕ ਹੈ, ਤੇ ਇਹਨੂੰ ਪਤਾ ਕਿਵੇਂ ਡਿਫਾਈਨ ਕਰਦੇ? ਦੇਖੋ ਡੈਫੀਨੇਸ਼ਨ ਦੀ, the energy, the amount of energy acquired by an electron if it is placed at a point of electric potential, yeah, at a point where electric potential is 1 volt। सो 1 वोल्ट वाली जगह ਤੇ ਤੁਸੀਂ ਇਲੈਕਟ੍ਰॉन ਨੂੰ ਰੱਖੋਗੇ ਤਾਂ ਜਿੰਨੀ એનર્ਜੀ ਇਲੈਕਟ੍ਰॉन ਐਕਵਾਇਰ ਕਰਦਾ ਆ ਉਹਨੂੰ ਇਲੈਕਟ੍ਰॉन ਵੋਲਟ ਬੋਲਦੇ ਆ। ਤੇ 1 ਇਲੈਕਟ੍ਰॉन ਵੋਲਟ ਜਿਹੜੀ ਹੈ ਉਹ ਬਰਾਬਰ ਹੁੰਦੀ ਹੈ 1.6 × 10⁻⁻19 ਜੂਲ। ਆਪ ਪਤਾ ਹੋਣਾ ਚਾਹੀਦਾ ਤੁਹਾਨੂੰ ਇਹ ਯੂਨਿਟ ਬਾਰੇ, ਪਲੱਸ 2 ਚ ਯੂਜ਼ ਹੋਏਗੀ, ਅੱਗੇ ਜਾ ਕੇ ਵੀ ਕਾਫੀ ਹੈ। ਤੇ ਆਪਾਂ ਕਿੱਥੋਂ ਕੱਢੀ ਹੈ? ਅੱਜ ਦੇ ਦਿਨ ਦੇ ਵਿੱਚ ਜੋ ਆਪਾਂ ਕੁਆਂਟੀਟੀ ਸਿੱਖੀਆਂ ਨੇ ਉੱਥੋਂ ਹੀ ਤਾਂ ਕੱਢੀ ਹੈ।
ਸਮਝ ਲੱਗੀ ਵੀ ਗੱਲ ਸਾਰਿਆਂ ਨੂੰ? Yes, sir. Yes, sir. Yes, sir. ਹੁਣ ਬਸ ਸਿੰਪਲ ਜੀ ਗੱਲ ਆ ਦੇਖੋ, ਹੁਣ ਜੇ ਮੰਨ ਲਓ ਮੈਂ ਡਾਈਪੋਲ ਦੇ ਬਾਰੇ ਗੱਲ ਕਰਾਂ ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਡਿਊ ਟੂ ਅ ਡਾਈਪੋਲ ਤਾਂ ਬੜੀ ਇੰਟਰਸਟਿੰਗਲੀ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ। ਦੇਖੋ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਆ ਕਿਊ ਹੈ, ਡਾਈਪੋਲ ਰੱਖ ਦਿਓ ਇੱਥੇ, ਆ ਮੰਨ ਲਓ ਮਾਈਨਸ ਕਿਊ ਹੈ, ਆ ਮੰਨ ਲਓ ਪਲੱਸ ਕਿਊ ਹੈ, ਆ ਸੈਂਟਰ ਹੈ, ਆ ਆਪਣਾ ਐਲ ਹੈ, ਇਹ ਐਲ ਹੈ, ਤੇ ਆ ਲਾਈਨ ਨੂੰ ਕੀ ਕਹਿੰਦੇ ਆ? ਐਕਸੀਅਲ ਲਾਈਨ ਹੈ ਨਾ। ਐਕਸੀਅਲ ਲਾਈਨ ਤੇ ਇਸ ਪੁਆਇੰਟ ਤੇ ਮੰਨ ਲਓ ਜਿਹਦਾ ਕਿ ਡਿਸਟੈਂਸ ਸੈਂਟਰ ਤੋਂ ਕਿੰਨਾ ਲੈਣੇ ਆਪਾਂ? ਆਰ ਲੈਣੇ ਨਾ। ਇਸ ਪੁਆਇੰਟ ਤੇ ਮੰਨ ਲਓ ਮੈਂ ਪੋਟੈਂਸ਼ੀਅਲ ਪਤਾ ਕਰਨਾ ਹੈ, ਦੇਖੋ ਪੋਟੈਂਸ਼ੀਅਲ ਪਤਾ ਕਰਨ ਦੇ ਲਈ ਤੁਹਾਨੂੰ ਡਾਇਰੈਕਸ਼ਨ ਇੱਧਰ ਨੂੰ ਹੈ ਕਿ ਉੱਧਰ ਨੂੰ ਹੈ, ਅਲੋਂਗ ਏ ਬੀ, ਅਲੋਂਗ ਬੀ ਏ, ਇਹ ਸਾਰੇ ਸਿਆਪੇ ਖਤਮ ਹੈ, ਕਿਉਂਕਿ ਆਪਾਂ ਤਾਂ ਸਿਰਫ ਤੇ ਸਿਰਫ ਪੋਟੈਂਸ਼ੀਅਲ ਪਤਾ ਕਰਨਾ ਹੈ, ਸਕੇਲਰ ਕੁਆਂਟੀਟੀ ਹੈ। ਤਾਂ ਪੋਟੈਂਸ਼ੀਅਲ ਐਟ ਐਕਸੀਅਲ ਪੋजीशन P ਕੀ ਆਏਗੀ? ਸਿੱਧਾ ਹੀ ਲਿਖੂੰਗਾ ਮੈਂ, ਪਹਿਲਾਂ ਆ ਪਲੱਸ ਕਿਊ ਚਾਰਜ ਤੇ ਕਰਕੇ ਕਿੰਨਾ ਆਏਗਾ? K ਆ ਵਾਲਾ ਪਲੱਸ ਕਿਊ ਚਾਰਜ ਬਟਾ R ਮਾਈਨਸ L ਆਏਗਾ ਨਾ पोटेंशियल। बस स्केलर है, वेक्टर नहीं लिखना। ते उसका प्लस हुण दूजा चार्ज माइनस क्यू होता है, K इंटू माइनस क्यू लिखांगा ना, माइनस क्यू लिखना, माइनस पोटेंशियल नेगेटिव पोटेंशियल आएगा, कितना आएगा नीचे R प्लस L। तो ये जो K Q कॉमन कर दो दोनों केस, ते इथे आएगा 1 ओवर R माइनस L माइनस 1 ओवर R प्लस L, आ माइनस बाहर आ गया, इन्हें सौखा कर लो, R स्क्वायर माइनस L स्क्वायर K Q, ये आ जाएगा R प्लस L माइनस R प्लस L डिवाइडेड बाय R स्क्वायर माइनस L स्क्वायर। आ कटेंगे, ऊपर की बचेगा देखो Q इंटू 2L बचेगा कि नहीं? ਇਹ ਤਾਂ P ਦਾ ਮੈਗਨੀਟਿਊਡ ਹੋ ਗਿਆ, ਡਾਇਰੈਕਸ਼ਨ ਦੀ ਕੋਈ ਟੈਂਸ਼ਨ ਲੈਣੀ ਨਹੀਂ ਨਾ, ਮੈਂ ਇੱਥੇ ਤੱਕ ਲਾ ਮੈਗਨੀਟਿਊਡ ਹੀ ਲਿਖ ਰਿਹਾ ਮੈਂ। Q into 2L ਕੀ ਹੁੰਦਾ? P ਦੀ ਮੈਗਨੀਟਿਊਡ ਹੁੰਦਾ ਅਪਨ R ਸਕੁਅਰ ਮਾਈਨਸ L ਸਕੁਅਰ। ਠੀਕ ਹੈ, ਜੇ ਡਾਇਪੋਲ ਬਹੁਤ ਜ਼ਿਆਦਾ ਸਮਾਲ ਹੋਵੇ ਤਾਂ ਆਪਾਂ ਕੀ ਕਰਾਂਗੇ? L ਨੂੰ ਨੈਗਲੈਕਟ ਕਰ ਦਾਂਗੇ, ਫਿਰ ਕੀ ਆ ਜਾਏਗਾ? KP ਬਾय R ਸਕੁਅਰ ਬਸ। ਤੇ ਜੇ ਇਹ ਬੜਾ ਸੌਖਾ ਹੈ, ਜੇ ਮੰਨ ਲਓ ਐਕਸੀਅਲ ਪੋਜੀਸ਼ਨ ਤੋਂ ਬਾਅਦ ਇਕੁਆਟੋਰੀਅਲ ਪੋਜੀਸ਼ਨ ਤੇ ਕਰਨਾ ਹੋਵੇ, ਸੋਚੋ आ माइनस क्यू ते आ प्लस क्यू, इन्हां च डिस्टेंस हैगा जी ओ तो इधर L इक्वाटोरियल पोजीशन आ होंदी है ना, आ पॉइंट ते पोटेंशियल पता करना है। सो पहला जो पोटेंशियल पता करना है तो R डिस्टेंस पता होना चाहिए, सेंटर तो डिस्टेंस R ही है, R डिस्टेंस कितना है? रूट R स्क्वायर प्लस L स्क्वायर। हाँ, रूट R स्क्वायर प्लस L स्क्वायर दोनों पास सही है। ਹੁਣ ਜੇ पोटेंशियल पता करना है P पॉइंट ਤੇ ਇੱਥੇ तो ਕੀ ਆਏਗਾ? KQ पहला पॉजिटिव वाले ले लो बटा R स्क्वायर प्लस L स्क्वायर अंडर द रूट प्लस K इनटू इथे माइनस क्यू लेना ना, ਕੀ ਆਇਆ? 0 ਆਇਆ ਨਾ। यस सर। बड़ा इंटरेस्टिंग है कि ਇਹਦੇ ਵਿੱਚ ਸੈਂਟਰ ਦੇ ਇੱਥੇ 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 ਹਰ ਜਗ੍ਹਾ ਪੋਟੈਂਸ਼ੀਅਲ ਕਿੰਨਾ ਹੋਏਗਾ? 0 ਹੀ ਹੋਏਗਾ। ਬੰਦਾ ਕਹਿੰਦਾ ਇਹਨੂੰ ਫਿਰ ਮੇਰੀ ਕਾਮਨ ਸੈਂਸ ਨਾਲ ਰਿਲੇਟ ਕਰਕੇ ਦਿਖਾਓ। ਮੈਂ ਕਿਹਾ ਦੇਖੋ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਇਨਫਿਨਿਟੀ ਤੋਂ ਲਿਆ ਰਹੇ ਹੋਵੋਗੇ ਨਾ ਚਾਰਜ ਨੂੰ, ਤਾਂ ਜਿੰਨਾ ਤੁਹਾਨੂੰ ਪਲੱਸ ਕਿਊ ਨੇ ਰਿਪੈਲ ਕਰਨਾ ਹੈ ਨਾ, ਉਨਾ ਮਾਈਨਸ ਕਿਊ ਨੇ ਅਟਰੈਕਟ ਵੀ ਕਰਨਾ ਹੈ। ਤਾਂ ਮੁੜ ਘੁੜ ਕੇ ਤੁਹਾਡਾ ਜਿਹੜਾ ਅਗੇਂਸਟ ਇਲੈਕਟ੍ਰੋਸਟੈਟਿਕ ਫੋਰਸ ਵਰਕ ਡਨ ਹੋਣਾ ਹੀ ਨਹੀਂ ਜੇ ਤੁਸੀਂ ਇਹਦੇ ਆਹ ਵਾਲੇ ਪੁਆਇੰਟ ਤੇ ਲੈ ਕੇ ਆਉਂਗੇ। ਸਮਝ ਲੱਗੀ ਗੱਲ? यस सर। ਤਾਂ ਇਸ ਲਈ ਇਕੁਆਟੋਰੀਅਲ ਪਲੇਨ ਦੇ ਉੱਪਰ ਆ ਪਲੇਨ, ਇਹਨੂੰ ਪਲੇਨ ਇਮੇਜਿਨ ਕਰੋ, ਇਹਦੇ ਪਲੇਨ ਦੇ ਹਰ ਪੁਆਇੰਟ ਦੇ ਉੱਪਰ ਪੋਟੈਂਸ਼ੀਅਲ 0 ਹੋਏਗਾ। ਆ ਪਲੇਨ ਹੈ, ਠੀਕ ਹੈ ਨਾ। ਇੱਧਰ ਪੁਆਇੰਟ 4 ਲੈ ਲਓ, ਇੱਧਰ ਪੁਆਇੰਟ 4 ਵਿੱਚ ਪਲੇਨ ਲੈ ਲਓ। ਆ ਦੇਖੋ ਜੇ ਮੰਨ ਲਓ ਆ ਇੱਧਰ ਪੁਆਇੰਟ ਚਾਰਜ ਹੈ, ਇੱਧਰ ਪੁਆਇੰਟ ਚਾਰਜ ਹੈ, ਉਹਦੇ ਵਿਚਕਾਰ ਆ ਪਲੇਨ ਲੈ ਲਿਆ, ਆ ਪੁਆਇੰਟ ਚਾਰਜ ਇੱਧਰ ਹੈ, ਆ ਇੱਧਰ ਹੈ, ਤੇ ਇਹਦੇ ਪਲੇਨ ਦੇ ਵਿੱਚ ਇੱਥੇ ਆ ਪਲੇਨ ਦੇ ਉੱਪਰ ਕਿਤੇ ਵੀ ਆ ਪੁਆਇੰਟ ਜਿਹੜਾ ਮਰਜ਼ੀ ਪੁਆਇੰਟ ਲਓ, ਉਹਦਾ ਡਿਸਟੈਂਸ ਇੱਥੋਂ ਤੇ ਇੱਥੋਂ ਬਰਾਬਰ ਹੀ ਹੋਏਗਾ ਨਾ, ਚਾਹੇ ਇੱਧਰ ਲੈ ਲਓ, ਚਾਹੇ ਇੱਧਰ ਲੈ ਲਓ, ਚਾਹੇ ਇੱਧਰ ਲੈ ਲਓ, ਜਿੱਥੇ ਮਰਜ਼ੀ ਲੈ ਲਓ ਇਹਦੇ ਉੱਪਰ। ਤਾਂ ਆ ਸਾਰਾ ਜਿਹੜਾ ਪਲੇਨ ਹੈ ਇਹਦੇ ਉੱਪਰ ਸਾਰੇ ਪਲੇਨ ਦੇ ਕਿਸੇ ਵੀ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੋਏਗਾ? 0 ਹੋਏਗਾ। ਤੇ ਬੜੀ ਇੰਪੋਰਟੈਂਟ ਗੱਲ ਹੈ, ਸਮਝ ਲੱਗ ਗਈ ਹੈ ਸਾਰਿਆਂ ਨੂੰ? ਸੋ ਬਹੁਤ ਚੰਗੀ ਤਰ੍ਹਾਂ ਕਰਨਾ ਇਹਨੂੰ ਸਾਰਿਆਂ ਨੇ। ਤਾਂ ਮੈਂ ਹੁਣ ਤੁਹਾਨੂੰ ਪੋਟੈਂਸ਼ੀਅਲ
ਦੇ ਬਾਰੇ ਹੁਣ ਥੋੜੀ ਜਿਹੀ ਡਿਟੇਲ ਦੇ ਵਿੱਚ ਹੁਣ ਤੁਹਾਨੂੰ ਇਹਨਾਂ ਗੱਲਾਂ ਨੂੰ ਵਰਤਾਂਗੇ, ਸਿੱਧੇ ਫਾਰਮੂਲੇ ਪਤਾ ਲੱਗ ਚੁੱਕੇ, ਤੁਹਾਨੂੰ ਡੈਰੀਵੇਸ਼ਨ ਪਤਾ ਲੱਗ ਚੁੱਕੀ ਹੈ, ਇਹਨਾਂ ਨੂੰ ਵਰਤ ਕੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਚਾਰਜ ਡਿਸਟ੍ਰੀਬਿਊਸ਼ਨਸ ਲਈ ਪੋਟੈਂਸ਼ੀਅਲ ਵੀ ਪਤਾ ਕਰ ਸਕਦੇ ਹਾਂ। ਤੇ ਇਹ ਸੌਖਾ ਹੋਏਗਾ ਕੰਮ, ਕਿਉਂਕਿ ਇਹ ਮਤਲਬ ਕੰਪੈਰੀਟਿਵਲੀ ਕਿਉਂਕਿ ਇਹ ਸਕੇਲਰ ਕੁਆਂਟੀਟੀ ਹੈ, ਇਹਨੂੰ ਸਿੱਧਾ ਹੀ ਲਿਖ ਸਕਦੇ ਹਾਂ। ਸੋ ਆਪਾਂ ਇਹਨਾਂ ਨੂੰ ਕਰਾਂਗੇ, ਕੁਝ ਨਾਲ ਕੁਐਸਚਨਸ ਕਰਾਂਗੇ। ਹੁਣ ਡੈਰੀਵੇਸ਼ਨ ਤੇ ਡੈਫੀਨੇਸ਼ਨ ਦਿਮਾਗ 'ਚ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ ਹੈ ਤੁਹਾਨੂੰ, ਠੀਕ ਹੈ। ਸੋ ਅੱਜ ਦੇ ਸਾਰੇ ਲੈਕਚਰ ਦੇ ਵਿੱਚ ਜੋ ਮੈਂ ਸਮ ਅਪ ਕਰ ਦਿੰਦਾ, ਮੈਂ ਇਹ ਕਹਿ ਰਿਹਾ ਕਿ ਜੇ ਆਹ ਪੁਆਇੰਟ ਹੈ, ਸੋਰਸ ਚਾਰਜ ਮੈਨੂੰ ਦਿਖ ਵੀ ਨਹੀਂ ਰਿਹਾ, ਮੈਨੂੰ ਕਿਸੇ ਨੇ ਕਿਹਾ ਇੱਥੇ ਆ ਇਲੈਕਟ੍ਰਿਕ ਫੀਲਡ ਹੈ, ਮੈਂ ਕਿਹਾ ਅੱਛਾ, ਮੈਨੂੰ ਕਿਸੇ ਨੇ ਕਿਹਾ ਇਸੇ ਪੁਆਇੰਟ ਦੇ ਉੱਪਰ ਪੋਟੈਂਸ਼ੀਅਲ ਵੀ ਹੈਗਾ ਆ, ਪੋਟੈਂਸ਼ੀਅਲ V ਹੈ, ਮੈਂ ਕਿਹਾ ਅੱਛਾ। ਜੇ ਮੈਂ ਕੋਈ ਚਾਰਜ Q ਲੈ ਕੇ ਆਉਂਦਾ ਹਾਂ ਤੇ ਲਿਆ ਕੇ ਉਹਨੂੰ ਇੱਥੇ ਰੱਖ ਦਿੰਦਾ ਹਾਂ, ਤਾਂ ਉਸ Q ਚਾਰਜ ਦੇ ਬਾਰੇ ਮੈਂ ਦੋ ਗੱਲਾਂ ਕਹਿ ਸਕਦਾ ਹਾਂ। ਇੱਕ ਤਾਂ ਇਹ ਕਿ ਉਸ Q ਚਾਰਜ ਨੂੰ ਫੋਰਸ ਲੱਗੇਗਾ Q × E, ਦੂਜੀ ਗੱਲ ਇਹ ਇਸ Q ਚਾਰਜ ਤੇ ਇਸ ਪੁਆਇੰਟ ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ Q × E। ਪਤਾ ਲੱਗ ਗਈ ਗੱਲ ਸਾਰਿਆਂ ਨੂੰ? यस सर ਚੰਗੀ ਤਰ੍ਹਾਂ ਸਮਝੋ, ਇਹਨੂੰ ਕਰੋ। ਹੁਣ ਆਪਣੀ ਬੁੱਕਸ ਦੇ ਵਿੱਚੋਂ, ਟੈਕਸਟ ਬੁੱਕਸ ਵਿੱਚੋਂ ਵੀ ਇਸ ਟੌਪਿਕ ਨੂੰ ਪੜ੍ਹਨਾ ਹੈ ਸਾਰਿਆਂ ਨੇ, ਦੇਖਣਾ ਹੈ ਕਿ ਤੁਹਾਨੂੰ ਸਾਰੀ ਗੱਲ ਪੱਲੇ ਪੈ ਰਹੀ ਹੈ ਤੇ ਸਾਰੇ ਡੈਰੀਵੇਸ਼ਨਸ ਵੀ ਕਰਨੀਆਂ ਨੇ। ਤੇ ਕੱਲ ਦਾ ਤਾਂ ਚਲੋ ਨਹੀਂ, ਪਰਸੋਂ ਆਪਣਾ ਕੋਸ਼ਿਸ਼ ਕਰਾਂਗੇ ਕਿ ਇਸ ਟੌਪਿਕ ਦੇ ਰਿਲੇਟਡ ਸਾਰਾ ਕੁਝ, ਸਾਰੇ ਡੈਰੀਵੇਸ਼ਨਸ ਵਗੈਰਾ ਕਰ ਲਈਏ। ਡੈਰੀਵੇਸ਼ਨ ਤਾਂ ਹੋਏਗੀ, ਆ ਸਕੂਲ ਐਗਜ਼ਾਮ ਵਾਲੀ ਤਾਂ ਹੋਗੀ ਤੁਹਾਡੀ, ਸਮਝ ਲਓ ਸਕੂਲ ਐਗਜ਼ਾਮ ਵਾਲਾ ਕੁਝ ਨਹੀਂ ਰਹਿ ਗਿਆ, ਆਈ ਆ। ਮੈਂ ਚਾਹਾਂ ਤਾਂ ਤੁਹਾਨੂੰ ਕੈਪੈਸਿਟਰ ਵੀ ਕਰਾ ਦਾਂਗੇ, ਪਰ ਨਹੀਂ, ਪਹਿਲਾਂ ਆਪਾਂ ਥੋੜੇ ਇਹਦੇ ਰਿਲੇਟਡ ਕੁਐਸਚਨ ਕਰਕੇ ਇਹਨੂੰ ਪੱਕਾ ਕਰੀਏ, ਇਸ ਕਨਸੈਪਟ ਨੂੰ ਇੰਨਾ ਜ਼ੋਰ ਲਾ ਕੇ ਸਮਝੇ ਆਪਾਂ ਤਾਂ ਉਹਦਾ ਫਾਇਦਾ ਚੱਕੀਏ। ਤੇ ਘੰਟਾ ਕ ਆਪਾਂ ਇੱਥੇ ਲਗਾਵਾਂਗੇ ਸ਼ਨੀਵਾਰ ਨੂੰ, ਤੇ ਉਸ ਤੋਂ ਅਗਲੇ ਘੰਟੇ 'ਚ ਮੈਂ ਕੈਪੈਸਿਟਰ ਤੇ ਉਹਦੇ ਬਾਰੇ ਇੰਟਰੋਡਕਸ਼ਨ ਦਊਂਗਾ, ਤਾਂ ਕਿ ਸੰਡੇ ਨੂੰ ਮੈਂ ਉਹ ਬਿਲਕੁਲ ਖਤਮ ਕਰ ਦਵਾਂ, ਤਾਂ ਕਿ ਆਪਣਾ 10 ਮਈ ਨੂੰ ਜਿਹੜਾ ਪੇਪਰ ਹੈ ਪੂਰਾ ਅਟੈਂਪਟ ਕਰਨਾ ਸਾਰਿਆਂ ਨੇ ਬਹੁਤ ਵਧੀਆ ਤਰ੍ਹਾਂ ਤਿਆਰੀ ਕਰਕੇ, ਠੀਕ ਹੈ ਜੀ। थैंक यू सर।